ਕੱਲ ਮੈਨੂੰ ਲੱਗਦਾ ਆਮਾ ਸਾਹਮਣਾ ਹੋ ਗਿਆ ਇਸ ਡੋਰਡੈਸ਼ ਦੇ ਰੋਬੋਟ ਦੇ ਨਾਲ। ਦੱਸਿਓ ਕਿਦਾਂ ਦਾ ਐਕਸਪੀਰੀਅੰਸ ਸੀ, ਦੇਖ ਕੇ ਕਿਵੇਂ ਜਿਹੜਾ ਉਹ ਲੱਗਾ? ਕੱਲ ਇੱਕ ਬਿਲਕੁਲ ਹੀ ਮੈਂ ਜਿੱਦਾਂ ਕਾਰ ਪਾਰਕ ਕੀਤੀ ਤੇ ਮੇਰੇ ਨਾਲ ਹੀ ਆ ਕੇ ਇੱਕ ਰੋਬੋਟ ਪਾਰਕ ਹੋ ਗਿਆ ਕਾਰ ਪਾਰਕਿੰਗ ਦੇ ਵਿੱਚ। ਡੋਰਡੈਸ਼ ਤੇ ਉਹਨੂੰ ਪਤਾ ਤਾਂ ਹੈ ਹੀ ਸੀ ਹਨਾ। ਸੋ ਉਹਦੇ ਵਿੱਚ ਫਿਰ ਆਪਾਂ ਜਿਹੜੀ ਕੁਝ ਵੀਡੀਓਜ਼ ਉਹਦੀਆਂ ਲਈਆਂ, ਜਿਹੜਾ ਬੰਦਾ ਸੀ ਜਿਹੜਾ ਉਹਨੂੰ ਡਰਾਈਵ ਕਰ ਰਿਹਾ ਸੀ, ਕਿਉਂਕਿ ਇੱਕ ਨਾ ਉਹਦੇ ਨਾਲ ਕੋਆਰਡੀਨੇਟਰ ਵੀ ਹੈਗਾ ਹੁੰਦਾ ਵਾ, ਤੇ ਜਿਹੜਾ ਕੋਆਰਡੀਨੇਟਰ ਉਹਦਾ ਹੁੰਦਾ ਉਹ ਪੈਰਲਲੀ ਉਹਦੇ ਚੱਲ ਰਿਹਾ ਹੁੰਦਾ ਤੇ ਬਾਈਕ ਦੇ ਉੱਤੇ, ਈ ਬਾਈਕ ਦੇ ਉੱਤੇ। ਸੋ ਮੈਂ ਉਹਨੂੰ ਪੁੱਛਿਆ, ਪਹਿਲੀ ਗੱਲ ਮੈਂ ਕਿਹਾ ਵੀ ਫ੍ਰੀਮਾਉਂਟ ਦੇ ਵਿੱਚ ਪਹਿਲਾ ਸਿਟੀ ਹੈ ਮਜ਼ੂਰੀ ਦੇ ਵਿੱਚ? ਕਹਿੰਦੇ ਇੱਕ ਫ੍ਰੀਮਾਉਂਟ ਤੇ ਇੱਕ ਐਰੀਜ਼ੋਨਾ ਦੇ ਵਿੱਚ ਵੀ, ਫੀਨਿਕਸ ਸ਼ਾਇਦ ਉਹਨੇ ਸਿਟੀ ਦਾ ਨਾਂ ਲਿਆ ਸੀ, ਤੇ ਉਹਦੇ ਵਿੱਚ ਵੀ ਜਿਹੜਾ ਇਹ ਪੈਰਲਲ ਇਹ ਜਿਹੜੀ ਇਹਦੀ ਐਕਸੀਕਿਊਸ਼ਨ ਚੱਲ ਰਹੀ। ਤੇ ਮੈਨੂੰ ਇਹ ਪੁੱਛਿਆ ਸੀ ਕਿ ਭਾਈ ਕੋਈ ਤੁਹਾਨੂੰ ਮੇਜਰ ਪ੍ਰੋਬਲਮ? ਕਹਿੰਦੇ ਸੌਫਟਵੇਅਰ ਗਲਿਚਸ ਆ ਜਿਨ੍ਹਾਂ ਨੂੰ ਹੱਲ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਪਰ ਉਦਾਂ ਤੇ ਕਹਿੰਦਾ ਠੀਕ ਆ। ਇਹਦੇ ਵਿੱਚ ਫੇਜ਼ 1 ਦੇ ਰੋਲ ਆਊਟ ਦੇ ਵਿੱਚ ਉਹਨੇ ਇਹ ਮੇਕ ਸ਼ੋਰ ਕੀਤਾ, ਪਹਿਲੀ ਚੀਜ਼ ਕਿ ਇਹ ਜੇ ਨੇਬਰਹੁੱਡ ਦੀ ਸਟਰੀਟ ਦੇ ਉੱਪਰ ਜਾਏ ਤਾਂ 20 ਮਾਈਲ ਤੋਂ ਉੱਪਰ ਨਾ ਜਾਏ। ਬਾਈਕ ਲੇਨ ਦੇ ਵਿੱਚ ਤਕਰੀਬਨ 16 ਮੀਲ ਇਹਦੀ ਪਰ ਆਵਰ ਦੇ ਹਿਸਾਬ ਦੇ ਨਾਲ ਇਹਦੀ ਹਾਇਰ ਲਿਮਿਟ ਆ, ਤੇ ਸਪੀਡ ਵਾਕ ਦੇ ਉੱਤੇ 5 ਮਾਈਲ ਪਰ ਆਵਰ ਦੇ ਹਿਸਾਬ ਦੇ ਨਾਲ ਇਹਦੀ ਸਪੀਡ ਆ ਚੱਲਣ ਦੀ। ਰੀਸੈਂਟਲੀ ਆਪਾਂ ਦੇਖ ਰਹੇ ਹਾਂ ਵੀ ਜਿੰਨੇ ਵੀ ਇਹ ਜਿਹੜੇ ਟੈਕ ਓਲੀਗਾਰਕ ਹੈਗੇ ਆ, ਬਰੋਲੀਗਾਰਕ ਨੇ, ਇਹਨਾਂ ਨੇ ਹੁਣ ਇੱਕ ਨਵੀਂ ਚੀਜ਼ ਜਿਹੜੀ ਉਹ ਕਹਿਣੀ ਲਗਾਤਾਰ ਸ਼ੁਰੂ ਕਰ ਰਹੇ। ਕਿਸੇ ਨੂੰ ਕੰਮ ਦੀ ਲੋੜ ਨਹੀਂ ਪੈਣੀ, ਚੀਜ਼ਾਂ ਬਹੁਤ ਸਸਤੀਆਂ ਹੋ ਜਾਣੀਆਂ, ਤੁਹਾਨੂੰ ਯੂਨੀਵਰਸਲ ਪੇ ਮਿਲੂਗੀ। ਇਦਾਂ ਦੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਕਹਿ ਰਹੇ ਆ। ਅਸੀਂ ਤਾਂ ਸੋਸਾਇਟੀ ਦੇ ਭਲਾਈ ਦੇ ਲਈ ਸੁਪਰ ਇੰਟੈਲੀਜੈਂਸ AI ਜਿਹੜੀ ਉਹ ਕ੍ਰੀਏਟ ਕਰ ਰਹੇ ਆ। ਇਹ ਬੜਾ ਕੋਆਰਡੀਨੇਟਡ ਐਫਰਟ ਹਰਵਿੰਦਰ ਜਿਹੜਾ ਉਹ ਨਜ਼ਰ ਆ ਰਿਹਾ। ਇਹ ਕਿੱਦਾਂ ਜਿਹੜਾ ਉਹ ਦੇਖਣਾ ਚਾਹੀਦਾ, ਕਿਵੇਂ ਸਮਝਣਾ ਚਾਹੀਦਾ ਇਸ ਸਾਰੇ? ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਕਨਵਰਸੇਸ਼ਨ ਆ ਰਹੀ ਸੀ ਸਾਹਮਣੇ, ਉਹ ਵੀ ਬੜੀ ਕੋਆਰਡੀਨੇਟਡ ਹੀ ਸੀ ਕਿ ਇਹਨੇ ਬੰਦੇ ਬਹੁਤ ਵਿਹਲੇ ਕਰ ਦੇਣੇ ਆ, ਬਹੁਤ ਲਾਸ ਹੋ ਜਾਣੀ ਆ, ਵੀ ਆਰ ਫਿਊ ਇਅਰਸ ਅਵੇ ਫਰਮ ਐਪੋਕਲਿਪਸ, ਜੋ ਵੀ ਹੈ ਜੌਬ ਐਪੋਕਲਿਪਸ ਦੀ ਗੱਲ ਚੱਲ ਰਹੀ ਸੀ, ਜਿਹੜੀ ਕਿ ਰਾਜਕਰਨ ਸਾਨੂੰ ਪਤਾ ਕਿ ਉਹ ਗੱਲ ਸਹੀ ਆ। ਹੋ ਸਕਦਾ ਜਿਹੜੇ ਲੈਵਲ ਦੇ ਉੱਤੇ ਜਿਹੜੇ ਅਪ ਕੀਤਾ ਹੋਇਆ ਉਹਨਾਂ, ਉਸ ਲੈਵਲ ਦੇ ਉੱਤੇ ਉਹ ਗੱਲ ਸਹੀ ਨਾ ਹੋਵੇ, ਪਰ ਇਹ ਤਾਂ ਸਾਨੂੰ ਪਤਾ ਹੀ ਹੈ ਨਾ ਵੀ ਮੇਜਰ ਚੇਂਜ ਆ ਰਹੀ ਹੈ ਸਾਡੇ ਸਾਹਮਣੇ ਹੀ ਆ, ਚੇਂਜ ਦੇਖ ਰਹੇ ਹਾਂ। ਕਹਿੰਦਾ ਮਤਲਬ ਵੀ ਪਬਲਿਕ ਵਿੱਚ ਆਮ ਤੌਰ ਦੇ ਉੱਤੇ ਵੀ AI ਨੂੰ ਲੈ ਕੇ ਸੰਦੇਹ ਪੈਣੇ ਸ਼ੁਰੂ ਹੋ ਗਏ ਆ, ਜਾਂ ਕਨਵਰਸੇਸ਼ਨ ਸ਼ੁਰੂ ਹੋ ਗਏ, ਜਿਹਦੇ ਕਰਕੇ ਲੋਕਾਂ ਨੂੰ ਇਹ ਲੱਗਦਾ ਕਿ ਬਿਜ਼ਨਸਿਸ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੀ ਚੱਕ ਥੱਲਾ ਉਹਦੇ ਹੋਣ ਦੇ ਚਾਂਸ ਆ। ਸਾਰੇ ਜਣੇ ਕਹਿੰਦੇ ਫੇਸਬੁੱਕ ਫ੍ਰੀ ਆ ਜੀ, ਇੰਸਟਾਗ੍ਰਾਮ ਫ੍ਰੀ ਆ ਜੀ, ਹੈ ਨਾ। ਪਬਲਿਕਲੀ ਇਦਾਂ ਹੀ ਕਰਦੇ ਕਿ ਆਪਾਂ ਵੀ ਬਿਲਡ ਦਿਸ ਪਲੇਟਫਾਰਮ ਫॉर ਫ੍ਰੀ, ਪਰ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਕਰਦੇ ਹੋ, ਕੁਝ ਇੰਸਟਾਗ੍ਰਾਮ ਦੇ ਉੱਤੇ ਪੋਸਟ ਕਰਦੇ ਹੋ, ਐਮਾਜ਼ਨ ਦੇ ਉੱਤੇ ਕੁਝ ਰਿਵਿਊ ਕਰਦੇ ਹੋ, ਜਾਂ ਨਾ YouTube ਦੇ ਉੱਤੇ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਹਾਂ, Spotify ਦੇ ਉੱਤੇ ਰਿਕਮੈਂਡੇਸ਼ਨ ਆਨ ਤੁਸੀਂ ਰਿਕਮੈਂਡ ਕਰਦੇ ਹੋ, ਜਾਂ ਹੋਰ ਵੀ ਕੋਈ ਤੁਸੀਂ ਕਿਸੇ ਨਾਲ ਕਮੈਂਟ ਕਰਦੇ ਹੋ, ਲਾਈਕ ਕਰਦੇ ਹੋ TikTok ਦੇ ਉੱਤੇ, ਬੇਸਿਕਲੀ ਤੁਸੀਂ ਕੀ ਕਰ ਰਹੇ ਹੋ? ਤੁਸੀਂ ਡੇਟਾ ਪ੍ਰੋਡਿਊਸ ਕਰ ਰਹੇ ਹੋ। ਉਹ ਡੇਟਾ ਹੈਲਪ ਕਰਦਾ ਵਾ ਉਸ ਐਲਗੋਰਿਥਮਸ ਨੂੰ ਤੇ ਉਸ ਪਲੇਟਫਾਰਮ ਦੀ ਵੈਲਿਊ ਨੂੰ ਵਧਾਉਣ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਜਿਹੜੇ ਮੈਸੇਜ ਆ ਉਹ ਕੀ ਲਾਈਕ ਕਰ ਰਹੇ, ਕਿੱਧਰ ਝੁਕਾ ਆ। ਹਾਂਜੀ। ਸੋ ਬੇਸਿਕਲੀ ਉਹ ਤੁਹਾਡਾ ਸਮਾਂ ਜਿਹੜਾ ਵਾ ਉਹ ਲੈ ਕੇ ਆਪਣੇ ਪਲੇਟਫਾਰਮਸ ਨੂੰ ਇਨਕਰੀਜ਼ ਕਰ ਰਹੇ ਹੋ। ਕੋਈ ਚੀਜ਼ ਫ੍ਰੀ ਨਹੀਂ ਹੈਗੀ। ਕੈਪੀਟਲਿਜ਼ਮ ਮਰ ਗਿਆ, ਇਹ ਕਿਉਂ ਕਿਹਾ ਜਾ ਰਿਹਾ ਹੈ? ਕੀ ਵਾਕਿਆ ਹੀ ਇਹ ਚੀਜ਼ ਹੈਗੀ ਆ? ਲਾਈਕ ਤੁਹਾਨੂੰ ਇਹਦੇ ਵਿੱਚ ਕੀ ਜਿਹੜਾ ਉਹ ਲੱਗਦਾ ਆ ਵੀ ਵਾਟ ਕਿਲਡ ਕੈਪੀਟਲਿਜ਼ਮ? ਸੋ ਜਿਹੜਾ ਫ੍ਰੀ ਮਾਰਕੀਟ ਦਾ ਕਨਸੈਪਟ ਸੀ ਕੈਪੀਟਲਿਜ਼ਮ ਦੇ ਵਿੱਚ, ਕੀ ਇਹਦੇ ਨਾਲ ਖਤਮ ਹੋ ਗਿਆ? ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਕੇ ਸਾਡੇ ਸਾਰੇ ਮਾਨਕ ਸਰੋਤਿਆਂ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ। ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜਿਹੜਾ ਲੈ ਕੇ ਆਉਂਦੇ ਅਸੀਂ ਤੁਹਾਡੇ ਲਈ ਹਰ ਸੋਮਵਾਰ ਬਾਅਦ ਦੁਪਹਿਰ 3 ਵਜੇ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਟੈਕਨੋਲੋਜੀ ਦੀਆਂ। ਟੈਕਨੋਲੋਜੀ ਸਾਡੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰ ਰਹੀ ਹੈ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਤੇ ਅਸੀਂ ਇਸ ਟੈਕਨੋਲੋਜੀ ਨੂੰ ਯੂਜ਼ ਕਰਕੇ ਆਪਣੀ ਜ਼ਿੰਦਗੀ ਦੇ ਬਿਜ਼ਨੈਸਿਸ ਵਿੱਚ ਅੱਗੇ ਕਿੱਦਾਂ ਵਧ ਸਕਦੇ ਹਾਂ। ਜੀ ਬਿਲਕੁਲ ਹਰਵਿੰਦਰ, ਜਿਹੜੀ ਤਕਨੀਕ ਦੀ ਦੁਨੀਆ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਹੈ। ਸੋ ਇਹ ਬਦਲਾਅ ਬਹੁਤ ਵੱਡੇ ਨੇ, ਤੇ ਇਹ ਬਦਲਾਵਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਆ, ਇਹਨਾਂ ਨੂੰ ਜਾਣਨ ਦੀ ਜ਼ਰੂਰਤ ਆ। ਤੇ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ, ਇਸ ਪੰਜਾਬੀ ਟੈਕ ਟਾਕ ਦੇ ਜ਼ਰੀਏ ਇਹੀ ਤੁਹਾਨੂੰ ਸਾਡਾ ਦੱਸਣ ਦਾ ਇੱਕ ਉਪਰਾਲਾ ਆ। ਓਬਵੀਅਸਲੀ ਸਾਡੇ ਤੋਂ ਵੱਧ ਬਹੁਤ ਸਾਰੇ ਲੋਕਾਂ ਨੂੰ ਪਤਾ ਆ, ਪਰ ਆਪਾਂ ਇਸ ਮੰਚ ਦੇ ਜ਼ਰੀਏ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਸਾਨੂੰ ਸਮਝ ਆ, ਜਿੰਨੀ ਕੁ ਸਾਨੂੰ ਨੌਲੇਜ ਆ, ਆਪਾਂ ਉਨੀ ਕੁ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾ ਸਕੀਏ, ਤਾਂ ਜੋ ਆਪਣੇ ਵੱਧ ਤੋਂ ਵੱਧ ਲੋਕ ਆ ਇਸ ਪ੍ਰਤੀ ਜਿਹੜੇ ਉਹ ਜਾਗਰੂਕ ਹੋਣ। ਕੁਝ ਮਹੀਨੇ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਡੋਰਡੈਸ਼ ਦੇ ਜਿਹੜੇ ਰੋਬੋਟਸ ਦੀ, ਵੀ ਆਪਾਂ ਗੱਲਾਂ ਕਰਦੇ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਹਰਵਿੰਦਰ, ਵੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਨਾ ਉਹ ਆਬਸੋਲੀਟ ਹੋ ਜਾਣੀਆਂ। ਰਿਡੰਡੈਂਟ ਜੌਬਸ ਜਿਹਨੂੰ ਤੁਸੀਂ ਅਕਸਰ ਕਹਿੰਦੇ ਹੁੰਦੇ ਆ, ਵੀ ਉਹ ਸੇਮ ਜੌਬਸ ਜਿਹੜੀਆਂ ਚੀਜ਼ਾਂ ਕਰੀ ਜਾ ਰਹੀਆਂ ਆ, ਵੀ ਉਹ
ਉਹ ਰਿਡੰਡੈਂਟ ਜਿਹੜੀਆਂ ਜੌਬਸ ਆ ਉਹ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਰੋਬੋਟਸ ਪਲੱਸ AI ਉਹਨਾਂ ਨੇ ਓਵਰਟੇਕ ਕਰ ਲੈਣੀਆਂ ਆ। ਇਹ ਉਹ ਕੰਪਨੀਆਂ ਨੇ ਜਿਨ੍ਹਾਂ ਨੇ ਆਪਣਾ ਇਨਫਰਾਸਟ੍ਰਕਚਰ ਸਿਰਫ ਐਪ ਦੇ ਉੱਤੇ ਲਾਇਆ ਹਰਵਿੰਦਰ, ਆਪਣਾ ਕੁਛ ਵੀ ਫਿਜ਼ੀਕਲ ਐਸੈਟਸ ਇਸ ਤਰੀਕੇ ਦੇ ਨਾਲ ਨਹੀਂ ਬਣਾਏ, ਚਾਹੇ ਉਹ ਡੋਰਡੈਸ਼ ਆ, ਚਾਹੇ ਊਬਰ ਆ, ਚਾਹੇ ਲਿਫਟ ਆ। ਲੋਕਾਂ ਦੀਆਂ ਗੱਡੀਆਂ, ਲੋਕ ਹੀ ਡਰਾਈਵਰ, ਲੋਕਾਂ ਦੀ ਹੋਈ ਲਾਇਬਿਲਿਟੀ, ਉਹ ਸਾਰਾ ਕੁਛ ਤੇ ਬਸ ਐਪ ਦੇ ਜ਼ਰੀਏ ਉਸ ਨੂੰ ਉਹਨਾਂ ਨੇ ਮੁਨਾਫੇ ਦੇ ਵਿੱਚ ਤਬਦੀਲ ਕੀਤਾ। ਸੇਮ ਤਰੀਕੇ ਦੇ ਨਾਲ ਜਿਹੜੇ ਡੋਰਡੈਸ਼ ਵਾਲਿਆਂ ਨੇ ਵੀ ਇਸੇ ਤਰੀਕੇ ਨਾਲ ਕੀਤਾ। ਲੋਕ ਆਪਣੀ ਗੱਡੀ ਵਰਤ ਕੇ, ਆਪਣਾ ਸਮਾਂ ਵਰਤ ਕੇ, ਹਾਂ ਉਹਨਾਂ ਨੂੰ ਕੁਛ ਪੈਸੇ ਓਬਵੀਅਸਲੀ ਡਾਲਰ ਬਣਦੇ ਆ, ਪਰ ਇਹ ਆ ਵੀ ਬਹੁਤਾ ਜਿਹੜਾ ਮੁਨਾਫਾ ਆ ਉਹ ਇਹ ਜਿਹੜੀਆਂ ਕੰਪਨੀਆਂ ਇਸ ਦੇ ਵਿੱਚੋਂ ਲੈ ਜਾਂਦੀਆਂ। ਹੁਣ ਉਹਨਾਂ ਨੇ ਉਹ ਡਰਾਈਵਰ ਤੇ ਉਹ ਗੱਡੀਆਂ ਵੀ ਇੱਕ ਹਿਸਾਬ ਦੇ ਨਾਲ ਲਾਂਭੇ ਕਰਨ ਵਾਲੇ ਪਾਸੇ ਵੱਲ ਨੂੰ ਕਦਮ ਵੱਧ ਚੁੱਕੇ ਆ। ਆਪਾਂ ਵੇਮੋ ਗੱਡੀਆਂ ਦੇਖਦੇ ਹੀ ਆ ਇਸ ਮੌਕੇ ਹਰਵਿੰਦਰ ਵੀ ਉਹ ਹੁਣ ਡਰਾਈਵਰਲੈਸ ਗੱਡੀਆਂ ਜਿਹੜੀਆਂ ਉਹ ਆ ਰਹੀਆਂ। ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਵਿੱਚ ਤਾਂ ਜਿਹੜੀਆਂ AI ਦੇ ਨਾਲ ਚੱਲਣ ਵਾਲੀਆਂ ਗੱਡੀਆਂ ਆ, ਆਟੋਨੋਮਸ ਗੱਡੀਆਂ, ਉਹਨਾਂ ਵਿੱਚ ਤਾਂ ਸਟੀਅਰਿੰਗ ਵੀਲ ਵੀ ਹੈ ਨਹੀਂ ਆ। ਸੋ ਉਹ ਸਾਰੀਆਂ ਚੀਜ਼ਾਂ ਆ ਰਹੀਆਂ। ਸੋ ਤੁਸੀਂ ਵੀ ਕੱਲ ਮੈਨੂੰ ਲੱਗਦਾ ਆਮਾ ਸਾਹਮਣਾ ਹੋ ਗਿਆ ਇਸ ਡੋਰਡੈਸ਼ ਦੇ ਬੋਟ ਦੇ ਨਾਲ, ਰੋਬੋਟ ਦੇ ਨਾਲ। ਦੱਸਿਓ ਕਿਦਾਂ ਦਾ ਐਕਸਪੀਰੀਅੰਸ ਸੀ, ਦੇਖ ਕੇ ਕਿਵੇਂ ਜਿਹੜਾ ਉਹ ਲੱਗਾ। ਦੁਨੀਆ ਦੀ ਸਿਲੀਕਨ ਵੈਲੀ ਦੇ ਵਿੱਚ ਤੁਸੀਂ ਜਿਹੜੇ ਉੱਥੇ ਰਹਿੰਦੇ ਆ, ਸੋ ਇਦਾਂ ਦੀਆਂ ਚੀਜ਼ਾਂ, ਤਕਨੀਕ ਜਿਉਂ-ਜਿਉਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਆ, ਉਸ ਨੂੰ ਅੱਖੀਂ ਡਿੱਠੇ ਹਾਲ ਜਿਹੜਾ ਉਹ ਬਿਆਨ ਕਰਿਓ ਜੀ। ਹਾਂਜੀ, ਵੈਸੇ ਤਾਂ ਰਾਜਕਨ ਫ੍ਰੀਮੌਂਟ ਵਿੱਚ ਹੋਣ ਕਰਕੇ ਵੇਖੀ ਤੇ ਮੈਂ ਕਾਫੀ ਵਾਰ ਆ। ਆਪਾਂ ਪਹਿਲਾਂ ਆਪਣੇ ਟਾਕ ਸ਼ੋਅ ਦੇ ਵਿੱਚ ਜਿਸ ਦਿਨ ਸਿਟੀ ਆਫ ਫ੍ਰੀਮੌਂਟ ਨੇ ਇਹਨੂੰ ਅਪਰੂਵਲ ਦਿੱਤੀ ਸੀ, ਉਦੋਂ ਹੀ ਆਪਾਂ ਆਪਣੇ ਰੇਡੀਓ ਤੇ ਉਸੇ ਵੀਕ ਅਸੀਂ ਆਪਣੇ ਰੇਡੀਓ ਦੇ ਸਰੋਤੇ ਦੇ ਵਿਊਅਰਸ ਦੇ ਲਈ ਇਹ ਇਨਫੋਰਮੇਸ਼ਨ ਲੈ ਕੇ ਆਏ ਸੀ। ਸੋ ਹਾਲ ਦੀ ਘੜੀ ਮੋਟੇ ਤੌਰ ਦੇ ਉੱਤੇ ਸੈਂਟਰਲ ਫ੍ਰੀਮੌਂਟ ਦਾ ਏਰੀਆ ਵਾ, ਜਿਹਦੇ ਵਿੱਚ ਇਹਨੂੰ ਮਨਜ਼ੂਰੀ ਜਿਹੜੀ ਉਹ ਦਿੱਤੀ ਗਈ ਆ, ਜਿਹਦੇ ਵਿੱਚ ਇੱਕ ਉਹਨਾਂ ਨੇ ਛੋਟਾ ਜਿਹਾ ਕੋਰੀਡੋਰ ਟਾਈਪ ਬਣਾਇਆ ਫ੍ਰੀਮੌਂਟ ਬੁਲੇਵਾਰਡ ਤੋਂ ਲੈ ਕੇ ਤੇ ਪਾਸੀਓ ਪਾਦਰੇ ਵਾਲਾ ਏਰੀਆ, ਸਟੀਵਨਸਨ, ਮੌਰੀ ਵਾਲਾ, ਵਾਲਨਟ, ਸਾਰਿਆਂ ਨੂੰ ਪਤਾ ਸੈਂਟਰ ਜਿਹਾ ਏਰੀਆ ਪੈ ਜਾਂਦਾ ਫ੍ਰੀਮੌਂਟ ਦਾ। ਤੇ ਉਹਦੇ ਵਿੱਚ ਇਹਨਾਂ ਫੇਜ਼ 1 ਦੇ ਹਿਸਾਬ ਨਾਲ ਰੋਲ ਆਊਟ ਜਿਹੜਾ, ਹਾਂਜੀ ਫੇਜ਼ 1 ਦੇ ਵਿੱਚ ਇਹਨੂੰ ਰੋਲ ਆਊਟ ਜਿਹੜਾ ਉਹਨਾਂ ਕਰਨਾ ਸ਼ੁਰੂ ਕੀਤਾ। ਸੋ ਉਹਦੇ ਵਿੱਚ ਵੇਖਿਆ ਤਾਂ ਮੈਂ ਕਾਫੀ ਵਾਰ ਇਹਨੂੰ ਚੱਲਦਿਆਂ ਕਾਰ ਦੇ ਉੱਤੇ ਸਾਈਡ ਦੇ ਉੱਪਰ ਹੁੰਦਾ ਵਾ। ਤੇ ਆਪਣੇ ਪਿਛਲਾ ਟਾਕ ਸ਼ੋ ਜਦੋਂ ਕੀਤਾ ਸੀ ਤੇ ਲੋਕੀ ਉਹਦੇ ਵਿੱਚ ਨਾ ਹਾਸੇ ਮਖੌਲ ਦੇ ਵਿੱਚ ਕਮੈਂਟ ਪਾਉਂਦੇ ਸੀ ਵੀ ਲੋਕਾਂ ਨੇ ਤੇ ਇਸ ਨੂੰ ਚੁੱਕ ਕੇ ਲੈ ਜਾਣਾ ਜਿੱਦਾਂ ਰਿਪੋਰਟ ਹੈਗਾ ਵਾ। ਤੇ ਚਲੋ ਹਾਸੇ ਮਖੌਲ ਵਾਲੀਆਂ ਗੱਲਾਂ, ਪਰ ਕਾਫੀ ਭਾਰੀ ਕਾਫੀ ਵੱਡਾ ਜਿਹਾ ਭਾਰਾ ਇੱਕ ਰਿਪੋਰਟ ਹੈਗਾ ਜਿਹੜਾ ਕਿ GPS ਇਨਫਰਾਸਟ੍ਰਕਚਰ ਦੇ ਨਾਲ ਉਹ ਚੱਲਦਾ, ਸੈਂਸਰਾਂ ਦੇ ਨਾਲ ਲੈਸ। ਹਾਂਜੀ ਹਾਲ ਦੀ ਘੜੀ, ਕਿਉਂਕਿ ਜਦੋਂ ਇਦਾਂ ਦੀ ਨਵੀਂ ਟੈਕਨੋਲੋਜੀ ਆਉਂਦੀ ਹੈ, ਆਫ ਕੋਰਸ ਬੈਕਲੈਸ਼ ਹੁੰਦੀ ਹੈ, ਕਿਉਂਕਿ ਇਹਦਾ ਸਿੱਧਾ ਸੰਬੰਧ ਹੁੰਦਾ ਇਹਨੇ ਡਰਾਈਵਰਸ ਨੂੰ ਰਿਪਲੇਸ ਕਰਨਾ। ਹੁਣ ਡੋਰਡੈਸ਼ ਕਿੰਨੇ ਫੈਮਲੀਜ਼ ਦੀ ਜਿਹੜੀ ਉਹਨਾਂ ਦੀ ਜ਼ਿੰਦਗੀ ਤੋਂ ਚਲਾਉਣ ਦਾ ਇੱਕ ਜ਼ਰੀਆ, ਪੈਸੇ ਲੋਕੀ ਕਮਾਉਂਦੇ ਡੋਰਡੈਸ਼ ਤੋਂ। ਤੇ ਜਿੱਦਾਂ ਆਪਾਂ ਪਹਿਲੇ ਸਮੇਂ ਦੇ ਵਿੱਚ ਵੇਖਿਆ ਸੀ ਆਟੋਮੇਟਿਡ ਕਾਰਾਂ ਜਿਹੜੀਆਂ, ਉਹਦੇ ਵਿੱਚ ਵੀ ਉਹਨਾਂ ਨੂੰ ਕਾਫੀ ਪਬਲਿਕ ਬੈਕਲੈਸ਼ ਦਾ ਸਾਹਮਣਾ ਹੋਣਾ ਪਿਆ ਸੀ ਨਾ। ਚਲੋ ਉਸ ਕਾਰਾਂ ਦੇ ਵਿੱਚ ਕੈਮਰੇ ਲੱਗੇ ਹੁੰਦੇ ਆ, ਕੈਮਰੇ ਤਾਂ ਖੈਰ ਇਹਦੇ 'ਚ ਵੀ ਹੈਗੇ ਆ, ਪਰ ਫਿਰ ਵੀ ਲੋਕਾਂ ਨੇ ਕਾਫੀ ਇੱਦਾਂ ਦੀ ਗੱਲਾਂ ਬਾਤਾਂ ਬਾਹਰ ਆਈਆਂ ਸੀ, ਲੋਕਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇੱਦਾਂ ਦੀ ਕੋਈ ਗੱਲਾਂ ਬਾਤਾਂ ਹੋਈਆਂ। ਉਹਨਾਂ ਇਹਦੇ ਵਿੱਚ ਫੇਜ਼ 1 ਦੇ ਇਹਦੇ ਵਿੱਚ ਰੋਲ ਆਊਟ ਦੇ ਵਿੱਚ ਉਹਨਾਂ ਇਹ ਮੇਕ ਸ਼ੋਰ ਕੀਤਾ, ਪਹਿਲੀ ਚੀਜ਼ ਕਿ ਇਹ ਜੇ ਨੇਬਰਹੁੱਡ ਦੀ ਸਟਰੀਟ ਦੇ ਉੱਪਰ ਜਾਏ ਤਾਂ 20 ਮਾਈਲ ਤੋਂ ਉੱਪਰ ਨਾ ਜਾਏ। ਬਾਈਕ ਲੇਨ ਦੇ ਵਿੱਚ ਤਕਰੀਬਨ 16 ਮੀਲ ਇਹਦੀ ਪਰ ਆਵਰ ਦੇ ਹਿਸਾਬ ਦੇ ਨਾਲ ਇਹਦੀ ਹਾਇਰ ਲਿਮਿਟ ਆ, ਤੇ ਸਪੀਡ ਵਾਕ ਦੇ ਉੱਤੇ 5 ਮਾਈਲ ਪਰ ਆਵਰ ਦੇ ਹਿਸਾਬ ਦੇ ਨਾਲ ਇਹਦੀ ਸਪੀਡ ਆ ਚੱਲਣ ਦੀ ਜੀ। ਸੋ ਉਹਦੇ ਵਿੱਚ ਕੱਲ ਇੱਕ ਬਿਲਕੁਲ ਹੀ ਮੈਂ ਜਿੱਦਾਂ ਕਾਰ ਪਾਰਕ ਕੀਤੀ ਤੇ ਮੇਰੇ ਨਾਲ ਹੀ ਆ ਕੇ ਇੱਕ ਰੋਬੋਟ ਪਾਰਕ ਹੋ ਗਿਆ ਕਾਰ ਪਾਰਕਿੰਗ ਦੇ ਵਿੱਚ, ਉਹਨੂੰ ਪਤਾ ਤਾਂ ਹੈ ਹੀ ਸੀ, ਹੈ ਨਾ। ਸੋ ਉਹਦੇ ਵਿੱਚ ਫਿਰ ਆਪਾਂ ਜਿਹੜੀ ਕੁਛ ਵੀਡੀਓਜ਼ ਉਹਦੀਆਂ ਲਈਆਂ, ਜਿਹੜਾ ਬੰਦਾ ਸੀ ਜਿਹੜਾ ਉਹਨੂੰ ਡਰਾਈਵ ਕਰ ਰਿਹਾ ਸੀ, ਕਿਉਂਕਿ ਇੱਕ ਨਾ ਉਹਨਾਂ ਕੋਆਰਡੀਨੇਟਰ ਵੀ ਹੈਗਾ ਹੁੰਦਾ ਵਾ, ਤੇ ਜਿਹੜਾ ਕੋਆਰਡੀਨੇਟਰ ਉਹਦਾ ਹੁੰਦਾ ਉਹ ਪੈਰਲਲੀ ਉਹਦੇ ਚੱਲ ਰਿਹਾ ਹੁੰਦਾ ਵਾ, ਹੈ ਨਾ, ਤੇ ਬਾਈਕ ਦੇ ਉੱਤੇ, ਈ ਬਾਈਕ ਦੇ ਉੱਤੇ। ਸੋ ਫਿਰ ਮੈਨੂੰ ਉਹਦੇ ਨਾਲ ਗੱਲਬਾਤ ਕਰਨ ਦਾ ਰਾਜਕਨ ਮੌਕਾ ਮਿਲਿਆ। ਮੈਂ ਉਹਦੇ ਨਾਲ 2-4 ਮਿੰਟ ਲਾਏ। ਚਲੋ ਉਹ ਵੀ ਡਿਲੀਵਰੀ ਦੀ ਵੇਟ ਕਰਦਾ ਸੀ, ਸੋ ਉਹਨੇ ਵੀ ਚੰਗੀ ਕਿਸਮਤ ਨੂੰ, ਉਹਦੇ ਕੋਲ ਵੀ ਟਾਈਮ ਹੈਗਾ ਸੀ। ਸੋ ਮੈਂ ਉਹਨੂੰ ਪੁੱਛਿਆ, ਪਹਿਲੀ ਗੱਲ ਮੈਂ ਕਿਹਾ ਵੀ ਫ੍ਰੀਮੌਂਟ ਦੇ ਵਿੱਚ ਪਹਿਲਾ ਸਿਟੀ ਹੈ ਮਜ਼ੂਰੀ ਦੇ ਵਿੱਚ, ਕਹਿੰਦੇ ਇੱਕ ਫ੍ਰੀਮੌਂਟ ਆ ਤੇ ਇੱਕ ਐਰੀਜ਼ੋਨਾ ਦੇ ਵਿੱਚ ਵੀ, ਫੀਨਿਕਸ ਸ਼ਾਇਦ ਉਹਨੇ ਸਿਟੀ ਦਾ ਨਾਂ ਲਿਆ ਸੀ, ਤੇ ਉਹਦੇ ਵਿੱਚ ਵੀ ਜਿਹੜਾ ਇਹ ਪੈਰਲਲ ਇਹ ਜਿਹੜੀ ਇਹਦੀ ਐਕਸੀਕਿਊਸ਼ਨ ਚੱਲ ਰਹੀ। ਤੇ ਮੈਨੂੰ ਇਹ ਪੁੱਛਿਆ ਸੀ ਕਿ ਭਾਈ ਕੋਈ ਤੁਹਾਨੂੰ ਮੇਜਰ ਪ੍ਰੋਬਲਮ, ਕਹਿੰਦੇ ਸੌਫਟਵੇਅਰ ਗਲਿਚਸ ਆ ਜਿਨ੍ਹਾਂ ਨੂੰ ਹੱਲ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ, ਪਰ ਉੱਦਾਂ ਤੇ ਕਹਿੰਦੇ ਠੀਕ ਆ, ਹੈ ਨਾ। ਤੇ ਥੋੜਾ ਜਿਹਾ ਚਲੋ ਆਪਣਾ, ਜੇ ਤੁਸੀਂ ਕਿਸੇ ਕੰਪਨੀ ਦੇ ਲਈ ਕੰਮ ਕਰਦੇ ਹੋ ਉਹਨੂੰ ਵਧੀਆ ਤਰੀਕੇ ਦੇ ਨਾਲ ਹੀ ਲੈ ਕੇ ਚੱਲਦੇ ਹੋ, ਦੱਸਦੇ ਹੋ, ਹੈ ਨਾ। ਪਰ ਇੰਟਰਸਟਿੰਗਲੀ ਉਹਦੇ 'ਚ ਗੱਲ ਇਹ ਹੋਈ ਕਿ ਉਹਨੇ ਚਲੋ ਜਦੋਂ ਡਿਲੀਵਰੀ ਉਹਦੇ 'ਚ ਪਾਈ
ਜਿਹੜੇ ਉਹਨਾਂ ਦਾ ਹੈਗਾ ਸੀ ਬਾਕਸ, ਉਹਨੂੰ ਖੋਲਿਆ, ਡਿਲੀਵਰੀ ਉਹਦੇ ਵਿੱਚ ਕੀਤੀ, ਤੇ ਜਿਹੜਾ ਜਿੱਧਰ ਨਹੀਂ ਵੀ ਸੀ ਰਾਹ ਐਕਸਿਟ ਦਾ, ਤੇ ਰੋਬੋਟ ਉੱਧਰ ਨੂੰ ਮੁੜ ਗਿਆ। ਸੋ ਡੈਡ ਐਂਡ ਵੱਲ ਨੂੰ ਰਿਪੋਰਟ ਮੁੜ ਗਿਆ। ਸੋ ਕਹਿੰਦਾ ਸੀ ਦਿਸ ਇਜ਼ ਵਾਟ ਆਈ ਵਾਸ ਟਾਕਿੰਗ ਅਬਾਊਟ। ਸੋ ਕਹਿਣ ਦਾ ਮਤਲਬ ਵੀ ਚਲੋ ਮਾਈਨਰ ਸੌਫਟਵੇਅਰ ਗਲਿਚਸ ਆ, ਤੇ ਉਹ ਓਵਰ ਦਾ ਪੀਰੀਅਡ ਆਫ ਟਾਈਮ ਉਹ ਕਹਿੰਦੇ ਪਏ ਸੀ ਹੱਲ ਹੋ ਜਾਣਾ, ਅੱਗੇ ਨਾਲੋਂ ਕਾਫੀ ਬੈਟਰ ਆ, ਦਿਨ ਦਿਨ ਬੈਟਰ ਹੋ ਰਿਹਾ। ਜਿੱਦਾਂ ਹੁੰਦਾ ਹੀ ਹੈ ਕਿਸੇ ਨਵੀਂ ਸਰਵਿਸ ਨੂੰ, ਜਦੋਂ ਤੁਸੀਂ ਉਹਨੂੰ ਸ਼ੁਰੂ ਕਰਦੇ ਹੋ ਤੇ ਉਹਦੇ ਵਿੱਚ ਕੁਝ ਗਲਿਚਸ ਆਉਂਦੇ ਆ, ਹੌਲੀ ਹੌਲੀ ਉਹ ਓਵਰ ਦਾ ਪੀਰੀਅਡ ਆਫ ਟਾਈਮ ਉਹ ਆਪਟੀਮਾਈਜ਼ ਹੋਈ ਜਾਂਦੀ ਆ। ਸੋ ਇਹਨਾਂ ਨੂੰ ਡਾਟ ਰੋਬੋਟਸ ਕਹਿੰਦੇ ਆ, ਤੇ ਉਹਨਾਂ ਦੀ ਜਿਹੜੀ ਸਰਵਿਸਿਬਿਲਿਟੀ ਆ, ਪਿੱਛੇ ਪਿੱਛੇ ਈ ਬਾਈਕ ਦੇ ਉੱਤੇ ਬੰਦਾ ਜਾਈ ਜਾਂਦਾ ਸੀ, ਤੇ ਉਸ ਤੋਂ ਬਾਅਦ ਜਿਹੜਾ ਰੋਬੋਟ ਆ ਉਹ ਬਾਈਕ ਲੇਨ ਦੇ ਵਿੱਚ ਹੋ ਗਿਆ, ਤੇ ਕਾਫੀ ਸਪੀਡ ਦੇ ਨਾਲ ਜਿਹੜਾ ਉਹ ਲਗਾਤਾਰ ਆਪੇ ਜਾਣਾ ਸ਼ੁਰੂ ਹੋ ਗਿਆ, ਤੇ ਜਿਹੜਾ ਬਾਈਕ ਵਾਲਾ ਉਹਦਾ ਕੋਆਰਡੀਨੇਟਰ ਸੀ ਉਹ ਉਹਦੇ ਪਿੱਛੇ ਪਿੱਛੇ ਤੁਰਿਆ ਗਿਆ। ਅੱਛਾ, ਇੱਥੇ ਹਰਵਿੰਦਰ ਇਹ ਫਿਰ ਦੱਸਿਓ ਵੀ ਮਸਲਾ ਤੇ ਇਹਨਾਂ ਦਾ ਇਹ, ਆਈ ਐਮ ਪ੍ਰੀਟੀ ਸ਼ੋਰ ਵੀ ਇਹ ਜਿਹੜਾ ਕੋਆਰਡੀਨੇਟਰ ਆ ਇਹ ਸ਼ਾਰਟ ਟਰਮ ਪ੍ਰੋਜੈਕਟ ਆ ਇਹਨਾਂ ਦਾ। ਹਾਂਜੀ ਹਾਂਜੀ ਵੀ ਆਬਵੀਅਸਲੀ ਜੇ ਤਾਂ ਜੇ ਆਲ ਦਾ ਟਾਈਮ ਉਹਦੇ ਨਾਲ ਹੋਣਾ, ਇਹਦੇ ਨਾਲੋਂ ਤਾਂ ਬੈਟਰ ਆ ਵੀ ਉਹਨਾਂ ਨੂੰ ਹੀ ਫੜਾ ਦੇਵੇ, ਉਹੀ ਛੱਡ ਕੇ ਜਿਹੜਾ ਉਹ ਆ ਜਾਣ। ਸੋ ਇਹਦੇ ਬਾਰੇ ਕੁਝ ਤੁਸੀਂ ਕੀ ਸੋਚਦੇ ਹੋ, ਜਾਂ ਇਹਦੇ ਬਾਰੇ ਇਸ ਚੀਜ਼ ਬਾਰੇ ਵੀ ਗੱਲਬਾਤ ਕੁਝ ਹੋਈ ਵੀ ਕਿੰਨਾ ਕੁ ਚਿਰ ਤੁਹਾਨੂੰ ਲੱਗਦਾ ਵੀ ਤੁਸੀਂ ਨਾਲ ਨਾਲ ਇਹ ਜਿਹੜੇ ਰੋਬੋਟਸ ਆ ਉਹਨਾਂ ਦੇ ਰਹੋਗੇ? ਰਾਜਗਨ, ਕਿਉਂਕਿ ਮੈਂ ਆਪ ਟੈਕ ਦੇ ਵਿੱਚ ਕੰਮ ਕਰਦਾ ਇੰਡਸਟਰੀ ਦੇ ਵਿੱਚ, ਸੋ ਇਹ ਜਿਹੜੇ EMPLOYEES ਹੁੰਦੇ ਇਹਨਾਂ ਨੂੰ ਬਹੁਤ ਇਨਫੋਰਮੇਸ਼ਨ ਨਹੀਂ ਹੁੰਦੀ ਹੈ ਨਾ, ਜਿੱਦਾਂ ਸਟ੍ਰੈਟੇਜੀਕਲ ਕਨਵਰਸੇਸ਼ਨ ਹੁੰਦੀ ਆ, ਫਿਰ ਮੈਨੂੰ ਨਹੀਂ ਲੱਗਾ ਕਿ ਉਹਦੇ ਨਾਲ ਆਪਾਂ ਨੂੰ ਗੱਲ ਕਰਨ ਦਾ ਫਾਇਦਾ। ਇੰਸਟੈਡ ਇਹਦੇ ਲਈ ਮੈਂ ਤੁਹਾਨੂੰ ਆਪਣੇ ਸਰੋਤੇ ਦੇ ਵਿਊਅਰਸ ਨੂੰ ਕਹੂੰਗਾ ਕਿ ਤੁਸੀਂ ਸਿਟੀ ਆਫ ਫਰੀਮੌਂਟ ਦੇ ਵਿੱਚ ਤੇ ਉੱਚੇ ਜਾ ਕੇ ਤੇ ਡਾਟ ਰੋਬੋਟ ਕਰਕੇ ਸਰਚ ਕਰਿਓ, ਉਹਦੇ ਤੇ ਤੁਹਾਨੂੰ ਜਾਣਕਾਰੀ ਮਿਲ ਜਾਏਗੀ। ਸੋ ਉਹਦੇ ਤੇ ਇਨਫੋਰਮੇਸ਼ਨ ਇਹ ਲਿਖਿਆ ਹੋਇਆ ਕਿ ਜਿਹੜੀ ਡਾਟ ਅਪਰੂਵਲ ਆ, ਇਹਨੂੰ 1 ਸਾਲ ਦੀ ਅਪਰੂਵਲ ਮਾਰਚ 2027 ਤੱਕ ਮਿਲੀ ਹੋਈ ਆ, ਕੰਡੀਸ਼ਨਲ ਅਪਰੂਵਲ ਆ, ਹੈ ਨਾ। ਸੋ ਉਹਦੇ ਵਿੱਚ ਉਹਨਾਂ ਖਾਸ ਤੌਰ ਤੇ ਇਹ ਲਿਖਿਆ ਵੀ ਜਿਹੜਾ ਪਰਮਿਟ ਆ, ਮੈਂ ਉਹਨੂੰ ਰੈਫਰ ਕਰ ਦਿੰਦਾ, ਆਪਾਂ ਹੂਬਹੂ ਪੜ੍ਹ ਦਿੰਦੇ ਆ। ਲਿਖਿਆ the permit can be revoked by city at any time in the events of non-compliance with DoorDash commitments or permit conditions, any safety issues, significant public concern or directions by city manager or council। ਸੋ ਕਹਿੰਦਾ ਮਤਲਬ ਕਿ ਸਭ ਕੁਝ ਹੀ ਸਿਟੀ ਆਫ ਫਰੀਮੌਂਟ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਪਹਿਲੀ ਚੀਜ਼ ਤੇ ਵੀ ਜੇ ਕੋਈ ਪਰਮਿਟ ਕੰਡੀਸ਼ਨਸ ਨੂੰ ਵਾਇਲੇਟ ਕਰਦੇ ਆ, ਨਾਨ ਕੰਪਲਾਇੰਸ ਹੁੰਦੀ ਆ, ਕੋਈ ਸੇਫਟੀ ਇਸ਼ੂ ਹੁੰਦੀ ਆ, ਪਬਲਿਕ ਬੈਕਲੈਸ਼ ਹੁੰਦਾ ਵਾ, ਜਾਂ ਆਪਣੀ ਡਾਇਰੈਕਸ਼ਨ ਦੇ ਉੱਤੇ ਸਿਟੀ ਮੈਨੇਜਰ ਜਾਂ ਸਿਟੀ ਕਾਉਂਸਲ ਕਹੇ ਵੀ ਆਪਾਂ ਨਹੀਂ ਲੈ ਕੇ ਆਉਣਾ। ਸੋ ਕਹਿੰਦਾ ਮਤਲਬ ਵੀ ਜਿਹੜੀ ਸਾਰੀ ਦੀ ਸਾਰੀ ਗੇਮ ਹੈ ਦਿਸ ਪੁਆਇੰਟ ਇਨ ਟਾਈਮ ਉਹ ਸਿਟੀ ਆਫ ਫਰੀਮੌਂਟ ਦੇ ਹੱਥ ਵਿੱਚ ਆ। ਸੋ ਇਹਦੇ ਤੋਂ ਕੁਦਰਤੀ ਤੌਰ ਤੇ ਤੁਸੀਂ ਸਹਿਜ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਡੋਰਡੈਸ਼ ਤੇ ਜਿਹੜੇ ਇਹ ਪਾਇਲਟ ਪ੍ਰੋਜੈਕਟ ਚੱਲ ਰਹੇ ਆ, ਤੁਸੀਂ ਇਹਨੂੰ ਭਾਵੇਂ ਫਰੀਮੌਂਟ ਦੇ ਵਿੱਚ ਲੈ ਲਓ, ਭਾਵੇਂ ਐਰੀਜ਼ੋਨਾ ਵਾਲੇ ਪ੍ਰੋਜੈਕਟ ਲੈ ਲਓ, ਉਹਦੇ ਵਿੱਚ ਉਹ ਰਿਸਕ ਨਹੀਂ ਲੈ ਸਕਦੇ। ਸੋ ਜਿਹੜਾ ਬੰਦਾ ਜਿਹੜਾ ਨਾਲ ਕੋਆਰਡੀਨੇਟਰ ਉਹਦੇ ਨਾਲ ਚੱਲਦਾ ਪਿਆ, ਇਹ ਉਸ ਚੀਜ਼ ਨੂੰ ਲੈ ਕੇ ਕਿ ਜੇ ਮੰਨ ਲਓ ਕੋਈ ਇਦਾਂ ਦਾ ਰਿਸਕ ਹੁੰਦਾ, ਉਹਨੂੰ ਕਿੱਦਾਂ ਤੁਸੀਂ ਮੇਕ ਸ਼ੋਰ ਕਰਨਾ ਕਿ ਇਦਾਂ ਦਾ ਰਿਸਕ ਜਿਹੜਾ ਉਹ ਨਾ ਹੋਏ। ਹੁਣ ਇਹਦੇ ਤੋਂ 1 ਸਾਲ ਦੇ ਉੱਤੇ ਜਦੋਂ ਸਿਟੀ ਦੇ ਵਿੱਚ ਫਿਰਨਗੇ, ਇਦਾਂ ਸਾਰੇ ਯੂਜ਼ ਕੇਸ ਜਿਹੜੇ ਉਹ ਡਿਵੈਲਪ ਕਰਨਗੇ, ਡੇਟਾ ਜਿਹੜਾ ਉਹਨਾਂ ਦੇ ਕੋਲ ਇਕੱਠਾ ਹੋਊਗਾ, ਤੇ ਉਹਦੇ ਬੇਸ ਦੇ ਉੱਤੇ ਹੌਲੀ ਹੌਲੀ ਜਿਹੜੀ ਇਹਦੀ ਐਕਸਪੈਂਸ਼ਨ ਹੋਊਗੀ। ਸੋ ਨੈਚੁਰਲੀ ਆ ਵੀ ਜਿਹੜਾ ਹੁਣ ਐਟ ਦਿਸ ਪੁਆਇੰਟ ਇਨ ਟਾਈਮ ਆਪਾਂ ਪਿਛਲੇ ਟਾਕ ਸ਼ੋ ਵਿੱਚ ਵੀ ਰਾਜਕਰ ਜੇਤਾ ਉਹ ਤੁਹਾਨੂੰ ਗੱਲ ਕਰਦੇ ਸੀ ਕਿ ਮੱਥੇ ਉੱਤੇ ਕੈਮਰੇ ਲਾ ਕੇ ਤੇ AI ਟ੍ਰੇਨਿੰਗ ਕਰਦੇ ਪਏ ਆ। ਹਾਂਜੀ ਹਾਂਜੀ, ਕਰਨ ਦਾ ਫਾਇਦਾ ਕਿਉਂ ਕਰਦੇ ਪਏ ਆ? ਕਿਉਂਕਿ ਸਾਰੇ ਦੇ ਸਾਰੇ ਯੂਜ਼ ਕੇਸ ਆ, ਕਾਰਨਰ ਕੇਸ ਹੈਗੇ ਆ ਜਿਹੜੇ, ਉਹਨਾਂ ਨੂੰ ਕਵਰ ਕਰਨ ਦੇ ਵਾਸਤੇ। ਸੋ ਕੱਲ ਨੂੰ ਰੋਬੋਟਸ ਨੇ ਉਹ ਕੰਮ ਕਰਨੇ, ਰੋਬੋਟਸ ਦੀ ਟ੍ਰੇਨਿੰਗ ਹੋ ਰਹੀ ਆ। ਸੋ ਇਹ ਜਿਹੜੀ ਗੱਲਬਾਤ ਹੈ ਨਾ, ਇਹਨੂੰ ਆਪਾਂ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ। ਗੱਲ ਅਗੇਨ ਮੈਂ ਬਾਰ-ਬਾਰ, ਇਹ ਤਾਂ ਹੁਣ ਬ੍ਰੋਕਨ ਰੈਕਡ ਹੀ ਹੋ ਗਈ, ਪਰ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਵੀ ਗੱਲ ਇਹ ਨਹੀਂ ਹੁੰਦੀ ਵੀ ਸਾਰੇ ਜਿਹੜੇ ਸਭ ਕੁਝ ਹੀ ਆਟੋਮੇਸ਼ਨ ਹੋ ਜਾਣੀ ਹੈ, ਸਾਰੇ ਜਿਹੜੇ ਟਰੱਕਿੰਗ ਉਹ ਆਟੋਮੇਸ਼ਨ ਹੋ ਜਾਣੀ ਹੈ, ਡੋਰਡੈਸ਼ ਆਟੋਮੇਸ਼ਨ 100% ਹੋ ਜਾਣੀ ਆ। ਪਰ ਗੱਲ ਇਹ ਹੈ ਕਿ ਜੇ 5-10% ਵੀ ਜਿਹੜੀ ਇਹਦੀ ਆਟੋਮੇਸ਼ਨ ਹੋ ਗਈ, 5-10% ਵੀ ਜਿਹੜੇ ਲੇਬਰ ਮਾਰਕੀਟ ਦੇ ਵਿੱਚੋਂ ਜਦੋਂ ਬੰਦੇ ਬਾਹਰ ਆ ਜਾਂਦੇ ਆ, ਤੇ ਉਹਦਾ ਜਿਹੜਾ ਇੰਪੈਕਟ ਆ ਉਹ ਬਾਕੀਆਂ ਦੀ ਵੇਜਸ ਦੇ ਉੱਤੇ ਪੈਂਦਾ ਹੀ ਪੈਂਦਾ। ਇਹਦੀ ਮੈਂ ਇੱਕ ਵੱਡੀ ਐਗਜ਼ਾਮਪਲ ਇਹ ਦਿੰਦਾ ਕਿ ਜਦੋਂ ਨਵੇਂ ਲੋਕ ਯੂਬਰ ਚਲਾਉਣਾ ਸ਼ੁਰੂ ਕੀਤੀ ਸੀ ਨਾ, 10 ਸਾਲ ਪਹਿਲਾਂ, 15 ਸਾਲ ਪਹਿਲਾਂ ਜਦੋਂ ਯੂਬਰ ਆਈ ਸੀ, ਤੇ ਉਦੋਂ ਵੱਡੇ ਜਿਹੜੇ ਗੱਫੇ ਸੀ ਉਹ ਡਰਾਈਵਰਸ ਨੂੰ ਮਿਲਦੇ ਹੁੰਦੇ ਸੀ। ਤਾਂ ਹੁਣ ਜਦੋਂ ਅਨਪਲਾਇਮੈਂਟ ਹੁੰਦੀ ਆ, ਤੇ ਇਦਾਂ ਹੀ ਵੇਜਸ, ਡਿਮਾਂਡ ਐਂਡ ਸਪਲਾਈ ਦੀ ਮਾਰਕੀਟ ਆ, ਹੈ ਨਾ, ਕੈਪੀਟਲਿਸਟ ਸੋਸਾਇਟੀ ਦੇ ਵਿੱਚ ਰਹਿੰਦੇ ਆ। ਤੇ ਜਦੋਂ ਡਿਮਾਂਡ ਵੱਧ ਜਾਂਦੀ ਆ, ਡਰਾਈਵਰਸ ਦੀ ਰਿਸੈਸ਼ਨ ਦਾ ਟਾਈਮ ਆ ਜਾਂਦਾ, ਤੇ ਜਿਹੜੇ ਕੰਪਨੀਜ਼ ਆ ਉਹਨਾਂ ਦੇ ਜਿਹੜੇ ਰੇਟਸ ਆ ਉਹ ਘਟ ਜਾਂਦੇ ਆ, ਕਿਉਂਕਿ ਬਹੁਤ ਜ਼ਿਆਦਾ ਡਰਾਈਵਰ ਜਿਹੜੇ ਆ ਮਾਰਕੀਟ ਦੇ ਵਿੱਚ ਆ ਜਾਂਦੇ ਆ ਉਬਰ ਚਲਾਉਣ ਨੂੰ, ਜਾਂ ਲਿਫਟ ਚਲਾਉਣ ਨੂੰ, ਜਾਂ ਇਦਾਂ ਦੀ ਹੋਰ ਸਰਵਿਸਿਜ਼ ਨੂੰ ਚਲਾਉਣ ਦੇ ਵਾਸਤੇ। ਤੇ ਫਿਰ ਜਦੋਂ ਡਰਾਈਵਰਸ ਘਟ ਜਾਂਦੇ ਆ, ਤੇ ਫਿਰ ਜਿਹੜੇ ਇਨਸੈਂਟਿਵਸ ਆ ਉਹ ਇਸੇ ਤਰੀਕੇ ਨਾਲ ਵੱਧ ਜਾਂਦੇ ਆ। ਸੋ ਇਹ ਕੁਛ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਸਾਡੇ ਸਾਹਮਣੇ ਥਿੰਗਸ ਇਨ ਮੇਕਿੰਗ ਆ। ਤੇ ਪਰ ਇਹਦੇ ਤੋਂ ਇੱਕ ਕਾਈਂਡ ਆਫ ਵੇਕ ਅਪ ਕਾਲ ਵੀ ਆ, ਜਿਹੜੀ ਆਪਾਂ ਪਿਛਲੇ ਤਕਰੀਬਨ 3 ਸਾਲਾਂ ਤੋਂ ਦੇ ਰਹੇ ਹਾਂ। ਭਾਈ ਵੀ ਕੰਮ ਉਹ ਦੇਖੀਏ ਆਪਾਂ ਸਾਰੇ ਜਾਣੇ ਰਲ ਮਿਲ ਕੇ, ਕਿ ਜਿਹੜਾ ਜ਼ਿਆਦਾ ਸਟ੍ਰੈਟੇਜਿਕ ਹੋਏ, ਰਿਡੰਡੈਂਟ ਨਾ ਹੋਵੇ, ਜਿਹਦੇ ਵਿੱਚ ਹਿਊਮਨ ਇੰਟਰੈਕਸ਼ਨ ਜ਼ਿਆਦਾ ਹੋਵੇ, ਜਿਹੜਾ
ਥਿੰਕਿੰਗ ਆਊਟ ਆਫ ਦ ਬਾਕਸ ਇਦਾਂ ਦੇ ਕੰਮ ਹੋਣ ਜਿਹੜੇ ਕਿ ਈਜ਼ੀਲੀ ਆਟੋਮੇਟ ਨਾ ਹੋ ਸਕਣ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਐਗਜ਼ਾਮਪਲ ਹੈ ਨਾ ਸਾਹਮਣੇ ਦੇਖ ਹੀ ਰਹੇ ਹੋ, ਤੇ ਰੀਅਲ ਐਗਜ਼ਾਮਪਲ ਹੀ ਆ ਕਿ ਜਿਹੜੀ ਫੂਡ ਦੀ ਡਿਲੀਵਰੀ ਆ, ਡੋਰਡੈਸ਼ ਦਾ ਕੰਮ ਆ, ਉਹ ਆਟੋਮੇਟ ਹੋਣ ਜਾ ਰਿਹਾ। ਆਫ ਕੋਰਸ ਵੈਰੀ ਅਰਲੀ ਫੇਜ਼ਸ ਐਟ ਦਿਸ ਪੁਆਇੰਟ ਇਨ ਟਾਈਮ, ਪਰ ਓਵਰ ਦ ਫਿਊਚਰ ਆਫ ਟਾਈਮ ਇਹ ਸਾਡੇ ਸਾਹਮਣੇ ਹੋਏਗਾ। ਹੁਣ ਟਾਈਮਿੰਗ ਜਿਹੜੀ ਇਹਦੀ ਕੀ ਆ, ਉਹ ਤਾਂ ਇਹਨਾਂ ਦੇ ਡੇਟਾ ਉੱਤੇ ਡਿਪੈਂਡ ਕਰਦੀ ਆ। ਇਹਨਾਂ ਦੀ ਐਕਸਪੈਂਸ਼ਨ ਇਹ ਕਿਹੜੇ ਸਕਸੈਸਫੁਲ ਤਰੀਕੇ ਦੇ ਨਾਲ ਕਿੰਨੀ ਛੇਤੀ ਹੁੰਦੇ ਆ, ਤੇ ਇਹਨਾਂ ਦੇ ਐਕਸਪੈਂਸ਼ਨ ਦੇ ਨਾਲ ਇਹਨਾਂ ਦੇ ਬਜਟਸ ਕੀ ਆ, ਉਹਦੇ ਉੱਤੇ ਦੇ ਜਿਹੜੇ ਬਹੁਤ ਜ਼ਿਆਦਾ ਡਿਪੈਂਡ ਕਰੇਗੀ। ਪਰ ਦੇਖੋ ਕੁਛ ਚੀਜ਼ਾਂ ਜਿਹੜੀ ਸਾਡੇ ਸਾਹਮਣੇ ਆ, ਟੈਸਟ ਕੇਸਿਸ, ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਨਹੀਂ ਬਿਲਕੁਲ ਦੇਖਦੇ ਦੇਖਦੇ ਦੁਨੀਆ ਜਿਹੜੀ ਉਹ ਬਦਲ ਰਹੀ ਹੈਗੀ ਆਪਣੀਆਂ ਅੱਖਾਂ ਦੇ ਸਾਹਮਣੇ। ਹਮੇਸ਼ਾ ਇਦਾਂ ਹੀ ਹੁੰਦਾ, ਦੁਨੀਆ ਇਸੇ ਤਰੀਕੇ ਦੇ ਨਾਲ ਬਦਲਾਵ ਦੇ ਵਿੱਚੋਂ ਲੰਘਦੀ ਹੁੰਦੀ ਹੈ। ਸਵਾਲ ਤਾਂ ਉਹੀ ਹਮੇਸ਼ਾ ਰਵਿੰਦਰ ਰਹਿੰਦਾ ਹੈ ਵੀ ਆਪਾਂ ਕੀ ਕਰ ਰਹੇ ਹੁੰਦੇ ਹਾਂ ਉਦੋਂ, ਉਸ ਵਕਤ ਦੇ ਉੱਤੇ, ਵੀ ਆਪਾਂ ਇੰਤਜ਼ਾਰ ਕਰ ਰਹੇ ਹਾਂ ਵੀ ਉਹ ਸਾਨੂੰ ਬਦਲੇ, ਜਾਂ ਉਸ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਉਸ ਚੀਜ਼ ਦੇ ਮੁਤਾਬਕ ਜਿਹੜਾ ਉਹ ਢਾਲ ਲਈਏ, ਨਹੀਂ ਤਾਂ ਫਿਰ ਬੰਦਾ ਪਿੱਛੇ ਜਿਹੜਾ ਉਹ ਰਹਿ ਜਾਂਦਾ। ਅੱਛਾ, ਇੱਕ ਚੀਜ਼ ਇਹਦੇ ਮੈਂ ਹੋਰ ਐਡ ਕਰ ਦੇਵਾਂ ਕਿ ਉਹ ਚੀਜ਼ ਮੈਨੂੰ ਨਵੀਂ ਪਤਾ ਲੱਗੀ ਸੀ, ਬਾਅਦ ਵਿੱਚ ਮੈਂ ਉਹਦੇ ਸਿਟੀ ਦੀ ਵੈਬਸਾਈਟ ਤੋਂ ਵੀ ਡਿਟੇਲ ਦੇ ਵਿੱਚ ਪੜ੍ਹਿਆ ਸੀ। ਜਦੋਂ ਮੈਂ ਉਹਨੂੰ ਸਵਾਲ ਪੁੱਛਿਆ ਵੀ ਆਪਣੇ ਐਰੀਜ਼ੋਨਾ ਤੇ ਫ੍ਰੀਮੌਂਟ ਕਿਉਂ, ਬਾਏ ਦੀ ਸਿਟੀਜ਼ ਹੈ ਨਾ, ਇਹ ਕਿਉਂ ਗੱਲਾਂ, ਤੇ ਉਹਨੇ ਮੇਰੀ ਇੰਟਰਸਟਿੰਗ ਦੀ ਗੱਲ ਦੱਸੀ ਕਿ ਇਹ ਜਿਹੜਾ ਤੁਸੀਂ ਰਿਪੋਰਟ ਦੇਖ ਰਹੇ ਹੋ, ਇਹ ਹੋਮ ਗਰੋਨ ਪ੍ਰੋਡਕਟ ਆ। ਸੋ ਲਾਈਕ ਕਿਹੜੇ ਪ੍ਰੋਡਕਟ ਆ? ਹੋਮ ਗਰੋਨ, ਬੇਸਿਕਲੀ ਹੋਇਆ। ਸੋ ਬੇਸਿਕਲੀ ਡੋਰਡੈਸ਼ ਲੈਬਸ ਦੀ ਕੋਲੈਬੋਰੇਸ਼ਨ ਹੈਗੀ ਆ, ਉਹਦੀ ਕੰਪਨੀ ਦੀ ਆਪਣੀ ਆਟੋਮੇਸ਼ਨ ਤੇ ਰੋਬੋਟਿਕਸ ਦੀ ਆਰਮ ਆ, ਤੇ ਜਿਹਦਾ ਕਿ ਲੋਕਲ ਮੈਨੂਫੈਕਚਰਰ ਆ, ਜਿਹਦਾ ਨਾਂ ਸੋਨਿਕ ਮੈਨੂਫੈਕਚਰਿੰਗ ਆ। ਸੋ ਕਹਿਣ ਦਾ ਮਤਲਬ ਕਿ ਇਹ ਉਹਦੇ ਕਰਕੇ ਸਿਟੀ ਆਫ ਫ੍ਰੀਮੌਂਟ ਨੇ, ਕਿਉਂਕਿ ਲੋਕਲ ਪ੍ਰੋਡਕਟ ਹੋਣ ਕਰਕੇ, ਉਹਨਾਂ ਕਿਹਾ ਵੀ ਠੀਕ ਆ ਭਾਈ, ਤੁਸੀਂ ਸਾਡਾ ਆਪਣਾ ਪ੍ਰੋਡਕਟ ਫ੍ਰੀਮੌਂਟ ਨੂੰ ਐਜ਼ ਅ ਟੈਸਟ ਬੈਡ ਤੁਸੀਂ ਯੂਜ਼ ਕਰ ਸਕਦੇ ਹੋ। ਹੁਣ ਤਾਂ ਇਹ ਤਾਂ ਬੋਰਡਸ ਆ ਨਾ, ਅਗਲੇ ਦਾ ਡੋਰਡੈਸ਼ ਏਅਰ ਆ ਰਹੀ ਆ, FAA ਦਾ ਲਾਇਸੈਂਸ ਮਿਲ ਚੁੱਕਾ ਇਹਨਾਂ ਨੂੰ, ਤੇ ਉਹ ਵੀ ਹੁਣ ਸਰਟੀਫਾਈਡ ਏਅਰ ਕੈਰੀਅਰ ਆਥੋਰਾਈਜ਼ਡ ਬਣ ਚੁੱਕੇ ਆ ਡੋਰਡੈਸ਼ ਵਾਲੇ। ਹੁਣ ਉੱਤੋਂ ਹੀ ਪੀਜ਼ਾ ਡਿੱਗਿਆ ਕਰਨਾ ਹੈ ਸਿੱਧਾ ਤੁਹਾਡੇ ਹੱਥ ਦੇ ਵਿੱਚ, ਕੈਚ ਕਰਿਆ ਕਰਨਾ ਹੈ ਤੁਸੀਂ, ਤੇ ਨਾਲ ਹੀ ਖਾ ਲਿਆ ਕਰਨਾ। ਪਿੱਛੇ ਜੇ ਕਿਉਂਕਿ ਐਮਾਜ਼ਨ ਨੇ ਵੀ ਇਸ ਚੀਜ਼ ਨੂੰ ਲੈ ਕੇ ਆਏ ਨਾ ਸਾਹਮਣੇ ਕਿ ਅਸੀਂ 4 ਆਵਰ ਡਿਲੀਵਰੀ ਵਿੰਡੋ ਦੇ ਵਿੱਚ, ਜਾਂ 2 ਆਵਰ ਡਿਲੀਵਰੀ ਵਿੰਡੋ, ਪ੍ਰਾਈਮ ਏਅਰ ਸਮ ਕੇਸਿਸ ਸਾਡਾ ਜਿਹੜਾ ਟਾਰਗੇਟ ਹੈਗਾ 30 ਮਿੰਟ ਡਿਲੀਵਰੀ ਵਿੰਡੋ ਵੀ ਹੈ, ਤੇ ਉਹਦੇ ਵਿੱਚ ਫਿਰ ਇਹ ਆ ਕਿ ਉਹ ਕਨਵੀਨੀਅੰਸ, ਇਕਨੋਮੀ ਆਫ ਕਨਵੀਨੀਅੰਸ ਵੀ ਹੈ ਨਾ ਉਹਦੇ ਵਿੱਚ, ਕਿ ਉਹਨਾਂ ਨੂੰ ਇਹਨੂੰ ਤੁਸੀਂ ਕਿੱਦਾਂ ਫਾਈਟ ਕਰ ਲੋਗੇ ਇਕਨੋਮੀ ਆਫ ਕਨਵੀਨੀਅੰਸ। ਚਲੋ ਆਬਵੀਅਸਲੀ ਇਹ ਤਾਂ ਨਹੀਂ ਆ ਵੀ ਸਾਰੀਆਂ ਚੀਜ਼ਾਂ ਹੀ ਏਅਰ ਡਿਲੀਵਰੀ ਨਾਲ ਹੋਣਗੀਆਂ, ਜਾਂ ਸਾਰੀਆਂ ਚੀਜ਼ਾਂ ਹੀ ਇਹਦੇ ਨਾਲ ਹੋਣਗੀਆਂ, ਪਰ ਡਿਸਰਪਸ਼ਨ ਜਿਹੜੀ ਉਹ ਵੱਡੀ ਹੁੰਦੀ ਆ। ਲੰਮਾ ਸਮਾਂ ਕਿੰਨਾ ਕੁ ਟਿਕ ਕੇ ਚੱਲਦਾ ਆ, ਉਹ ਤੇ ਇਹਦੇ ਵਿੱਚ ਆਬਵੀਅਸਲੀ ਫਰਕ ਹੁੰਦਾ ਆ ਰਿਐਲਿਟੀ ਦੇ ਵਿੱਚ, ਤੇ ਉਹ ਸਮਾਂ ਪਾ ਕੇ ਉਹ ਚੀਜ਼ਾਂ ਜਿਹੜੀਆਂ ਸਟੇਬਲ ਹੋ ਜਾਂਦੀਆਂ ਹੁੰਦੀਆਂ, ਕਿਹੜੀ ਚੀਜ਼ ਚੇਂਜ ਹੋਣੀ ਹੈ, ਕਿਹੜੀ ਚੀਜ਼ ਕਿਸ ਤਰੀਕੇ ਦੇ ਨਾਲ ਹੁੰਦੀ ਆ। ਅੱਛਾ, ਮੈਂ ਜਿਹੜੀ ਨਾਲ ਇਹ ਗੱਲ ਕਰਨਾ ਚਾਹ ਰਿਹਾ ਸੀਗਾ ਵੀ ਰੀਸੈਂਟਲੀ ਆਪਾਂ ਦੇਖ ਰਹੇ ਹਾਂ ਵੀ ਜਿੰਨੇ ਵੀ ਇਹ ਜਿਹੜੇ ਟੈਕ ਓਲੀਗਾਰਕ ਹੈਗੇ ਆ, ਬਰੋਲੀਗਾਰਕ ਨੇ, ਇਹਨਾਂ ਨੇ ਹੁਣ ਇੱਕ ਨਵੀਂ ਚੀਜ਼ ਜਿਹੜੀ ਉਹ ਕਹਿਣੀ ਲਗਾਤਾਰ ਸ਼ੁਰੂ ਕਰ ਰਹੇ, ਸਾਰੇ ਬੜੇ ਕੋਆਰਡੀਨੇਟਡ ਤਰੀਕੇ ਦੇ ਨਾਲ ਜਿਹੜੇ ਉਹ ਚੱਲ ਰਹੇ ਆ, ਕਹਿ ਰਹੇ ਆ ਕਿਸੇ ਨੂੰ ਕੰਮ ਦੀ ਲੋੜ ਨਹੀਂ ਪੈਣੀ, ਕਿਸੇ ਨੂੰ ਚੀਜ਼ਾਂ ਬਹੁਤ ਸਸਤੀਆਂ ਹੋ ਜਾਣੀਆਂ, ਤੁਹਾਨੂੰ ਯੂਨੀਵਰਸਲ ਪੇ ਮਿਲੂਗੀ, ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਕਹਿ ਰਹੇ ਆ। ਅਸੀਂ ਤਾਂ ਸੁਸਾਇਟੀ ਦੇ ਭਲਾਈ ਦੇ ਲਈ ਸੁਪਰ ਇੰਟੈਲੀਜੈਂਸ AI ਜਿਹੜੀ ਉਹ ਕ੍ਰੀਏਟ ਕਰ ਰਹੇ ਆ। ਇਹ ਬੜਾ ਕੋਆਰਡੀਨੇਟਡ ਐਫਰਟ ਹਰਵਿੰਦਰ ਜਿਹੜਾ ਉਹ ਨਜ਼ਰ ਆ ਰਿਹਾ, ਇਹ ਕਿੱਦਾਂ ਜਿਹੜਾ ਉਹ ਦੇਖਣਾ ਚਾਹੀਦਾ, ਕਿਵੇਂ ਸਮਝਣਾ ਚਾਹੀਦਾ ਇਹ ਸਾਰੀ ਚੀਜ਼? ਬਿਲਕੁਲ ਠੀਕ ਗੱਲ ਆ। ਇਹ ਨਾ ਟੋਨ ਥੋੜੀ ਜਿਹੀ ਮਾਈਲਡ ਵੀ ਹੋਈ ਆ ਪਿੱਛੇ, ਜੇ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਤੱਕ ਦੀ ਜਿਹੜੀ ਇਵਨ ਆਹ ਸਾਲ ਦੇ ਸ਼ੁਰੂ ਤੱਕ ਜਿਹੜੀ ਟੋਨ ਰਹੀ ਹੈ ਐਗਜ਼ੈਕਟਿਵ ਦੀ, ਉਹਨਾਂ ਦੀ ਇਹ ਰਹੀ ਆ ਕਿ ਦੇਖੋ ਇਹਨੇ ਬੰਦੇ ਬੜੇ ਵਿਹਲੇ ਕਰਦੇ ਨੇ, ਹੈ ਨਾ। ਤੇ ਜਦੋਂ ਬੰਦੇ ਵਿਹਲੇ ਕਰਨ ਵਾਲੀ ਗੱਲ ਹੈ, ਕਿ ਉਹਦੇ ਵਾਸਤੇ ਫਿਰ ਜਿਹੜੇ ਦੇਖੋ ਜਿਹੜੀ ਪੋਲੀਟਿਕਸ ਹੁੰਦੀ ਨਾ, ਆਪਾਂ ਆਪਣੇ ਓਪੀਨੀਅਨ ਨਹੀਂ ਨਾ ਆਪਾਂ ਸ਼ੇਅਰ ਕਰਦੇ ਇੱਥੇ 100%, ਤੇ ਆਪਾਂ ਨਹੀਂ ਕਹਿੰਦੇ ਵੀ ਸਾਨੂੰ ਪਤਾ ਸਭ ਕੁਝ, ਪਰ ਇੱਥੇ ਓਪੀਨੀਅਨ ਸ਼ੇਅਰ ਕਰਨ ਵਾਲੀ ਗੱਲ ਰਾਜਕਾਰਨ ਆਪਾਂ ਕਰਦੇ ਹਾਂ। ਉਹ ਇਹ ਆ ਕਿ ਜਦੋਂ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਰਹਿੰਦੇ ਹੋ, ਤੁਸੀਂ ਉਸ ਸੁਸਾਇਟੀ 'ਚ ਰਹਿ ਕੇ ਜਦੋਂ ਤੁਸੀਂ ਬਿਜ਼ਨਸ ਕਰਨਾ, ਤੇ ਉਹਦੇ ਲਈ ਤੁਹਾਨੂੰ 2 ਚੀਜ਼ਾਂ ਬਹੁਤ ਚਾਹੀਦੀਆਂ ਹੁੰਦੀਆਂ, ਹੈ ਨਾ, ਕਿਸੇ ਵੀ ਬਿਜ਼ਨਸ ਨੂੰ। ਇੱਕ ਹੁੰਦੀ ਆ ਕੋਲੈਬੋਰੇਸ਼ਨ ਵਿਦ ਪੋਲੀਟੀਕਲ ਇਨਫਰਾਸਟ੍ਰਕਚਰ, ਠੀਕ ਆ, ਵੀ ਪੋਲੀਟੀਕਲ ਜਿਹੜੀ ਹਵਾ ਤੁਹਾਡੇ ਰੁੱਖ 'ਚ ਆ ਕਿ ਨਹੀਂ ਆ, ਤੁਹਾਡੇ ਹੱਕ ਦੇ ਵਿੱਚ ਉਹ ਚੀਜ਼ਾਂ ਬਣਾਉਣਗੇ ਜਾਂ ਨਹੀਂ ਬਣਾਉਣਗੇ,
ਜੋ ਵੀ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ, ਕਾਨੂੰਨ ਹੂੰ ਕਹਿ ਲਓ। ਤੇ ਦੂਸਰੀ ਚੀਜ਼ ਇਹ ਹੁੰਦੀ ਕਿ ਜਿਹੜੀ ਸੁਸਾਇਟੀ ਵਿੱਚ ਤੁਸੀਂ ਰਹਿ ਰਹੇ ਹੋ, ਬਿਜ਼ਨਸ ਕਰਨਾ, ਉੱਥੇ ਥੋੜੀ ਜਿਹੀ ਸ਼ਾਂਤੀ ਰਹੇ, ਵੀ ਤੁਹਾਡਾ ਵਿਰੋਧ ਨਾ ਹੋਵੇ। ਹਾਂ ਇਨ ਜਨਰਲ ਵੀ ਸ਼ਾਂਤੀ ਰਹੇ। ਹੂੰ ਉੱਥੇ ਬਿਜ਼ਨਸ ਸੁਸਾਇਟੀ ਕਰਨਾ ਠੀਕ ਸੌਖਾ ਰਵੇ। ਹੁੰਦਾ ਜਿੱਥੇ ਸ਼ਾਂਤੀ ਹੋਵੇ। ਤੇ ਜਿੱਥੇ ਇਨ ਦ ਮਿਡਲ ਆਫ ਵਾਰ ਬਿਜ਼ਨਸ ਕਰਨਾ ਬਹੁਤ ਔਖਾ ਹੁੰਦਾ, ਜਾਂ ਕਿਸੇ ਅਪਰਾਈਜ਼ਿੰਗ ਹੋ ਰਹੀ ਹੋਵੇ, ਉੱਥੇ ਤੁਹਾਨੂੰ ਹੂੰ ਪਤਾ ਕਿ ਬਿਜ਼ਨਸ ਇਸ ਲਈ ਉਹ ਕੰਡੀਸ਼ਨਸ ਨਹੀਂ ਠੀਕ ਹੁੰਦੀਆਂ। ਹੂੰ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਕਨਵਰਸੇਸ਼ਨ ਆ ਰਹੀ ਸੀ ਸਾਹਮਣੇ, ਉਹ ਵੀ ਬੜੀ ਕੋਆਰਡੀਨੇਟਡ ਹੀ ਸੀ ਕਿ ਇਹਨੇ ਬੰਦੇ ਬਹੁਤ ਵਿਹਲੇ ਕਰ ਦੇਣੇ ਆ, ਹੂੰ ਆਪਾਂ ਬਹੁਤ ਲਾਸ ਹੋ ਜਾਣੀਆਂ, ਵੀ ਆਰ ਫਿਊ ਇਅਰਸ ਅਵੇ ਫਰੋਮ ਐਪੋਕਲਿਪਸ, ਜੋ ਵੀ ਹੈ ਜੌਬ ਐਪੋਕਲਿਪਸ ਦੀ ਗੱਲਬਾਤ ਚੱਲਦੀ ਹੂੰ ਰਹੀ ਸੀ, ਹੂੰ ਹੂੰ ਜਿਹੜੀ ਕਿ ਰਾਜਕਰਨ ਸਾਨੂੰ ਪਤਾ ਕਿ ਉਹ ਗੱਲ ਸਹੀ ਆ। ਹੋ ਸਕਦਾ ਜਿਹੜੇ ਲੈਵਲ ਦੇ ਉੱਤੇ ਜਿਹੜੇ ਅਪ ਕੀਤਾ ਹੋਇਆ ਉਹਨਾਂ, ਉਸ ਲੈਵਲ ਦੇ ਉੱਤੇ ਉਹ ਗੱਲ ਸਹੀ ਨਾ ਹੋਵੇ, ਪਰ ਇਹ ਤਾਂ ਸਾਨੂੰ ਪਤਾ ਹੀ ਹੈ ਨਾ ਵੀ ਮੇਜਰ ਚੇਂਜ ਆ ਰਹੀ ਹੈ, ਸਾਡੇ ਸਾਹਮਣੇ ਹੀ ਆ, ਅਸੀਂ ਉਹ ਚੇਂਜ ਦੇਖ ਰਹੇ ਹਾਂ। ਤੁਸੀਂ ਆਪਾਂ ਰਮਨ ਹੋਣਾ ਨਾਲ ਟਾਕ ਸ਼ੋਅ ਕਰਦੇ ਸੀ, ਤੇ ਉਹਦੇ ਵਿੱਚ ਟਰੱਕਿੰਗ ਟਾਕ ਸ਼ੋਅ ਦੇ ਵਿੱਚ ਮੈਂ ਨੰਬਰ ਸੁਣਦਾ ਸੀ, ਤਕਰੀਬਨ 4.7% ਤੱਕ ਕਹਿੰਦੇ ਆ, 4.5 ਜਾਂ 4.7% ਤੱਕ ਜਿਹੜੀ ਅਨਇੰਪਲੋਇਮੈਂਟ ਹੈ ਇਸ ਟਾਈਮ ਅਮਰੀਕਾ ਦੇ ਵਿੱਚ ਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟ ਆ, ਜਿਹੜੇ ਛੋਟੀਆਂ ਜੌਬਾਂ ਕਰਦੇ ਆ ਨਾ, ਛੋਟੀ ਜੌਬ ਤੇ ਕਹਿਣਾ ਚਲੋ ਰੌਂਗ ਵਰਡ, ਪਰ ਕਹਿਣ ਦਾ ਮਤਲਬ ਕਿ ਐਂਟਰੀ ਲੈਵਲ ਜੌਬਸ ਕਹਿ ਸਕਦੇ ਆਪਾਂ ਐਂਟਰੀ ਲੈਵਲ ਜੌਬਸ ਕਹਿ ਸਕਦੇ ਹਾਂ, ਰਿਟੈਂਡੈਂਟ ਜੌਬਸ ਕਹਿ ਸਕਦੇ, ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਅਮਰੀਕਾ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਨਾ। ਸੋ ਉਹਦਾ ਕੀ ਕਾਰਨ ਆ? ਉਹਦਾ ਕਾਰਨ ਇਹ ਆ ਕਿ ਇਹ ਚੀਜ਼ਾਂ ਅੱਜ ਤੋਂ 20 ਸਾਲ ਬਾਅਦ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੁੰਦਾ ਕਿ ਉਹਨਾਂ ਕੀ ਬੇਸਡ ਔਨ ਦਾ ਡੇਟਾ ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਤੋਂ 20 ਸਾਲ ਬਾਅਦ ਕੀ ਆ ਰਿਹਾ। ਠੀਕ ਆ। ਸੋ ਉਸ ਚੀਜ਼ਾਂ ਨੂੰ ਲੈ ਕੇ ਇਹ ਸਾਰੇ ਜਿਹੜੇ ਕੰਮ ਆ ਹੋ ਰਹੇ ਆ। ਸੋ ਇਹਨਾਂ ਦੀ ਜਿਹੜੀ ਤੁਸੀਂ ਹੁਣ ਗੱਲ ਆਉਂਦੇ ਵੀ ਇਹਨਾਂ ਦੀ ਜਿਹੜੀ ਟੋਨ ਆ ਉਹ ਥੋੜੀ ਜਿਹੀ ਇਹ ਟੋਨ ਡਾਊਨ ਕਿਉਂ ਹੋਏ ਆ? ਸੋ ਮੇਰਾ ਰਾਜਕਰਨ ਓਪੀਨੀਅਨ ਇਹ ਉਸੇ ਚੀਜ਼ਾਂ ਨੂੰ ਲੈ ਕੇ ਕਿ ਜਦੋਂ ਆਪਾਂ ਗੱਲਬਾਤ ਮਾਰਕੀਟ ਦੇ ਵਿੱਚ ਤੁਰਦੀ ਆ ਕਿ ਲੋਕਾਂ ਨੇ ਬਹੁਤ ਵਿਹਲੇ ਹੋ ਜਾਣਾ, ਅਨਇੰਪਲੋਇਮੈਂਟ ਹੋ ਜਾਣੀ, ਤੇ ਦੈਨ ਯੂ ਸੀ ਅ ਰਾਈਜ਼ ਆਫ ਲੈਫਟ ਇਨ ਅਮਰੀਕਾ। ਹੁਣ ਤੁਸੀਂ ਪੋਲਿਟਿਕਸ ਦੇ ਵਿੱਚ ਦੇਖ ਵੀ ਰਹੇ ਹੋ, ਪਰ ਲੈਫਟ ਦੀ ਇੱਕ ਚੀਜ਼ ਹੈਗੀ ਹੈ ਕਿ ਦੇ ਹੈਵ ਆਲਵੇਜ਼ ਬੀਨ ਪ੍ਰੋ ਵਰਕਰਸ, ਯੂਨੀਅਨਸ, ਪ੍ਰੋ ਮਾਸ ਹੈ ਨਾ, ਭਾਵੇਂ ਕਿ ਉਹਨਾਂ ਦੀ ਪਾਲਿਸੀਜ਼ ਦੇ ਨਾਲ ਆਪਾਂ ਐਗਰੀ ਕਰਦੇ ਹੋਈਏ ਨਾ ਕਰਦੇ ਹੋਈਏ, ਦੈਟਸ ਅ ਸੈਪਰੇਟ ਸਟੋਰੀ। ਮੈਂ ਪਰਸਨਲੀ ਐਵੇਂ ਕਰਦਾ ਵੀ ਮੈਂ ਤਾਂ ਐਗਰੀ ਨਹੀਂ ਕਰਦਾ ਉਹਨਾਂ ਦੀ ਪਾਲਿਸੀਜ਼ ਦੇ ਨਾਲ, ਹੈ ਨਾ। ਪਰ ਕਿ ਦ ਰਾਈਜ਼ ਆਫ ਲੈਫਟ ਇੱਦਾਂ ਵੀ ਨਹੀਂ ਹੁੰਦਾ ਵੀ ਯੂ ਨੋ ਬਲੈਕ ਐਂਡ ਵਾਈਟ ਵੀ ਨਹੀਂ ਹੁੰਦਾ, ਕਈ ਜਿਹੜੀਆਂ ਚੀਜ਼ਾਂ ਵਧੀਆ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਲੈ ਕੇ ਚੱਲਦੇ, ਪਰ ਚਲੋ ਉਹ ਇਸ ਹਿਸਾਬ ਦੇ ਨਾਲ ਚੱਲਦੇ। ਦੈਨ ਯੂ ਸੀ ਈਵਨ ਡੈਮੋਕ੍ਰੇਟ ਦੇ ਵਿੱਚ ਰਾਈਜ਼ ਆਫ ਲੈਫਟ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ, ਪ੍ਰੋਗਰੈਸਿਵ ਜਿਹੜਾ ਆ, ਪ੍ਰੋਗਰੈਸਿਵ ਜਿਹਨੂੰ ਕਹਿੰਦੇ ਆ। ਤੇ ਦੂਸਰੀ ਚੀਜ਼ ਇਹਦੇ ਵਿੱਚ ਰਾਜਕਰਨ ਇਹ ਵੀ ਹੈ ਕਿ ਉਹ ਬਹੁਤ ਆ ਰਹੀ ਲੋਕਾਂ ਦੇ ਵਿੱਚ, ਕਿਉਂਕਿ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵੱਧ ਰਿਹਾ, ਤੇ ਪਹਿਲਾਂ ਤਾਂ ਟੈਕਨੋਲੋਜੀ ਦੇ ਬੇਸ ਦੇ ਉੱਤੇ, ਤੇ ਫਿਰ ਟੈਕਨੋਲੋਜੀ ਤੋਂ ਬਾਅਦ ਜਿਹੜੀਆਂ ਹੋਰ ਵੀ ਟਰਮਸ ਆ ਉਹ ਅਸੀਂ ਮਾਰਕੀਟ ਦੇ ਵਿੱਚ ਦੇਖ ਰਹੇ ਹਾਂ, ਜਿਹੜੀ ਆਮ ਤੌਰ ਦੇ ਉੱਤੇ ਯੂਜ਼ ਹੋ ਰਹੀਆਂ ਨੇ। ਈਵਨ ਉਹਦੇ ਵਿੱਚ ਵੀ ਐਕੈਡੇਮੀਆ ਦੇ ਵਿੱਚ ਵੀ ਕਈ ਜਿਹੜੀਆਂ ਟਰਮਸ ਆ, ਹੈ ਨਾ, ਮੈਨੂੰ ਲੱਗਦਾ ਆਪਾਂ ਥੋੜਾ ਹੋਰ ਮੇਬੀ ਅੱਗੇ ਜਾ ਕੇ ਐਕਸਪੈਂਡ ਕਰਾਂਗੇ। ਟੈਕਨੋ ਫਿਊਡਲਿਜ਼ਮ ਦਾ ਕਨਸੈਪਟ ਜਿਹੜਾ ਚੱਲ ਰਿਹਾ ਕਿ ਨਹੀਂ ਭਾਈ ਹੁਣ ਆਪਾਂ ਕੈਪੀਟਲਿਜ਼ਮ ਤੋਂ ਵੀ ਅੱਗੇ ਵਧ ਗਏ ਹਾਂ। ਹੁਣ ਟੈਕਨੋ ਫਿਊਡਲਿਜ਼ਮ, ਹਾਂਜੀ, ਟੈਕਨੋ ਫਿਊਡਲਿਜ਼ਮ ਕੀ ਹੁੰਦਾ ਬੇਸਿਕਲੀ ਕਿ ਪੁਰਾਣੇ ਟਾਈਮ ਦੇ ਵਿੱਚ ਇਹ ਹੁੰਦਾ ਸੀ ਕਿ ਜਿਹਦੇ ਕੋਲ ਸਰਮਾਇਆ ਉਹਦਾ ਹੀ ਸਭ ਕੁਛ ਆ, ਗੱਲਾਂ ਉਹ ਠੀਕ ਆ, ਪਰ ਉਹਦਾ ਨੈਕਸਟ ਸਟੈਪ ਇਹ ਹੋ ਗਿਆ ਕਿ ਸਰਮਾਇਆ ਦੀ ਜਿਹੜੀ ਕੰਸੈਂਟਰੇਸ਼ਨ ਆ ਉਹ ਉਹਨਾਂ ਕੰਪਨੀ ਕੋਲ ਜਾ ਰਹੀਆਂ ਜਿਨ੍ਹਾਂ ਦੇ ਕੋਲ ਡੇਟਾ ਇਨਫਰਾਸਟ੍ਰਕਚਰ। ਸੋ ਇੱਕ ਇਹਦੇ ਬਾਰੇ ਡੈਡੀਕੇਟਿਡ ਬੁੱਕ ਵੀ ਹੈਗੀ ਆ, ਵੈਰੋਫ ਫਕੀਰ ਸੀ, ਉਹਨੇ ਲਿਖਿਆ ਹੋਇਆ ਵੀ ਵਾਟ ਕਿਲਡ ਕੈਪੀਟਲਿਜ਼ਮ ਇਜ਼ ਟੈਕਨੋ ਫਿਊਡਲਿਜ਼ਮ, ਉਹਦੇ ਬਾਰੇ ਆਪਾਂ ਡਿਟੇਲਡ ਗੱਲ ਕਰਾਂਗੇ, ਹੈ ਨਾ। ਸੋ ਕਹਿੰਦਾ ਮਤਲਬ ਵੀ ਪਬਲਿਕ ਵਿੱਚ ਆਮ ਤੌਰ ਦੇ ਉੱਤੇ ਵੀ AI ਨੂੰ ਲੈ ਕੇ ਸੰਦੇਹ ਪੈਣੇ ਸ਼ੁਰੂ ਹੋ ਗਏ ਆ, ਜਾਂ ਕਨਵਰਸੇਸ਼ਨ ਸ਼ੁਰੂ ਹੋ ਗਏ, ਜਿਹਦੇ ਕਰਕੇ ਲੋਕਾਂ ਨੂੰ ਇਹ ਲੱਗਦਾ ਕਿ ਬਿਜ਼ਨਸਿਸ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੀ ਚੱਕ ਥੱਲ ਆ ਉਹਦੇ ਹੋਣ ਦੇ ਚਾਂਸ ਆ। ਸੋ ਰਾਈਜ਼ ਆਫ ਲੈਫਟ, ਇਹ ਚੱਕ ਥੱਲ ਹੋਣ ਦੀ ਜਿਹੜੀ ਉਹਨਾਂ ਨੂੰ ਡਰ ਆ, ਉਹਦੇ ਮੈਨੂੰ ਲੱਗਦਾ ਰਾਜਕਰਨ ਉਹਨੇ ਥੋੜੀ ਜਿਹੀ ਟੋਨ ਨੂੰ ਉਹ ਡਾਊਨ ਕੀਤਾ, ਕਿਉਂਕਿ AI ਦੇ ਉੱਤੇ ਤੇ ਆਪਾਂ ਦੇਖ ਰਹੇ ਇਨਵੈਸਟਮੈਂਟ ਜਿੱਦਾਂ ਪਹਿਲਾਂ ਵਾ ਵੀ ਫੋਲੋ ਦਾ ਮਨੀ, ਉਹ ਤੇ ਉਸ ਹਿਸਾਬ ਦੇ ਨਾਲ ਚੱਲ ਰਹੀ, ਉਹ ਤਾਂ ਚੇਂਜ ਨਹੀਂ ਹੋਇਆ ਜੀ। ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਆ ਤੇ ਪੰਜਾਬੀ ਟੈਕ ਟਾਕ ਜਾਰੀ ਰਹੇਗਾ। ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤਿਓ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਦੇ ਵਿਊਅਰਸ ਦਾ ਫਿਰ ਤੋਂ ਨਿੱਘਾ ਜਿਹਾ ਕਹਿੰਦੇ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੀ ਜੀ ਹਰਵਿੰਦਰ, ਬੜਾ ਇੰਟਰਸਟਿੰਗ ਜਿਹੜੀ ਕਿਤਾਬ ਦਾ ਹਵਾਲਾ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜਾ ਉਹ ਕੀਤਾ ਹੈ, ਟੈਕਨੋ ਫਿਊਡਲਿਜ਼ਮ, ਉਹ ਜਿਨੇ
ਕੈਪੀਟਲਿਜ਼ਮ ਨੂੰ ਮਾਰ ਦਿੱਤਾ। ਸੋ ਉਹਦੇ ਤੇ ਆਪਾਂ ਹੁਣ ਥੋੜੀ ਜਿਹੀ ਹੋਰ ਚਰਚਾ ਅੱਗੇ ਜਿਹੜੀ ਉਹ ਐਕਸਪੈਂਡ ਕਰਦੇ ਹਾਂ, ਕਰਨੀ ਹੈ ਜੀ। ਐਕਸਪੈਂਡ ਕਰਦੇ ਹਾਂ, ਕਿਉਂਕਿ ਬੜਾ ਇੰਪੋਰਟੈਂਟ ਜਿਹਾ ਟੌਪਿਕ ਆ। ਰੀਜ਼ਨ ਇਹ ਆ ਵੀ ਜਿਹੜੀ ਦੁਨੀਆ ਦੇ ਵਿੱਚ ਬਦਲਾਵ ਆ ਰਿਹਾ ਨਾ, ਇਹ ਕਿਤਾਬ ਦੇ ਵਿੱਚ ਜਾਂ ਇਹ ਚੀਜ਼ ਦੇ ਪਿੱਛੇ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਛੁਪੀਆਂ ਹੋਈਆਂ ਆ। ਫਿਊਡਲਿਜ਼ਮ ਜੇ ਆਪਾਂ ਸਮਝਾਉਣਾ ਹੋਵੇ ਲੋਕਾਂ ਨੂੰ ਤਾਂ ਉਹਦਾ ਇਹ ਆ ਵੀ ਇਹ ਬੜਾ ਪੁਰਾਣਾ ਰਾਜਿਆਂ ਵੇਲੇ ਦਾ ਜਿਹੜਾ ਇਹ ਰਜਵਾੜਾ ਸ਼ਾਹੀ ਕਨਸੈਪਟ ਆ, ਕਹਿ ਦਿੰਦੇ। ਰਾਜਾਸ਼ਾਹੀ ਦਾ ਕਨਸੈਪਟ ਆ ਹਮ, ਵੀ ਤੁਹਾਡੀ ਲਾਇਲਟੀ, ਤੁਹਾਡੇ ਤੋਂ ਟੈਕਸ ਲੈਣ ਦੇ ਲਈ, ਤੁਹਾਨੂੰ ਮਿਲਟਰੀ ਸਰਵਿਸ ਦੇਣ ਦੇ ਲਈ ਆਪਾਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਕੁਝ ਦਿੰਦੇ। ਤੁਹਾਨੂੰ ਕਿਸੇ ਨੂੰ ਜ਼ਮੀਨ ਦੇਤੀ, ਕਿਸੇ ਨੂੰ ਸਰਦਾਰੀ ਦੇਤੀ, ਕਿਸੇ ਨੂੰ DC ਬਣਾਤਾ ਜਾਂ ਇਦਾਂ ਦੀਆਂ ਪਰਦਾ ਚੀਜ਼ਾਂ ਦੇ ਜਿਹੜੀ ਦਿੱਤੇ। ਹਾਂ ਹਨਾ ਵੀ ਉਹ ਵੀ ਬੰਦੇ ਨੂੰ ਬੰਦੇ ਦੀ ਲਾਇਲਟੀ ਖਰੀਦਣੀ ਆ ਤੇ ਉਹ ਹਾਂਜੀ ਚੀਜ਼ਾਂ ਜਿਹੜੀਆਂ ਉਹਨੂੰ ਕਹਿਣਾ ਵੀ ਹਾਂ ਤੇ ਉਹਦੇ ਬਦਲੇ ਤੁਹਾਨੂੰ ਆ ਕਰਾਂਗੇ। ਸੋ ਉਹ ਤੇ ਹੋ ਗਿਆ ਫਿਊਡਲਿਜ਼ਮ। ਹੁਣ ਆ ਗਿਆ ਟੈਕਨੋ ਫਿਊਡਲਿਜ਼ਮ। ਇਹ ਨਵੀਂ ਜਿਹੜੀ ਚੀਜ਼ ਹੈ ਉਹਦੇ ਵਿਚਾਲੇ ਆ ਗਿਆ ਸੀ ਕੈਪੀਟਲਿਜ਼ਮ। ਆਖੇ ਜੀ ਸਾਰਾ ਟ੍ਰੇਡ, ਸਾਰੀਆਂ ਚੀਜ਼ਾਂ, ਫੇਅਰ ਮਾਰਕੀਟ ਪ੍ਰੈਕਟਿਸਿਸ, ਇਹ ਉਹ ਸਾਰੀਆਂ ਚੀਜ਼ਾਂ ਆਪਾਂ ਬਹੁਤ ਕੁਝ ਨਾਮ ਜਿਹੜੇ ਆ ਉਹ ਸੁਣੇ ਆ। ਸੋ ਹਰਵਿੰਦਰ, ਜਿਹੜਾ ਯਾਨਿਸ ਆ, ਜਿਹੜਾ ਟੈਕਨੋ ਫਿਊਡਲਿਜ਼ਮ ਆਖਦਾ ਆ ਵੀ ਵਾਟ ਕਿਲਡ ਕੈਪੀਟਲਿਜ਼ਮ, ਇਹਦੇ ਤੇ ਹੁਣ ਜੇ ਆਪਾਂ ਗੱਲ ਕਰੀਏ ਤਾਂ ਇਹ ਕਿਤਾਬ ਵਾਕਿਆ ਹੀ ਪ੍ਰੈਕਟੀਕਲ ਹੈਗੀ ਆ? ਇਹਦੇ ਵਿੱਚ ਕਿੰਨੀ ਕੁ ਸੱਚਾਈ ਤੁਹਾਨੂੰ ਜਿਹੜੀ ਉਹ ਲੱਗਦੀ ਆ ਵੀ ਕੀ ਵਾਕਿਆ ਜਿਹੜੇ ਟੈਕਨੀਕਲ ਓਲੀਗਾਰਕ ਨੇ ਉਹ ਹੁਣ ਆਪਾਂ ਉਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਵੱਧ ਚੁੱਕੇ ਹੈਗੇ? ਰਾਜਕਨ ਦੇਖੋ, ਮੈਂ ਕਿਤੇ ਵਜੋਂ ਇੰਜੀਨੀਅਰ ਆ, ਇੰਜੀਨੀਅਰਿੰਗ ਮੈਨੇਜਮੈਂਟ ਚਲੇ ਗਿਆ, ਪਰ ਕਿਤੇ ਜਿਹੜੀ ਬਾਏ ਐਜੂਕੇਸ਼ਨ ਮੈਂ ਇੰਜੀਨੀਅਰ ਆ। ਤੇ ਇੰਜੀਨੀਅਰਸ ਕੀ ਕਰਦੇ ਆ, ਉਹਨਾਂ ਦੀ ਇੱਕ ਚੀਜ਼ ਹੁੰਦੀ ਆ ਕਿ ਉਹ ਡੇਟਾ ਦੇਖਦੇ ਆ। ਡੇਟਾ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਗੱਲਾਂ ਕਹਿ ਰਿਹਾ ਉਹ ਤਾਂ ਗੱਲਾਂ ਹੈਗੀਆਂ ਠੀਕ, ਕਿਉਂਕਿ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਤੇ ਕੁਝ ਆਪਾਂ ਆਪਣੇ ਟਾਕ ਸ਼ੋ ਵਿੱਚ ਐਕਸਪਲੇਨ ਵੀ ਕਰ ਦਿੰਦੇ ਹਾਂ। ਹੁਣ ਉਹ ਕਿਤਾਬ 100% ਹੈ ਕਿ ਨਹੀਂ, ਠੀਕ ਹੈ ਕਿ ਨਹੀਂ, ਫਿਊਚਰ ਉਹ ਹੈ ਕਿ ਨਹੀਂ, ਇਹਦਾ ਕੰਮ ਅਸੀਂ ਆਡੀਅנס ਦੇ ਉੱਤੇ, ਆਪਣੇ ਵਿਊਅਰਸ ਦੇ ਉੱਤੇ ਛੱਡ ਦਿੰਦੇ ਹਾਂ। ਕਿਉਂਕਿ ਸਾਡਾ ਨਾ ਆਈਡੀਆ ਹੁੰਦਾ ਕਿ ਆਪਾਂ ਨਵੇਂ ਜਿਹੜੇ ਮਾਰਕੀਟ ਦੇ ਵਿੱਚ ਜੋ ਚੀਜ਼ਾਂ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਨਹੀਂ ਸੁਣਦੇ, ਆਪਾਂ ਸਾਰੇ ਜਾਣੇ ਬੜੇ ਬਿਜ਼ੀ ਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ, ਤੇ ਉਹਦਾ ਸਾਡੀ ਕੋਸ਼ਿਸ਼ ਹੁੰਦੀ ਵੀ ਉਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹਦੇ ਬਾਰੇ ਤੁਹਾਨੂੰ ਅਗਾਹ ਕਰੀਏ। ਹੁਣ ਉਹ ਤੋਂ ਕੀ ਅੱਗੇ ਤੁਸੀਂ ਡਿਸੀਜਨ ਲੈਣਾ, ਉਹਨੂੰ ਸੱਚ ਮੰਨਣਾ ਜਾਂ ਫਿਊਚਰ ਵਾਕਈ ਜਿੱਦਾਂ ਉਹ ਕਹਿ ਰਹੇ ਉਦਾਂ ਦਿਖਦਾ ਜਾਂ ਨਹੀਂ ਦਿਖਦਾ, ਉਹਦੇ ਬਾਰੇ ਤੁਸੀਂ ਅੰਦਾਜ਼ੇ ਆਪ ਲਾ ਸਕਦੇ ਹੋ। ਸਾਡਾ ਜਿਹੜਾ ਮੋਟਿਵ ਆ ਉਹ ਜਾਣਕਾਰੀ ਪਹੁੰਚਾਉਣ ਦਾ। ਸੋ ਟੈਕਨੋ ਫਿਊਡਲਿਜ਼ਮ ਦੇ ਉੱਤੇ ਜਿਹੜੀ ਉਹ ਆਈਡੀਆ ਲੈ ਕੇ ਆਉਂਦੇ ਆ ਰਾਜਕਰਨ ਨੂੰ, ਇਹ ਕਹਿੰਦੇ ਆ ਕਿ ਦੇਖੋ ਕੈਪੀਟਲਿਜ਼ਮ ਜਦੋਂ ਓਵਰ ਦਾ ਪੀਰੀਅਡ ਆਫ ਟਾਈਮ, ਖਾਸ ਤੌਰ ਤੇ .com ਤੋਂ ਬਾਅਦ ਹਰ ਇੱਕ ਚੀਜ਼ ਆਪਾਂ ਦੇਖਿਆ ਡਿਜੀਟਲ ਹੋਣੀ ਸ਼ੁਰੂ ਹੋ ਗਈ। ਵੈਸੇ ਤਾਂ ਇੱਕ ਪ੍ਰੋਸੈਸ .com ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ .com ਤੋਂ ਬਾਅਦ ਐਕਸੈਸਿਬਿਲਿਟੀ ਦੀ ਬਹੁਤ ਜ਼ਿਆਦਾ ਹੋ ਗਈ ਹੈ। ਤੇ ਉਹਦੇ ਤੋਂ ਬਾਅਦ ਤੇ ਪਹੁੰਚ ਗਿਆ। ਹਾਂਜੀ, ਐਕਸਲਰੇਸ਼ਨ ਦੀ ਬਹੁਤ ਜ਼ਿਆਦਾ ਹੋਈ। ਤੇ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਇਕਨੋਮਿਕ ਸਿਸਟਮ ਆ, ਤੁਸੀਂ ਪਹਿਲਾਂ ਗੱਲ ਕਹੀ ਨਾ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਫਿਊਡਲ ਲਾਰਡਸ ਹੁੰਦੇ ਸੀ ਤੇ ਉਹਨਾਂ ਦੇ ਕੋਲ ਜਿਹੜੀ ਜ਼ਮੀਨ ਉਹਨਾਂ ਨੂੰ ਦੇ ਦਿੰਦੇ ਸੀ ਆਮ ਲੋਕਾਂ ਨੂੰ, ਹੈਨਾ, ਤੇ ਉਹਦਾ ਜੋ ਵੀ ਉਹਨਾਂ ਕਿਰਾਇਆ ਲੈਣਾ ਜਾਂ ਉਹਦੇ ਬਦਲੇ ਜੋ ਵੀ ਉਹਨਾਂ ਲਾਇਲਟੀ ਲੈਣੀ, ਜਿੱਦਾਂ ਤੁਸੀਂ ਦੱਸਿਆ, ਤੇ ਉਹਨੂੰ ਫਿਊਡਲਿਜ਼ਮ ਕਨਸੈਪਟ ਕਹਿੰਦੇ। ਕਹਿੰਦਾ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਇਕਨੋਮਿਕ ਸਿਸਟਮ ਆ, ਜਿਹੜਾ ਆਪਣਾ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਜਿਹੜਾ ਇਕਨੋਮਿਕ ਸਿਸਟਮ ਆ, ਉਹ ਡਿਜੀਟਾਈਜ਼ ਹੀ ਨਹੀਂ ਇਕੱਲਾ ਹੋਇਆ, ਜਿਹੜੇ ਉਹਨਾਂ ਦੇ ਓਨਰਸ ਆ, ਵੱਡੇ ਡੇਟਾ ਕੰਪਨੀਜ਼ ਆ, ਉਹ ਇਹ ਸਾਰੇ ਇਨਫਰਾਸਟ੍ਰਕਚਰ ਦੇ ਓਨਰ ਹੋ ਗਿਆ। ਠੀਕ ਹੈ, ਜਿਹਦੇ ਵਿੱਚ ਉਹ ਕਹਿੰਦੇ ਵੀ ਜਿੱਦਾਂ ਐਮਾਜ਼ਨ ਨੂੰ ਐਗਜ਼ਾਮਪਲ ਲੈ ਲਓ, ਗੂਗਲ ਲੈ ਲਓ, ਐਪਲ, ਮੈਟਾ, ਉਧਰ ਏਸ਼ੀਆ ਦੀਆਂ ਲੈ ਲਓ, ਅਲੀਬਾਬਾ ਵਗੈਰਾ, ਤੇ ਕਹਿੰਦਾ ਉਹਨੂੰ ਟ੍ਰੈਡੀਸ਼ਨਲੀ ਇਹ ਨਹੀਂ ਆ ਵੀ ਇਹ ਕੈਪੀਟਲਿਸਟ ਦਾ ਇੱਕ ਡਿਜੀਟਲ ਰੂਪ ਆ। ਇਹ ਨਵੇਂ ਤੁਹਾਡੇ ਜਿਹੜੇ ਟੈਕਨੋ ਦਾ ਵਰਡ ਟੈਕਨੋਲੋਜੀ ਤੋਂ ਆਇਆ, ਇਹ ਟੈਕਨੋ ਫਿਊਡਲਿਜ਼ਮ ਜਿਹੜੀ ਆ ਇਹ ਉੱਥੋਂ ਆ ਰਹੀ ਆ। ਵੀ ਤੁਹਾਨੂੰ ਉਹਨਾਂ ਨੇ ਕੁਝ ਜਿਹੜੀਆਂ ਚੀਜ਼ਾਂ ਦੇਣੀਆਂ, ਜਿੱਦਾਂ ਸੁਪਰ ਇੰਟੈਲੀਜੈਂਸ ਜਿਹੜੀ ਉਹ ਦੇਣੀ ਆ ਤੁਹਾਡੀ ਲਾਇਲਟੀ ਦੇ ਜਿਹੜੇ ਉਹ ਐਂਗਲ ਤੋਂ, ਤੁਹਾਨੂੰ ਯੂਨੀਵਰਸਲ ਪੇ ਜਿਹੜੀ ਉਹ ਦੇਣੀ ਆ ਤੁਹਾਡੀ, ਤੁਸੀਂ ਰੌਲਾ ਨਾ ਪਾਓ, ਉਹ ਚੀਜ਼ਾਂ ਜਿਹੜੀਆਂ ਨਾ ਕਰੋ ਉਸ ਚੀਜ਼ ਦੇ ਉੱਤੇ। ਸੋ ਮੈਨੂੰ ਲੱਗਦਾ ਜੇ ਸਰਲ ਅਰਥ ਜਿਹੜੇ ਹੁਣ ਸਿੱਧ ਬਦਲੀ ਪੰਜਾਬੀ ਚ ਆਪਾਂ ਇਦਾਂ ਸਮਝ ਸਕਦੇ। ਚਲੋ ਉਹ ਤਾਂ ਥੋੜੀ ਮੈਨੂੰ ਲੱਗਦਾ ਅੱਜ ਕੱਲ੍ਹ ਗਾਂ ਦੀ ਉਹਦਾ ਰਿਜ਼ਲਟ ਆ, ਜਿਹੜਾ ਆਪਾਂ ਮੈਂ ਕਿਹਾ ਵੀ ਆਪਾਂ ਆਪਣੇ ਵਿਊਅਰਸ ਤੇ ਛੱਡਦੇ ਨੇ, ਪਰ ਆਪਾਂ ਐਗਜ਼ਾਮਪਲ ਲੈ ਲੈਨੇ ਐਮਾਜ਼ਨ, ਆਪਾਂ ਜ਼ਿਆਦਾਤਰ ਸਾਰੀ ਵਰਤਦੇ ਹਾਂ। ਸੋ ਐਮਾਜ਼ਨ ਨੂੰ ਇਸ ਤਰ੍ਹਾਂ ਨਹੀਂ ਆਪਾਂ ਦੇਖ ਸਕਦੇ ਕਿ ਇਹ ਭਾਈ ਇੱਕ ਡਿਜੀਟਲ ਸ਼ਾਪ ਆ, ਹੈ ਨਾ, ਤੇ ਵੀ ਇੱਕ ਬਾਕੀ ਸ਼ਾਪਸ ਆ ਉਹਨਾਂ ਨੂੰ ਕੰਪੀਟ ਕਰ ਰਹੀ ਇੱਕ ਡਿਜੀਟਲ ਸ਼ਾਪ ਆ, ਇਹਨੂੰ ਇਦਾਂ ਨਹੀਂ ਦੇਖ ਰਹੇ। ਸੋ ਬੇਸਿਕਲੀ ਮਾਰਕੀਟ ਪਲੇਸ ਨੂੰ ਓਨ ਕਰਦੀ ਆ। ਹਾਂਜੀ, ਜਿਹੜੇ ਵੀ ਮਰਚੈਂਟ ਨੂੰ ਜਾਂ ਜਿਹੜੇ ਵਪਾਰੀ ਨੂੰ ਕੋਈ ਐਕਸੈਸ ਚਾਹੀਦੀ ਆ ਐਮਾਜ਼ਨ ਦੇ ਕਸਟਮਰ ਬੇਸ ਦੀ,
ਉਹਨਾਂ ਨੂੰ ਕਸਟਮਰ ਦੀ ਉਹਨਾਂ ਨੂੰ Amazon ਦੀ ਫੀਸ ਪੇ ਕਰਨੀ ਪੈਂਦੀ ਆ, ਡਿਪੈਂਡਿੰਗ ਕਰਦਾ ਤੁਸੀਂ ਪ੍ਰੋਡਕਟ ਕਿਹੜਾ ਵੇਚ ਰਹੇ ਹੋ, ਉਹਨਾਂ ਦੇ ਕਮਿਸ਼ਨ ਪੇ ਕਰਨੇ ਪੈਂਦੇ ਆ, ਤੁਸੀਂ ਉਹਨਾਂ ਤੇ ਐਡਵਰਟਾਈਜ਼ ਕਰਕੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਦੀ ਕਾਸਟ ਦੇ ਦਿੰਦੇ ਹੋ, ਉਸ ਤੋਂ ਬਾਅਦ ਤੁਹਾਡੀ ਸ਼ਿਪਿੰਗ ਕਿੱਦਾਂ ਦੀ ਆ ਉਸ ਹਿਸਾਬ ਨਾਲ ਤੁਸੀਂ ਉਹਨੂੰ ਫੁਲਫਿਲਮੈਂਟ ਚਾਰਜ ਦਿੰਦੇ ਹੋ, ਹੈ ਨਾ। ਕਈ ਕੇਸਿਸ ਵਿੱਚ ਉਹਨਾਂ ਦੀ ਰੈਂਟਲ ਫੀ ਵੀ ਹੁੰਦੀ ਆ, ਸੋ ਔਨ। ਤੁਸੀਂ ਸਿੰਗਲ ਇੱਕ Amazon ਉਹਨੂੰ ਦੇ ਰਹੇ ਹੋ, ਹੈ ਨਾ। ਸੋ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਅੱਖਰ ਤੁਸੀਂ ਲੈ ਕੇ ਆ ਵੀ ਮਿਡੇਵਲ ਉਹਨਾਂ ਟਾਈਮਾਂ ਦੇ ਵਿੱਚ ਖਾਸ ਤੌਰ ਤੇ ਆਪਾਂ ਪੰਜਾਬੀਆਂ ਦੇ ਵਿੱਚ ਕਹਿ ਲਈਏ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲੇ ਪੰਜਾਬ ਦੇ ਖਿੱਤੇ ਦੇ ਵਿੱਚ ਇਹ ਲੈਂਡ ਓਨਰ ਦੇ ਬਰਾਬਰ ਆ ਕਿ ਜਿਹੜਾ ਰੈਂਟ ਕਲੈਕਟ ਕਰ ਰਹੇ ਆ ਕਿ ਕਿਹਨੂੰ ਐਕਸੈਸ ਚਾਹੀਦੀ ਲੈਂਡ ਦੀ ਜਾਂ ਨਹੀਂ, ਹੈ ਨਾ। ਸੋ ਇਹਦੇ ਵਿੱਚ ਕਹਿੰਦਾ ਵੀ ਇੱਕ ਛੋਟੀ ਜਿਹੀ ਚੀਜ਼ ਆ ਜਿਹੜਾ ਆਪਾਂ ਕੈਪੀਟਲਿਸਟ ਸੁਸਾਇਟੀ ਦਾ ਆਈਡੀਆ ਲੈ ਕੇ ਆਉਂਦੇ ਆ, ਉਹ ਪ੍ਰੋਫਿਟ ਦਾ, ਤੇ ਇਸ ਕੇਸ ਦੇ ਵਿੱਚ ਰੈਂਟ ਆ, ਤੇ ਪ੍ਰੋਫਿਟ ਤੇ ਰੈਂਟ ਦੇ ਵਿੱਚ ਫੰਡਾਮੈਂਟਲ ਡਿਫਰੈਂਸ ਆ। ਠੀਕ ਆ। ਉਹ ਕਿਤਾਬ ਦੇ ਵਿੱਚ ਇਹ ਚੀਜ਼ ਕਹਿੰਦੇ ਆ ਕਿ ਜਿਹੜੀਆਂ ਪਾਵਰਫੁਲ ਕੰਪਨੀਆਂ ਆ ਉਹ ਪੈਸਾ ਅੱਜ ਦੇ ਸਮੇਂ ਦੇ ਵਿੱਚ ਇਹ ਨਹੀਂ ਵੀ ਉਹ ਵਧੀਆ ਕੋਈ ਹੋਰ ਚੀਜ਼ ਬਣਾ ਰਹੀਆਂ, ਉਹ ਬੇਸਿਕਲੀ ਡਿਜੀਟਲ ਇਨਫਰਾਸਟ੍ਰਕਚਰ ਦਾ ਐਕਸੈਸ ਜਿਹੜਾ ਵਾ ਉਹ ਦੇਣ ਦੇ ਲਈ ਉਹ ਤੋਂ ਰੈਂਟ ਜਿਹੜੀਆਂ ਤੁਹਾਡੇ ਕੋਲ ਲੈ ਰਹੀਆਂ, ਜਿਹਨੂੰ ਆਪਾਂ ਕਲਾਊਡ ਰੈਂਟ ਵੀ ਕਹਿ ਸਕਦੇ ਹਾਂ, ਟਰਮ ਯੂਜ਼ ਕਰਦਾ ਕਲਾਊਡ ਰੈਂਟ, ਕਲਾਊਡ। ਸੋ ਕਹਿੰਦਾ ਮਤਲਬ ਰੈਂਟ ਤੇ ਪ੍ਰੋਫਿਟ ਦੇ ਵਿੱਚ ਜਿਹੜਾ ਇੱਕ ਜਿਹੜਾ ਇਹਦੇ ਚ ਮੇਜਰ ਡਿਫਰੈਂਸ ਆ। ਹੁਣ ਕਹਿੰਦਾ ਹੋਰ ਐਗਜ਼ਾਮਪਲ ਲੈ ਲੈਣਾ, ਆਪਾਂ ਹੋਰ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਤੇ ਜਿਹਦੇ ਵਿੱਚ ਆਪਾਂ ਬਾਰ-ਬਾਰ ਆਪਣੇ ਕਈ ਟਾਕ ਸ਼ੋਅ ਦੇ ਵਿੱਚ ਡਿਫਰੈਂਟ ਕੰਟੈਕਸਟ ਵਿੱਚ ਗੱਲ ਕਰਦੇ ਨੇ ਕਿ ਸਾਰੇ ਜਣੇ ਕਹਿੰਦੇ ਫੇਸਬੁੱਕ ਫ੍ਰੀ ਆ ਜੀ, ਆਪਣਾ ਇੰਸਟਾਗ੍ਰਾਮ ਫ੍ਰੀ ਆ ਜੀ, ਹੈ ਨਾ। ਤੇ ਇਹ ਪਬਲਿਕਲੀ ਇਦਾਂ ਹੀ ਕਰਦੇ ਕਿ ਆਪਾਂ ਵੀ ਬਿਲਡ ਦਿਸ ਪਲੇਟਫਾਰਮ ਫॉर ਫ੍ਰੀ, ਪਰ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਕਰਦੇ ਹੋ, ਕੁਝ ਇੰਸਟਾਗ੍ਰਾਮ ਦੇ ਉੱਤੇ ਪੋਸਟ ਕਰਦੇ ਹੋ, Amazon ਦੇ ਉੱਤੇ ਕੁਝ ਰਿਵਿਊ ਕਰਦੇ ਹੋ, ਜਾਂ ਹੈ ਨਾ YouTube ਦੇ ਉੱਤੇ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਹਾਂ, Spotify ਦੇ ਉੱਤੇ ਰਿਕਮੈਂਡੇਸ਼ਨ ਆਨ ਤੁਸੀਂ ਰਿਕਮੈਂਡ ਕਰਦੇ ਹੋ, ਤੇ ਜਾਂ ਹੋਰ ਵੀ ਕੋਈ ਤੁਸੀਂ ਕਿਸੇ ਨਾਲ ਕਮੈਂਟ ਕਰਦੇ ਹੋ, ਲਾਈਕ ਕਰਦੇ ਹੋ TikTok ਦੇ ਉੱਤੇ, ਬੇਸਿਕਲੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਡੇਟਾ ਪ੍ਰੋਡਿਊਸ ਕਰ ਰਹੇ ਹੋ। ਉਹ ਡੇਟਾ ਹੈਲਪ ਕਰਦਾ ਵਾ ਉਸ ਐਲਗੋਰਿਥਮਸ ਨੂੰ ਤੇ ਉਸ ਪਲੇਟਫਾਰਮ ਦੀ ਵੈਲਿਊ ਨੂੰ ਵਧਾਉਣ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਜਿਹੜੇ ਮੈਸੇਜ ਆ ਉਹ ਕੀ ਲਾਈਕ ਕਰ ਰਹੇ ਹੈ ਨਾ, ਕਿੱਧਰ ਝੁਕਾ ਆ। ਹਾਂਜੀ। ਸੋ ਬੇਸਿਕਲੀ ਉਹ ਤੁਹਾਡਾ ਸਮਾਂ ਜਿਹੜਾ ਵਾ ਉਹ ਲੈ ਕੇ ਆਪਣੇ ਪਲੇਟਫਾਰਮਸ ਨੂੰ ਇਨਕਰੀਜ਼ ਕਰ ਰਹੇ ਹੋ। ਕੋਈ ਚੀਜ਼ ਫ੍ਰੀ ਨਹੀਂ ਹੈਗੀ, ਤੁਹਾਨੂੰ ਫੀਲ ਫ੍ਰੀ ਕਰਾ ਰਹੇ ਆ, ਪਰ ਅਸਲ ਚ ਤੁਹਾਡੇ ਤੋਂ ਤੁਹਾਡੇ ਸਮੇਂ ਦੇ ਬਦਲੇ ਅਟੈਂਸ਼ਨ ਇਕਨੋਮੀ ਦੇ ਜ਼ਰੀਏ ਤੁਹਾਡੀ ਖਿੱਚ ਰਹੇ ਆ। ਇਕਨੋਮੀ ਦੇ ਜ਼ਰੀਏ। ਵੈਸੇ ਚਲੋ ਮੈਂ ਨਾਂ ਨਹੀਂ ਲਵਾਂਗਾ ਇੱਥੇ, ਮੈਂ ਕਿਸੇ ਇੱਕ ਕੰਪਨੀ ਦੇ CTO ਨੂੰ ਮਿਲਿਆ 3 ਹਫ਼ਤੇ ਪੁਰਾਣੀ ਗੱਲ ਆ। ਵੈਸੇ ਹੈ ਨਾ ਕਈਆਂ ਜਾਣਨ ਹੋ ਸਕਦਾ ਇਹ ਗੱਲ ਜਿਹੜੀ ਥੋੜੀ ਜਿਹੀ ਤਿੱਖੀ ਲੱਗੇ, ਪਰ ਗੱਲ ਇਦਾਂ ਹੀ ਆ। ਸੋ ਬਿਜ਼ਨਸ ਦੀ ਗੱਲਬਾਤ ਚੱਲਣ ਲੱਗ ਪਈ ਵੀ ਨਵੀਆਂ ਸਟਾਰਟਅਪ ਇਨਫਰਾਸਟ੍ਰਕਚਰ ਕਿੱਦਾਂ ਵਾ, ਕਿਹੜੀ ਚੀਜ਼ ਉੱਤੇ ਰਿਕਮੈਂਡ ਕਰਦੇ ਹੋ, ਹੈ ਨਾ, ਕਿਹੜੇ ਬੰਦਿਆਂ ਨੂੰ ਤੁਸੀਂ ਟਾਰਗੇਟ ਕਰਦੇ ਹੋ, ਉਹਨੂੰ ਕਿੱਦਾਂ ਟਾਰਗੇਟ ਕਰਦੇ ਹੋ, ਐਡਵਰਟਾਈਜ਼ਮੈਂਟ ਕਿੱਦਾਂ ਹੁੰਦੀ ਹੈ, ਸਾਰੀ ਚੀਜ਼ਾਂ ਬਾਰੇ ਗੱਲਬਾਤ ਹੋਣ ਲੱਗ ਪਈ। ਉਹਨੇ ਇੱਕ ਗੱਲ ਕਹੀ, ਉਹ ਕਹਿੰਦਾ ਯਾਰ ਤੁਸੀਂ ਜਦੋਂ ਡਿਪੈਂਡ ਕਰਦਾ ਤੁਸੀਂ ਕਿਹੜੇ ਫੀਲਡ ਵਿੱਚ ਬਿਜ਼ਨਸ ਕਰਨਾ, ਹੈ ਨਾ। ਇਹ ਲੋਕੀ ਉਹ ਹੁੰਦੇ ਜਿਨ੍ਹਾਂ ਨੇ ਬਿਲੀਅਨਸ ਆਫ ਡਾਲਰ ਦੇ ਜਿਹੜੇ ਇਹਨਾਂ ਨੇ ਐਨੂਅਲ ਇਹਨਾਂ ਡੀਲਸ ਬਣਾਉਣੀਆਂ ਹੁੰਦੀਆਂ, ਉਹਨਾਂ ਦੀ ਸੋਚ ਦੀ ਮੈਂ ਗੱਲ ਦੱਸਦਾ, ਇਹ 'ਚ ਕੋਈ ਨੈਗੇਟਿਵ ਗੱਲ ਨਹੀਂ ਹੈ, ਰਿਐਲਿਟੀ ਆ। ਸੋ ਉਹਦੇ ਵਿੱਚ ਇਹ ਕਹਿੰਦਾ ਯਾਰ ਤੁਸੀਂ ਨਾ ਜਦੋਂ ਕਿਸੇ ਬੰਦੇ ਨੂੰ ਇਹ ਕਹੋਗੇ ਭਾਈ ਤੂੰ ਆਹ ਕੰਮ ਕਰ ਜਾਂ ਮੇਰਾ ਪ੍ਰੋਡਕਟ ਲੈ, ਤੇਰੀ ਜੇਬ ਦੇ ਵਿੱਚ 100 ਰੁਪਇਆ ਪਊਗਾ ਸ਼ਾਮ ਨੂੰ ਐਕਸਟਰਾ। ਕਹਿੰਦਾ ਜੇ ਤੁਸੀਂ ਲੋਅਰ ਲੈਵਲ ਦੇ ਇਨਕਮ ਲੈਵਲ ਤੋਂ ਥੱਲੇ ਬੰਦੇ ਕਹਿ ਲਓ ਕਿ ਲੱਖ 2 ਲੱਖ ਤੋਂ ਬੰਦੇ ਥੱਲੇ ਐਗਜ਼ਾਮਪਲ ਲੈ ਲੈਣੇ ਕੋਈ, ਤੇ ਲੋਅਰ ਜਿਹੜੀ ਇਨਕਮ ਬ੍ਰੈਕਟ ਦੇ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਕਹੋਗੇ ਤੁਹਾਨੂੰ $100 ਮਿਲੂਗਾ ਭਾਈ ਤੇ ਤੁਸੀਂ ਆਹ ਕੰਮ ਕਰੋ, ਕਹਿੰਦੇ ਦੌੜ ਕੇ ਕੰਮ ਕਰਨਗੇ। ਉਹੀ ਉਹ ਬੰਦਿਆਂ ਨੂੰ ਤੁਸੀਂ ਕਹੋ ਭਾਈ ਤੁਸੀਂ ਅੱਜ ਮੇਰੀ ਐਪਲੀਕੇਸ਼ਨ ਜਾਂ ਕੋਈ ਮੇਰੀ ਐਪ ਯੂਜ਼ ਕਰੋਗੇ ਨਾ ਤੇ ਅੱਧਾ ਘੰਟਾ ਤੁਹਾਡੀ ਲਾਈਫ ਦਾ ਬਚ ਜਾਊਗਾ। ਕਹਿੰਦਾ ਦੇ ਡੋਂਟ ਇਵਨ ਕੇਅਰ, ਉਹਨਾਂ ਤੇਰੇ ਆਉਣਾ ਹੀ ਨਹੀਂ। ਸੋ ਕਹਿਣ ਦਾ ਮਤਲਬ ਕਿ ਜਿਹੜੀ ਸਮੇਂ ਦੀ ਵੈਲਿਊ ਆ ਨਾ, ਐਜ਼ ਅ ਹਿਊਮਨ ਬੀਇੰਗ ਆਪਾਂ ਸਾਰੇ ਜਾਣੇ, ਤਾਂ ਹੀ ਆਪਾਂ ਸੋਸ਼ਲ ਮੀਡੀਆ ਤੇ ਆਪਣੇ ਬਾਰ-ਬਾਰ ਗੱਲ ਕਰਦੇ ਹੁੰਦੇ ਨਾ ਕਿ ਸਮਾਂ ਮਹਾਰਾਜ ਨੇ ਹਰੇਕ ਬੰਦੇ ਨੂੰ ਉਹਨਾਂ ਕੀ ਦਿੱਤਾ ਵਾ, ਤੇ ਸਮੇਂ ਦੀ ਜਿਹੜੀ ਸੁਚੱਜੀ ਵਰਤੋਂ ਆ ਉਹ ਤੁਹਾਡੇ ਤੇ ਆ ਕਿ ਤੁਸੀਂ ਉਹ ਬੰਦਾ ਉਹ ਕੋਈ ਕਿਤੇ ਸੇਵਾ ਦੇ ਉੱਤੇ ਲਾਉਣਾ, ਹੈ ਨਾ, ਆਪਣੇ ਆਪ ਨੂੰ ਬੈਟਰ ਕਰਨ ਦੇ ਉੱਤੇ ਲਾਉਣਾ, ਸੈਲਫ ਡਿਵੈਲਪਮੈਂਟ ਉੱਤੇ ਲਾਉਣਾ, ਜਾਂ ਤੁਸੀਂ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਲਾਉਣਾ। ਸਹੀ ਹੈ। ਉਹ ਜਿਹੜਾ ਇੰਸਟਾਗ੍ਰਾਮ ਫੇਸਬੁੱਕ ਵਾਲਾ ਜਿਹੜਾ ਤੁਹਾਨੂੰ ਚੀਜ਼ ਫ੍ਰੀ ਆ, ਫਿਰ ਆਪਾਂ ਗੱਲ ਇਹਦੇ ਤੇ ਆਉਂਦੇ ਜਾਂ ਇਸ ਵਾਲੀ ਗੱਲ ਦੇ ਉੱਤੇ ਵੀ ਜਿਹੜੀ ਤੁਹਾਨੂੰ ਫ੍ਰੀ ਕਰਕੇ ਦੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਆ, ਉਹਦੇ ਉੱਤੇ ਤੁਹਾਡਾ ਸਮਾਂ ਸਪੈਂਡ ਕਰਕੇ ਉਹ ਇਨਫੋਰਮੇਸ਼ਨ ਦੇ ਐਲਗੋਰਿਥਮਸ ਨੂੰ ਦਿਨੋਂ ਦਿਨ ਉਹ ਬੈਟਰ ਬਣਾਇਆ ਜਾ ਰਿਹਾ। ਉਹ ਬੈਟਰ ਬਣਾਉਣ ਦਾ ਜਿਹੜਾ ਬੈਨੀਫਿਟ ਕਿਹਨੂੰ ਆ, ਤੁਹਾਨੂੰ ਤਾਂ ਨਹੀਂ ਆ, ਤੁਸੀਂ ਤਾਂ ਸਮਾਂ ਬਰਬਾਦ ਕਰ ਲਿਆ। ਜਿਹੜੇ ਉਹਦੇ ਉੱਤੇ ਆਪਣੀ ਮਾਰਕੀਟਿੰਗ ਕਰ ਰਹੇ ਆ, ਜਿਹੜੇ ਜਿਸ ਉਸ ਇਨਫਰਾਸਟ੍ਰਕਚਰ ਨੂੰ ਓਨ ਕਰਦੇ ਆ, ਉਹਨਾਂ ਦੇ ਤੁਸੀਂ ਜਿਹੜੀ ਨੈਟਵਰਥ ਆ ਦੇਖ ਸਕਦੇ ਹੋ। ਜ਼ਕਰਬਰਗ ਜਿਹੜੇ ਤੁਸੀਂ ਟੌਪ ਅੱਜ ਦੇ ਦਿਨ ਦੇ ਵਿੱਚ ਮਿਲੀਅਨੇਅਰ, ਹੁਣ ਤਾਂ ਟ੍ਰਿਲੀਅਨੇਅਰ ਬਣਨ ਲੱਗੇ ਆ, ਬਿਲੀਅਨੇਅਰ ਟ੍ਰਿਲੀਅਨੇਅਰ ਜਿਹੜੇ ਲੋਕ ਆ ਉਹ ਕਿਹੜੇ ਆ, ਉਹ ਇਹ ਇਨਫਰਾਸਟ੍ਰਕਚਰ ਨੂੰ, ਡਿਜੀਟਲ ਇਨਫਰਾਸਟ੍ਰਕਚਰ ਨੂੰ ਓਨ ਕਰਨ ਵਾਲੇ ਲੋਕ ਆ। ਤੁਸੀਂ ਈਲਨ ਮਸਕ ਦਾ ਨਾਮ, ਜਿਹਦੇ ਵਿੱਚ ਆਪਾਂ ਸਪੇਸ ਰੈਂਟ ਤੇ ਲੈ ਰਹੇ ਆ, ਉਹਨਾਂ ਦੀਆਂ ਸਰਵਿਸਿਜ਼ ਰੈਂਟ ਤੇ ਲੈ ਰਹੇ, ਸਾਰੇ ਜਾਣੇ ਲੈ ਰਹੇ ਆ।
ਸੋ ਕਹਿਣ ਦਾ ਮਤਲਬ ਇਹ ਆ ਕਿ ਰਾਜਕਰਨ ਕਿ ਹੈ ਨਾ, ਤੁਸੀਂ ਗੱਲ ਪਹਿਲਾਂ ਕੀਤੀ ਵੀ ਇਹ ਗੱਲ ਕਿੰਨੀ ਸੱਚੀ ਹੈ ਜਾਂ ਕਿੰਨੀ ਨਹੀਂ ਹੈ, ਤੇ ਮੈਂ ਉਹਦੇ ਤੇ ਗੱਲ ਕੀਤੀ ਸੀ ਕਿ ਮੈਂ ਕਿੱਤੇ ਵਜੋਂ ਇੰਜੀਨੀਅਰ ਆ, ਮੈਂ ਡੇਟਾ ਐਨਾਲਿਸਿਸ ਉੱਤੇ ਮੇਰਾ ਧਿਆਨ ਹੁੰਦਾ ਵੀ ਡੇਟਾ ਨੂੰ ਦੇਖੋ ਕਿੱਧਰ ਜਾ ਰਿਹਾ। ਸੋ ਆਹ ਜਿਹੜੀ ਚੀਜ਼ ਉਹਨਾਂ ਸਾਹਮਣੇ ਸਾਡੇ ਲੈ ਕੇ ਆਂਦੀ ਆ, ਤੇ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਇਹਨਾਂ ਦੇ ਓਨਰਸ ਦੇਖ ਲਓ, ਜਿਹੜੇ ਡਿਜੀਟਲ ਕਲਾਊਡ ਇਨਫਰਾਸਟ੍ਰਕਚਰ ਦੇ ਓਨਰਸ ਆ। ਉਹਦੇ ਵਿੱਚ ਈਲਨ ਮਸਕ ਦਾ ਨਾਂ ਲੈ ਲੈਣਾ, ਐਮਾਜ਼ਨ ਵਾਲੇ ਜੈਫ ਬੈਜ਼ੋਸ ਦਾ ਨਾਂ ਲੈ ਲੈਂਦੇ ਆ, ਮੈਟਾ ਮੈਟਾ ਵਾਲੇ ਵਾਲਾ ਜ਼ਕਰਬਰਗ ਹੋ ਗਿਆ, ਹੈ ਨਾ, ਐਪਲ ਵਾਲਿਆਂ ਦਾ ਨਾਂ ਲੈ ਲਓ, ਯੂ ਨੇਮ ਇਟ। ਸੋ ਦੇ ਆਰ ਦ ਟੌਪ ਬਿਲੀਅਨਰਸ। ਸੋ ਜਿਹੜਾ ਡੇਟਾ ਵਾ ਉਸ ਹਿਸਾਬ ਦੇ ਨਾਲ ਰਾਜਕਰਨ ਅਲਾਈਨ ਕਰਦਾ ਜੀ। ਕੈਪੀਟਲਿਜ਼ਮ ਮਰ ਗਿਆ, ਇਹ ਕਿਉਂ ਕਿਹਾ ਜਾ ਰਿਹਾ ਹੈ? ਕੀ ਵਾਕਿਆ ਹੀ ਇਹ ਚੀਜ਼ ਹੈਗੀ ਆ? ਲਾਈਕ ਤੁਹਾਨੂੰ ਇਹਦੇ ਵਿੱਚ ਕੀ ਜਿਹੜਾ ਉਹ ਲੱਗਦਾ ਆ ਵੀ ਵਾਟ ਕਿਲਡ ਕੈਪੀਟਲਿਜ਼ਮ? ਸੋ ਜਿਹੜਾ ਫ੍ਰੀ ਮਾਰਕੀਟ ਦਾ ਕਨਸੈਪਟ ਸੀ ਕੈਪੀਟਲਿਜ਼ਮ ਦੇ ਵਿੱਚ, ਕੀ ਇਹਦੇ ਨਾਲ ਖਤਮ ਹੋ ਗਿਆ? ਹਾਂਜੀ, ਸੋ ਇਹ ਬੜਾ ਇੰਪੋਰਟੈਂਟ ਹੈ ਨਾ ਸਵਾਲ ਆ। ਸੋ ਉਹਦੇ ਤੋਂ ਪਹਿਲਾਂ ਆਪਾਂ ਇੱਕ ਗੱਲ ਦੇ ਉੱਤੇ ਹੋਰ ਥੋੜਾ ਜਿਹਾ ਆਉਂਦੇ ਆ ਵੀ ਇਦਾਂ ਹੋਇਆ ਕਿੱਦਾਂ, ਕੈਪੀਟਲਿਸਟ ਸੋਸਾਇਟੀ ਦਾ ਪਲਟਾ ਕਿੱਦਾਂ ਵੱਜਾ, ਕੈਪੀਟਲਿਜ਼ਮ ਆਈ ਕਿੱਦਾਂ। ਸੋ ਬੇਸਿਕਲੀ .com ਤੋਂ ਬਾਅਦ ਆਪਾਂ ਗੱਲ ਕੀਤੀ ਆ ਕਿ ਉਸ ਤੋਂ ਬਾਅਦ ਡਿਜੀਟਾਈਜੇਸ਼ਨ ਵੱਡੇ ਪੱਧਰ ਦੇ ਉੱਤੇ ਹੋਈ, ਤੇ ਇੱਕ ਮੇਜਰ ਟਰਨਿੰਗ ਪੁਆਇੰਟ ਆਇਆ 2008 ਦਾ ਫਾਈਨੈਂਸ਼ੀਅਲ ਕ੍ਰਾਈਸਿਸ। ਗਵਰਨਮੈਂਟ ਤੇ ਸੈਂਟਰਲ ਬੈਂਕ ਨੇ ਕੀ ਕੀਤਾ ਵੀ ਇਕਨੋਮੀ ਜਿਹੜੀ ਹੈ, ਇਕਨੋਮੀਜ਼ ਰਿਸਪੈਕਟਿਵ ਇਕਨੋਮੀਜ਼ ਉਹ ਟੈਂਕ ਨਾ ਹੋ ਜਾਣ, ਉਹਦੇ ਕਰਕੇ ਉਹਨੇ ਬਹੁਤ ਜ਼ਿਆਦਾ ਫ੍ਰੀ ਮਨੀ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਸੁੱਟੀ। ਤੇ ਉਹਦੇ ਕਰਕੇ ਐਕਸਟ੍ਰੀਮਲੀ ਆਲਮੋਸਟ ਵੈਰੀ ਲੋ ਔਰ ਚੀਪ ਇੰਟਰਸਟ ਰੇਟ ਦੇ ਉੱਤੇ ਚੀਪ ਮਨੀ ਲੋਕਾਂ ਦੇ ਹੱਥ ਦੇ ਵਿੱਚ ਆਈ, ਤੇ ਇੰਟਰਨੈਟ ਟੈਕਨੋਲੋਜੀ ਦੇ ਉੱਤੇ ਜਿਹੜੀ ਸਭ ਤੋਂ ਵੱਧ ਇਨਵੈਸਟਮੈਂਟ ਹੋਈ, ਜਿਹਦੇ ਕਰਕੇ ਸਮਾਰਟਫੋਨਸ, ਕਲਾਊਡ ਕੰਪਿਊਟਿੰਗ ਪਲੇਟਫਾਰਮ ਆ, ਹੈ ਨਾ, ਇਹਨਾਂ ਦੇ ਇਹ ਕਿਉਂਕਿ ਸਭ ਤੋਂ ਵੱਡੇ ਜਿਹੜੇ ਇਹਨਾਂ ਕੋਲ ਇਨਫਰਾਸਟ੍ਰਕਚਰ ਸੀ ਨਾ, ਬਹੁਤ ਜ਼ਿਆਦਾ ਪੈਸਾ ਜਿਹੜਾ ਚੀਪ ਮਨੀ ਲੈ ਕੇ, ਤੇ ਇਹ ਡਿਜੀਟਲ ਮੋਨੋਪੋਲੀਜ਼ ਹੀ ਕਹਿ ਸਕਦੇ ਹਾਂ ਜਿਹੜੇ ਟਾਈਮ ਦੇ ਵਿੱਚ ਇਹ ਗਰੋ ਕੀਤੀਆਂ, ਉਹ ਪੈਸੇ ਨੂੰ ਯੂਜ਼ ਕਰਕੇ। ਫਿਰ ਓਵਰ ਦਾ ਪੀਰੀਅਡ ਆਫ ਟਾਈਮ ਕੀ ਹੋਇਆ, ਪਹਿਲਾਂ ਇਕਨੋਮਿਕ ਪਾਵਰ ਆਪਾਂ ਹੈ ਨਾ ਗੱਲ ਕਰਦੇ ਹੁੰਦੇ, ਸ਼ਾਰਕਸ ਆ ਜੀ, ਇਹ ਕਿਹੜੀਆਂ ਕੌਣ ਆ, ਉਹ ਫੈਕਟਰੀ ਓਨਰ ਆ, ਉਹ ਬੈਂਕਾਂ ਵਾਲੇ ਆ, ਉਹ ਕਨਵੈਨਸ਼ਨਲ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਦੇ ਕੋਲੇ ਆ, ਤੇ ਉਹਨਾਂ ਦੇ ਕੋਲੇ ਹੌਲੀ ਹੌਲੀ ਜਿਹੜੀ ਜ਼ਮੀਨ ਆ ਉਹ ਖਿਸਕਦੀ ਇਹ ਜਾਂਦੀ ਗਈ ਡੇਟਾ ਸੈਂਟਰਸ ਕੋਲ, ਐਲਗੋਰਿਦਮ ਨੈਟਵਰਕ, ਤੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਡੇਟਾ ਵਾ, ਜਿਹਨੂੰ ਆਪਾਂ ਟਾਈਮ, ਇਹ ਜਿਹੜਾ ਸਾਰਾ ਜਿਹੜਾ ਆਈਡੀਆ ਵਾ ਇਹ ਉੱਥੋਂ ਆਇਆ ਹੈ ਨਾ। ਹੁਣ ਮਿਸਾਲ ਦੇ ਤੌਰ ਦੇ ਉੱਤੇ ਕਿ ਐਗਜ਼ਾਮਪਲ ਲੈ ਲਓ ਇਸ ਕੇਸ ਦੇ ਵਿੱਚ, ਵੀ ਤੁਸੀਂ ਕੋਈ ਤੁਹਾਡੀ ਸ਼ੂ ਬਣਾਉਣ ਦੀ ਕੰਪਨੀ ਆ, ਬੂਟ ਬਣਾਉਣ ਵਾਲੀ ਤੁਹਾਡੀ ਕੰਪਨੀ ਆ, ਤੇ ਟੈਕਨੀਕਲੀ ਤਾਂ ਤੁਸੀਂ ਇੱਕ ਕੈਪੀਟਲਿਸਟ ਹੀ ਹੋ ਨਾ, ਤੁਸੀਂ ਕੰਪਨੀ ਨੂੰ ਓਨ ਕਰਦੇ ਹੋ, ਉਹਦੇ ਵਿੱਚ ਵਰਕਰਸ ਨੂੰ ਤੁਸੀਂ ਇੰਪਲੋਏ ਕਰਦੇ ਹੋ, ਉਹਨਾਂ ਨੂੰ ਤਨਖਾਹਾਂ ਦਿੰਦੇ ਹੋ, ਤੁਸੀਂ ਕੈਪੀਟਲਿਸਟ ਹੋ, ਰਾਈਟ। ਪਰ ਇਹਦੇ ਵਿੱਚ ਆਪਾਂ ਹੁਣ ਲੇਅਰਸ ਦੇਖ ਲੈਂਦੇ ਆ ਕਿ ਐਮਾਜ਼ਨ ਨੂੰ ਆਪਾਂ ਯੂਜ਼ ਕਰਦੇ ਆ, ਉਹਦੇ ਵਿੱਚ ਆਪਣੇ CRM ਵਗੈਰਾ ਹੁੰਦੇ ਆ, ਰਾਈਟ, ਉਹਦੇ ਵਿੱਚ ਕਸਟਮਰਸ ਨੂੰ ਰੀਚ ਕਰਨ ਵਾਸਤੇ। ਗੂਗਲ ਦੇ ਉੱਤੇ ਤੁਸੀਂ ਐਡ ਦਿੰਦੇ ਹੋ ਆਪਣੇ ਸ਼ੂ ਵੇਚਣ ਦੀ, ਹੈ ਨਾ, ਐਡ ਸਰਚ ਦੇ ਉੱਤੇ ਐਡ ਹੁੰਦੀ ਆ। ਫੇਸਬੁੱਕ, ਇੰਸਟਾਗ੍ਰਾਮ, ਮੈਟਾ ਹੋ ਗਈ, ਉਹਦੇ ਤੇ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ। ਐਪਲ, ਗੂਗਲ ਦੀ ਐਪਸ ਯੂਜ਼ ਕਰਦੇ ਹੋ ਤੁਸੀਂ, ਜਾਂ ਸਾਰੇ ਕੋ ਆਈਫੋਨ ਹੁੰਦੇ ਜਾਂ ਐਂਡਰੋਇਡ ਹੁੰਦੇ ਆ। ਤੇ ਮਾਈਕਰੋਸਾਫਟ, ਐਮਾਜ਼ਨ ਦੇ ਉੱਤੇ ਤੁਸੀਂ ਆਪਣਾ ਇਨਫਰਾਸਟ੍ਰਕਚਰ ਡੇਟਾਬੇਸਿਸ ਉਹਨਾਂ ਤੇ ਹੋਸਟ ਕਰਦੇ ਹੋ, ਗੂਗਲ ਵਗੈਰਾ ਦੇ ਉੱਤੇ। ਸੋ ਬੇਸਿਕਲੀ ਤੁਸੀਂ ਭਾਵੇਂ ਕਿ ਕੈਪੀਟਲਿਸਟ ਬੈਠੇ ਹੋ, ਪਰ ਤੁਹਾਡੇ ਤੋਂ ਉੱਤੇ ਵੀ ਕੋਈ ਬੈਠਾ ਜਿਹੜਾ ਤੁਹਾਡੇ ਤੋਂ ਪ੍ਰੋਫਿਟ ਬਣਾ ਰਿਹਾ, ਇੱਕ ਲੇਅਰ ਤੁਹਾਡੇ ਆਪੋਰਚੁਨਿਟੀ ਹੈਗੀ ਜਿਹੜੀ ਤੁਹਾਨੂੰ ਚਾਰਜ ਕਰਦੀ ਪਈ ਆ। ਸੋ ਇਸ ਲਈ ਉਹ ਜਿਹੜੀ ਗੱਲ ਉਹ ਕਹਿੰਦੇ ਆ ਵੀ ਜਿਹੜੇ ਕੈਪੀਟਲਿਸਟ ਆ, ਇਹ ਇਨਫਰਾਸਟ੍ਰਕਚਰ ਆ, ਇਹ ਬਿਲਕੁਲ ਇਹਨੂੰ ਕਿਲ ਕਰ ਦਿੱਤਾ। ਜਿਹੜੀ ਤੁਸੀਂ ਗੱਲ ਦਿੱਤੀ ਆ ਵੀ ਉਹ ਕਿਲ ਕਿੱਦਾਂ ਹੋਇਆ, ਉਹਦੇ ਵਿੱਚ ਇਹ ਗੱਲ ਆਪਾਂ ਐਗਜ਼ਾਮਪਲ ਦੇ ਨਾਲ ਸਮਝ ਲਈ। ਤੇ ਹੁਣ ਬਰਨੀ ਸੈਂਡਰਸ ਆ ਜਾਂ ਹੋਰ ਜਿਹੜੇ ਪ੍ਰੋਗਰੈਸਿਵਸ ਹੈਗੇ, ਉਹਨਾਂ ਦੇ ਇੱਕ ਲਾਈਨ ਹੁੰਦੀ ਆ, ਉਹ ਕਹਿੰਦੇ ਬਿਗ ਟੈਕ ਕੰਪਨੀ ਹੈਜ਼ ਟੂ ਮਚ ਪਾਵਰ। ਉਹ ਠੀਕ ਆ, ਉਹ ਸਾਨੂੰ ਇਹ ਸਾਰੀ ਗੱਲਾਂ ਤੋਂ ਪਤਾ ਲੱਗਦਾ, ਪਰ ਉਹ ਇੱਕ ਬੇਸਿਕ ਗੱਲ ਆ। ਉਹ ਜਿਹੜਾ ਇਸ ਕਿਤਾਬ ਦੇ ਵਿੱਚ ਯਾਨਿਸ ਨਾ, ਤੋਂ ਥੋੜੇ ਇੱਕ ਸਟੈਪ ਅੱਗੇ ਜਾਂਦੇ ਆ। ਉਹ ਕਹਿੰਦੇ ਕਿ ਜਿਹੜੇ ਮਾਰਕੀਟ ਤੇ ਪ੍ਰੋਫਿਟ ਆ ਨਾ, ਉਹ ਡੋਮੀਨੈਂਟ ਆਰਗੇਨਾਈਜ਼ਿੰਗ ਫੋਰਸ ਨਹੀਂ ਹੈਗੀ ਇਕਨੋਮੀ ਦੀ, ਜਿਹਦੇ ਉੱਤੇ ਕੈਪੀਟਲਿਸਟ ਸੋਸਾਇਟੀ ਐਗਜ਼ਿਸਟ ਕਰਦੀ ਆ। ਐਲਗੋਰਿਦਮਸ ਤੇ ਪਲੇਟਫਾਰਮ ਰੈਂਟ ਜਿਹੜੇ ਆ, ਉਹ ਆ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਬੇਸ ਹੈ ਇਹ ਸਾਰੀਆਂ ਚੀਜ਼ਾਂ ਦਾ। ਠੀਕ ਆ, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਫ੍ਰੀ ਮਾਰਕੀਟ ਦਾ ਕਨਸੈਪਟ ਹੁੰਦਾ, ਹੁਣ ਐਮਾਜ਼ਨ ਦੇ ਆਉਣ ਦੇ ਨਾਲ ਨਿਊਟਰਲ ਫ੍ਰੀ ਮਾਰਕੀਟ ਤਾਂ ਰਹੀ ਨਹੀਂ। ਤੁਸੀਂ ਮੰਨ ਲਓ ਕਿ ਕੋਈ ਪ੍ਰੋਡਕਟ ਬਣਾਉਂਦੇ ਹੋ ਅੱਜ ਦੇ ਟਾਈਮ ਦੇ ਵਿੱਚ, ਤੁਸੀਂ ਕਦੇ ਸੋਚ ਸਕਦੇ ਕਿ ਐਮਾਜ਼ਨ ਤੋਂ ਬਿਨਾਂ ਤੁਸੀਂ ਉਹ ਵੇਚ ਸਕਦੇ ਹੋ ਕਿਤੇ? ਤੇ ਫਿਰ ਜੇ ਫ੍ਰੀ ਮਾਰਕੀਟ ਰਹੀ ਨਹੀਂ, ਤੇ ਫਿਰ ਕੈਪੀਟਲਿਸਟ ਜਿਹੜੀ ਉਹ ਕਿੱਥੋਂ ਰਹੀ? ਈ-ਕਾਮਰਸ ਹੀ ਕੰਪਨੀ ਨਹੀਂ ਨਾ ਬਣ ਗਈ ਉਹ ਕੱਲੀ, ਵੀ ਆਪਾਂ ਸਿਰਫ ਇੱਕ ਪਲੇਟਫਾਰਮ ਪ੍ਰੋਵਾਈਡ ਕਰਦੇ। ਉਹਦੇ ਹਿਸਾਬ ਨਾਲ ਉਹਨਾਂ ਦੀਆਂ ਰੈਗੂਲੇਸ਼ਨਸ, ਉਹਨਾਂ ਦੀਆਂ ਸ਼ਰਤਾਂ, ਉਹਦੇ ਹਿਸਾਬ ਨਾਲ ਸਾਰਾ ਕੁਝ ਚੱਲਣਾ ਪੈਣਾ। ਉਹਨਾਂ ਦੇ ਐਲਗੋਰਿਦਮ ਆ, ਉਹਨੇ ਡਿਟਰਮਿਨ ਕਰਨਾ ਕਿ ਕਿਹੜੇ ਪ੍ਰੋਡਕਟ ਫਰੰਟ ਸਕਰੀਨ ਤੇ ਆਉਣਗੇ, ਕਿਹੜੇ ਨਹੀਂ ਆਉਣਗੇ, ਕਿਹੜੇ ਐਮਾਜ਼ਨ ਚੋਇਸ ਵਾਲੇ ਆ,
ਜਿਹੜੇ ਤੇ ਉਹ ਕਿਹੜੇ ਸਪਾਂਸਰਡ ਆਉਣੇ ਆ, ਕਿਹੜੇ ਮੋਹਰੇ ਕਰਨੇ, ਕਿਹੜੇ ਪਿੱਛੇ ਹਾਂਜੀ, ਕਰਨੇ। ਪਹਿਲੇ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਤੱਕ ਵੀ ਜਿਹੜੇ Amazon ਦੇ ਉੱਤੇ ਆਪਣੇ ਪ੍ਰੋਡਕਟ ਵੇਚਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਕਿ ਅੱਜ ਤੋਂ 5 ਸਾਲ ਪਹਿਲਾਂ ਤੱਕ ਜੇ ਤੁਸੀਂ ਇੱਕ ਜੈਨਰਿਕ ਪ੍ਰੋਡਕਟ ਬਣਾਉਂਦੇ ਹੋ ਈਜ਼ੀਲੀ ਤੁਸੀਂ Amazon ਦੇ ਉੱਤੇ ਥੋੜੀ ਐਡਵਰਟਾਈਜ਼ਮੈਂਟ ਦੇ ਨਾਲ ਸੈਲ ਕਰ ਲੈਂਦੇ ਸੀ। ਹੁਣ ਉਹਦੇ ਵਿੱਚ ਰਾਜਕਰਨ ਕੀ ਹੁੰਦਾ ਕਿ ਬਿਲਕੁਲ ਉਸੇ ਫੀਲਡ ਤੇ ਬਹੁਤ ਜ਼ਿਆਦਾ ਬੰਦੇ ਹੋਣਗੇ ਤੇ ਤੁਹਾਡੀ ਐਡਵਰਟਾਈਜ਼ਮੈਂਟ ਕਾਸਟ ਜਿਹੜੀ ਹੈ ਗੋਇੰਗ ਥਰੂ ਦ ਰੂਫ। ਤੇ ਉਹ ਕਿਤੇ ਐਡਵਰਟਾਈਜ਼ਮੈਂਟ ਕਾਸਟ ਕਿੱਥੇ ਜਾ ਰਹੀ ਹੈ, ਉਹਦਾ ਪ੍ਰੋਫਿਟ ਕਿੱਥੇ ਕੋ ਆ ਰਿਹਾ, ਜਿਨ੍ਹਾਂ ਨੇ ਤੁਹਾਨੂੰ ਕਲਾਊਡ ਰੈਂਟ ਸਪੇਸ ਜਿਹੜੀ ਉਹ ਰੈਂਟ ਕੀਤੀ ਹੁੰਦੀ ਹੈ। ਰਾਈਟ, ਸੋ ਇਹ ਜਿਹੜੀ ਕੁਛ ਚੀਜ਼ਾਂ ਵਾ ਇਹ ਆਈਡੀਆ ਲੈ ਕੇ ਇਹ ਬੁੱਕ ਜਿਹੜੀ ਉਹ ਲਿਖੀ ਗਈ ਆ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸਰੋਤੇ ਆ ਤੇ ਵਿਊਅਰਸ ਆ ਉਹ ਆਪਣੀ ਇਹ ਤੋਂ ਸਹਿਜ ਅੰਦਾਜ਼ੇ ਲਾ ਲੈਣ ਕਿ ਇਹ ਗੱਲ ਠੀਕ ਆ ਨਹੀਂ ਠੀਕ ਆ, ਕਿੰਨੀ ਐਕਸੈਜਰੇਟਡ ਆ। ਅੱਛਾ, ਇਹ ਗੱਲ ਨੂੰ ਹੁਣ ਜਿਚਾਉਣ ਦਾ ਪੂਰਾ ਚੱਲ ਰਿਹਾ। ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਵੀ ਉਹ ਜਿੰਨੇ ਕਿ ਸਾਰੇ ਹੈਗੇ ਆ ਇਹ ਟੈਕਨੋਕ੍ਰੈਟਸ, ਟੈਕਨੋ ਫਿਊਡਲਸ ਆਪਾਂ ਕਹਿ ਲਈਏ ਵੀ ਹੁਣ ਸਾਰੇ ਇੱਕ ਭਾਸ਼ਾ ਜਿਹੜੀ ਉਹ ਬੋਲ ਰਹੇ ਆ ਵੀ ਜਿੱਦਾਂ ਇਹਨਾਂ ਦੀ ਇਕੱਠਿਆਂ ਮੀਟਿੰਗ ਹੋਈ ਹੁੰਦੀ ਵੀ ਆਹ ਸਾਡੇ ਟਾਕਿੰਗ ਪੁਆਇੰਟ ਆ ਵੀ ਆਪਾਂ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਕਰਨੀ ਆ। ਇਹ ਤਾਂ ਜਿਹੜਾ ਬੋਲ ਰਹੇ ਆ। ਅੱਗੇ ਕੀ ਹੁੰਦਾ ਸੀ ਨਾ, ਆਪਾਂ ਈਵਨ ਕੈਪੀਟਲਿਸਟ ਜਿਹੜੀ ਸੁਸਾਇਟੀ ਦੇ ਵਿੱਚ ਹੁੰਦਾ ਸੀਗਾ ਵੀ ਜਿਹੜਾ ਕੋਈ ਮਾਲਕ ਆ ਜਾਂ ਕੰਪਨੀ ਵਾਲੇ ਆ ਉਹਨਾਂ ਦਾ ਇੱਕੋ ਇੱਕ ਹੁੰਦਾ ਸੀਗਾ ਵੀ ਮਨੀ ਵੱਧ ਤੋਂ ਵੱਧ ਬਣਾਉਣੀ। ਹੁਣ ਮਨੀ ਪਲੱਸ ਪੋਲੀਟੀਕਲ ਕੰਟਰੋਲ ਵੀ ਜਿਹੜਾ ਇਹਨਾਂ ਦਾ ਨਾਲ ਜਿਹੜਾ ਜੁੜ ਚੁੱਕਾ ਹੈਗਾ ਆ। ਸੋ ਇਹਦੇ ਪੋਲੀਟੀਕਲ ਕਨਸੀਕੁਐਂਸ ਵੀ ਕਈ ਤਰੀਕੇ ਦੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ। ਆਪਾਂ ਦੇਖ ਰਹੇ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੇ ਵੱਸ ਦੇ ਵਿੱਚ ਰੱਖਣਾ ਵੀ ਰੈਗੂਲੇਸ਼ਨਸ ਉਸ ਹਿਸਾਬ ਦੇ ਨਾਲ ਰਹਿਣ ਵੀ ਸਾਨੂੰ ਆਸਾਨੀ ਜਿਹੜੀ ਉਹ ਮਿਲਦੀ ਜਿਹੜੀ ਉਹ ਰਵੇ, ਵੀ ਅਸੀਂ ਆਪਣਾ ਇਹ ਕੰਟਰੋਲ ਹੋਰ ਜ਼ਿਆਦਾ ਮਜ਼ਬੂਤ ਕਰਦੇ ਜਿਹੜਾ ਉਹ ਰਹੀਏ। ਸੋ ਪੂਰਾ ਜ਼ੋਰ ਲੱਗਾ ਆ ਵੀ ਉਹਨਾਂ ਦੇ ਪਸੰਦੀਦਾ ਜਿਹੜੇ ਕੈਂਡੀਡੇਟਸ ਆ ਉਹੀ ਪੋਲੀਟੀਕਲੀ ਅੱਗੇ ਆਉਣ। ਇਹ ਵੈਸੇ ਰਾਜਕਰਨ ਕੋਈ ਨਵੀਂ ਗੱਲ ਨਹੀਂ ਆ। ਜਿਹੜੇ ਵੀ ਇਸ ਲੈਵਲ ਦੀ ਗੇਮ ਪਲੇ ਕਰਦੇ ਆ ਉਸ ਹਾਈ ਲੈਵਲ ਦੇ ਉੱਤੇ ਉਹਨਾਂ ਨੂੰ ਪਤਾ ਹੀ ਹੁੰਦਾ। ਹੁਣ ਮੈਂ ਬਹੁਤਾ ਦੂਰ ਨਹੀਂ ਜਾਂਦਾ, ਆਪਾਂ ਇੱਕ ਇਹਦੇ 'ਚ ਐਗਜ਼ਾਮਪਲ ਲੈ ਲੈਂਦੇ ਹਾਂ ਕਿ $250 ਮਿਲੀਅਨ ਇਲਨ ਮਸਕ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਦੇ ਉੱਤੇ ਖਰਚਦੇ ਆ ਤੇ 2-3 ਸਾਲ ਬਾਅਦ ਇਹ ਦੁਨੀਆ ਦੇ ਸਭ ਤੋਂ ਵੱਡੇ ਤੇ ਉਹਨਾਂ ਦੀ ਜਿਹੜੀ ਵੈਲਥ ਟ੍ਰਿਲੀਅਨ ਤੱਕ ਪਹੁੰਚ ਜਾਂਦੀ। ਇਹਦੇ ਤੋਂ ਤੁਸੀਂ ਆਪ ਹੀ ਕੋਈ 2+2 4 ਤਾਂ ਆਪ ਹੀ ਕਰ ਸਕਦੇ ਹੋ ਨਾ ਇਸ ਚੀਜ਼ ਤੋਂ। ਬਿਲਕੁਲ। ਸੋ ਵੈਸੇ ਇੱਕ ਮੈਂ ਆਪਣੇ ਪੰਜਾਬੀ ਟ੍ਰਿਬਿਊਨ ਦੇ ਨਾ ਐਡੀਟਰ ਸੀ ਪੁਰਾਣੇ, ਮੈਂ ਉਹਨਾਂ ਦੇ ਨਾਲ ਗੱਲ ਕਰਦਾ ਸੀ ਸਮਰ ਦੇ ਵਿੱਚ ਉਹਨਾਂ ਦੇ ਘਰੇ ਬੈਠੇ ਸੀ। ਸੋ ਉਹਨੇ ਇੱਕ ਗੱਲ ਕੀਤੀ, ਕਹਿੰਦੇ ਜਿਹੜੇ ਬਿਜ਼ਨਸ ਹੈ ਪੋਲੀਟੀਕਲ ਛਤਰਛਾਇਆ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ। ਸਹੀ, ਜਿਹੜੇ ਖਾਸ ਕਰਕੇ ਜ਼ਿਆਦਾ ਵੱਡੇ ਨੇ। ਹਾਂਜੀ, ਜਿਹੜੇ ਵੱਡੇ ਬਿਜ਼ਨੈਸਿਸ ਆ ਇਨ ਜਨਰਲ ਉਹ ਪੋਲੀਟੀਕਲ, ਛੋਟੇ ਵੀ ਬਿਜ਼ਨਸ ਨੂੰ ਇੱਕ ਇਨਵਾਇਰਨਮੈਂਟ ਚਾਹੀਦਾ ਹੁੰਦਾ ਚੱਲਣ ਦੇ ਵਾਸਤੇ, ਤਾਂ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਚੱਲ ਹੀ ਨਹੀਂ ਸਕਦੇ। ਸੋ ਇਹ ਚੀਜ਼ ਹੈ ਜਦੋਂ ਮੈਂ ਆਪਣੇ CTO ਦੇ ਜਿਹੜੀ ਮੈਂ ਐਗਜ਼ਾਮਪਲ ਭਾਜੀ ਉਹਨਾਂ ਦੀ ਪਹਿਲਾਂ ਕੀਤੀ ਆ ਉਹਦੀ ਮੈਂ ਦੁਬਾਰਾ ਇਹਦੇ ਵਿੱਚ ਵੀ ਗੱਲ ਕੀਤੀ ਵੀ ਉਹਨਾਂ ਨੂੰ ਆਪਾਂ ਕੁਛ ਗੱਲ ਕਰਕੇ ਗਏ ਤੇ ਮੇਰੇ ਇੱਕ ਨਾਲ ਫਰੈਂਡ ਸੀ, ਉਹ ਕਹਿੰਦੇ ਕਿ ਆਪਾਂ ਕੋਈ ਸਟਾਰਟਅਪ ਦੇ ਬਾਰੇ ਆਈਡੀਆ ਲੈ ਕੇ ਉਹਨਾਂ ਨੂੰ ਗਿਆ। ਕਹਿੰਦਾ ਯਾਰ ਤੇਰਾ ਸਟਾਰਟਅਪ ਤੋਂ ਉਹਦਾ ਆਈਡੀਆ ਤਾਂ ਤੇਰਾ ਠੀਕ ਆ, ਪਰ ਇਹਨੂੰ ਜੇ ਤੂੰ ਲੈ ਕੇ ਅੱਗੇ ਜਾਣਾ ਵਾ ਤੇ ਇਹਦਾ ਤੈਨੂੰ ਕੋਈ ਮੋਟ ਬਣਾਉਣਾ ਪੈਣਾ। ਮੋਟ ਹੁੰਦਾ ਰਾਜਕਰਨ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੁਰਾਣੇ ਟਾਈਮ ਦੇ ਵਿੱਚ ਇੱਕ ਕਿਲਾ ਹੁੰਦਾ ਸੀ ਤੇ ਕਿਲੇ ਵਿੱਚ ਪਾਣੀ ਹੁੰਦਾ ਸੀ ਆਲੇ ਦੁਆਲੇ ਹੈ, ਉਹਨੂੰ ਮੋਟ ਕਹਿੰਦੇ ਆ। ਬਿਜ਼ਨਸ ਵਿੱਚ ਵੀ ਮੋਟ ਹੁੰਦਾ ਜਿਹਦੇ ਵਿੱਚ ਤੁਸੀਂ ਇਹ ਦੇਖਣਾ ਹੁੰਦਾ ਕਿ ਬਾਕੀ ਬਿਜ਼ਨਸ ਦੀ ਤੁਹਾਡੇ ਤੱਕ ਪਹੁੰਚ ਨਾ ਹੋਵੇ, ਤੁਹਾਡਾ ਕੁਛ ਮੋਟ ਹੋਵੇ ਜਿਹਦੇ ਕਰਕੇ ਤੁਸੀਂ ਸਰਵਾਈਵ ਕਰ ਸਕੋ। ਸੋ ਉਹਦੇ ਵਿੱਚ ਕਹਿੰਦਾ ਯਾਰ ਬਿਜ਼ਨਸ ਮੋਟ ਨਹੀਂ ਹੈਗਾ ਤੇਰਾ ਕੋਈ, ਅਨਲੈਸ ਤੂੰ ਕੋਈ ਰੈਗੂਲੇਸ਼ਨ ਇਦਾਂ ਦੀ ਲੈ ਕੇ ਆਉਂ ਸਟੇਟ ਦੇ ਉੱਤੇ ਜਾਂ ਫੈਡਰਲ ਲੈਵਲ ਦੇ ਉੱਤੇ ਕਿ ਜਿਹੜਾ ਇਸ ਬਿਜ਼ਨਸ ਨੂੰ ਸਪੋਰਟ ਕਰ ਸਕੇ, ਹੋਰ ਤੁਹਾਡੇ ਕੋਈ ਕੰਪੀਟੀਸ਼ਨ 'ਚ ਨਾ ਆ ਸਕੇ। ਹੁਣ ਜਿਹੜੇ ਆਪਣੇ ਫਾਰਮੂਲਾਜ਼ ਵੀ ਆ ਜਿਹਦੇ ਬਾਰੇ ਮੋਰਚਾ ਲੱਗਾ ਸੀ, ਉਹ ਦੈਟ ਵਾਜ਼ ਆਲ ਅਬਾਊਟ ਫਾਰਮ ਕੰਟਰੋਲ ਰੈਗੂਲੇਸ਼ਨਸ ਉਦਾਂ ਲੈ ਕੇ ਆ ਰਹੇ ਸੀ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਕੋਈ ਨਵੀਂ ਨਹੀਂ ਹੈਗੀ। ਪੋਲੀਟੀਕਲ ਸਰਪ੍ਰਸਤੀ ਜਿਹੜੀ ਆ ਉਹ ਹਮੇਸ਼ਾ ਹੀ ਬਿਜ਼ਨਸਿਸ ਦੇ ਦੁਆਲੇ ਰਹਿੰਦੀ ਆ। ਸਟੇਬਿਲਿਟੀ ਉਹਨਾਂ ਨੂੰ ਚਾਹੀਦੀ ਹੁੰਦੀ ਆ, ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੂੰ ਕਾਰਜ ਜਿਹੜੇ ਆ ਬਿਜ਼ਨਸ ਨੂੰ ਰਨ ਕਰਨ ਦੇ ਵਾਸਤੇ ਪੋਲੀਟੀਕਲ ਸਰਪ੍ਰਸਤੀ ਦੇ ਹੇਠਾਂ ਚਾਹੀਦੇ। ਹਾਂ, ਕੀ ਹੁੰਦਾ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜਾ ਕਿ ਅਸੀਂ ਦੁਨੀਆ ਭਰ ਦੇ ਵਿੱਚ ਦੇਖ ਰਹੇ ਹਾਂ ਕਿ ਜਿਹੜੀ ਪੋਲੀਟੀਕਲ ਕਲਾਸ ਆ ਉਹ ਹੀ ਇੰਨੀ ਕਿ ਜ਼ਿਆਦਾ ਕਰਪਟ ਹੋ ਜਾਂਦੀ ਹੈ, ਉਹ ਲੋਕਾਂ ਦਾ ਲਹੂ ਚੂਸਣ ਲੱਗ ਪੈਂਦੀ ਹੈ, ਜਿਹਦੇ ਕਰਕੇ ਅਮੀਰ ਗਰੀਬ ਦਾ ਜਿਹੜਾ ਪਾੜਾ ਉਹਦੇ ਨਾਲ ਵੱਧਦਾ ਜਾਂਦਾ, ਜਿਹਦੇ ਕਰਕੇ ਓਵਰ ਦਾ ਪੀਰੀਅਡ ਆਫ ਟਾਈਮ ਫਿਰ ਚੱਕ ਥੱਲ ਹੁੰਦੀ ਹੈ ਤੇ ਫਿਰ ਜਿਹੜਾ ਸਾਰਾ ਸਿਸਟਮ ਉਹ ਰੀਸੈਟ ਹੁੰਦਾ। ਸੋ ਉਹ ਸਭ ਸਾਰੇ ਇਹ ਜੇ ਬਾਹਰ ਓਵਰ ਦਾ ਪੀਰੀਅਡ ਆਫ ਟਾਈਮ ਪਿਛਲੇ ਸਦੀਆਂ ਦੀ ਤੁਸੀਂ ਐਗਜ਼ਾਮਪਲਾਂ ਦੇਖ ਲਓ, ਹੈ ਨਾ, ਸੈਂਕੜੇ ਸਦੀਆਂ ਦੇ ਵਿੱਚ ਇੱਦਾਂ ਹੀ ਚੱਲਦਾ ਆ ਰਿਹਾ, ਭਾਵੇਂ ਕਿ ਉਹ ਰਾਜਾਸ਼ਾਹੀ ਹੋਏ, ਭਾਵੇਂ ਉਹ ਇੰਡਸਟਰੀਅਲ ਰੈਵੋਲੂਸ਼ਨ ਹੋਇਆ, ਭਾਵੇਂ ਉਸ ਤੋਂ ਬਾਅਦ ਤੁਸੀਂ ਹੁਣ ਕੈਪੀਟਲਿਸਟ ਸੁਸਾਇਟੀ ਸੋਸ਼ਲਿਸਟ ਦੇ ਨਾਲ ਵੀ ਇੱਦਾਂ ਹੀ ਹੋਇਆ, ਹੈ ਨਾ। ਹੁਣ ਕੈਪੀਟਲਿਸਟ ਸੁਸਾਇਟੀ ਦੇ ਨਾਲ ਵੀ ਆਪਾਂ ਉੱਦਾਂ ਹੀ ਦੇਖ ਰਹੇ ਹਾਂ, ਕਿਉਂਕਿ ਬੰਦੇ ਦੀ ਜਿਹੜੀ ਆਦਤਾਂ ਹੁੰਦੀਆਂ ਉਹ ਤਾਂ ਨਹੀਂ ਨਾ ਬਦਲਦੀਆਂ, ਉਹ ਉੱਦਾਂ ਹੀ ਰਹਿੰਦੀਆਂ ਹੈ।
ਉਹ ਉਸ ਹਿਸਾਬ ਦੇ ਨਾਲ ਹੀ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਅੱਛਾ, ਜੀ ਮੈਨੂੰ ਲੱਗਦਾ ਇਸੇ ਦਰਮਿਆਨ ਹੀ ਜਿਹੜਾ ਹੁਣ ਕਿਉਂਕਿ ਜਿਹੜੀ ਮਾਸਿਸ ਆ ਉਹਨਾਂ ਦਾ ਧਿਆਨ ਵੀ ਡਾਇਵਰਟ ਕਰਨਾ ਜ਼ਰੂਰੀ ਹੁੰਦਾ ਵੀ ਇਹ ਚੀਜ਼ਾਂ ਨਾ ਸਮਝਣ, ਵੀ ਆਪਾਂ ਹੌਲੀ ਹੌਲੀ ਕੰਟਰੋਲ ਕਰ ਲਈਏ, ਨਹੀਂ ਤਾਂ ਇਹ ਗੱਲ ਉੱਥੇ ਹੀ ਆ ਕੇ ਜੁੜਦੀ ਹੈ ਜਿੱਥੋਂ ਜੇ ਆਪਾਂ ਜਿਹੜਾ ਦੁਬਾਰਾ ਸ਼ੁਰੂ ਕੀਤੀ ਸੀ ਵੀ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਸ਼ਾਂਤਮਈ ਮਾਹੌਲ ਜਿਹਾ ਬਣਾ ਕੇ ਰੱਖਣਾ ਜਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਮਹਿਸੂਸ ਕਰਨਾ ਵੀ ਤੁਸੀਂ ਇੰਪੋਰਟੈਂਟ ਵੀ ਹੈਗੇ ਆ, ਪਰ ਨਾਲ ਦੇ ਨਾਲ ਲੋਕਾਂ ਨੂੰ ਆਪਸ ਦੇ ਵਿੱਚ ਪਾੜ ਕੇ ਵੀ ਰੱਖਣਾ, ਪਾੜਾ ਵੀ ਪਾ ਕੇ ਜਿਹੜਾ ਉਹ ਰੱਖਣਾ। ਇਸ ਲਈ ਆਪਾਂ ਅੱਜ ਕੱਲ ਇਹ ਵੀ ਦੇਖ ਰਹੇ ਹਾਂ ਵੀ ਜਿਹੜੀ ਫਿਜ਼ੀਕਲ ਸਪੇਸਿਸ ਆ ਉਹਨਾਂ ਦੀ ਥਾਂ ਹੁਣ 100% 100% ਨਹੀਂ ਤਾਂ ਥੋੜੀ ਜਿਹੀ ਉਸ ਤੋਂ ਘੱਟ, ਮੈਜੋਰਿਟੀ, ਨਹੀਂ ਹਾਂ ਮੈਜੋਰਿਟੀ ਕਹਿ ਸਕਦੇ ਜੀ ਕੋਈ ਮੈਜੋਰਟੀ ਜਿਹੜੀ ਆ ਡਿਜੀਟਲ ਸਪੇਸਿਸ ਨੇ ਜਿਹੜੀ ਉਹ ਲੈ ਲਈ ਆ। ਉੱਥੇ ਹੀ ਹਰ ਇੱਕ ਚੀਜ਼ ਦਾ ਹੱਲ ਕੱਢਣਾ, ਉੱਥੇ ਹੀ ਜਿਹੜੀ ਆ ਉਹ ਤੁਹਾਡੇ ਵਿਚਾਰਾਂ ਦੇ ਤਕਰਾਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ। ਤੁਹਾਡਾ ਜਿਹੜਾ ਕੰਸੈਂਟ ਬਣਾਉਣਾ ਕਿਸੇ ਚੀਜ਼ ਨੂੰ ਲੈ ਕੇ, ਤੇ ਜਾਂ ਤੁਸੀਂ ਕਿਸੇ ਚੀਜ਼ ਦੇ ਪ੍ਰਤੀ ਉਸ ਦੇ ਵਿੱਚ ਤੁਹਾਡਾ ਉਲਟ ਤੁਹਾਨੂੰ ਕਰਨਾ, ਉਹਦਾ ਬਹੁਤ ਜ਼ੋਰ ਲੱਗਾ ਹੋਇਆ ਹੁਣ ਡਿਜੀਟਲ ਸਪੇਸਿਸ ਦੇ ਉੱਤੇ। ਹਾਂਜੀ ਬਿਲਕੁਲ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਰਾਜਕਰਨ ਕਿ ਕੈਂਬਰਿਜ ਐਨਾਲਿਟਿਕਾ ਤੋਂ ਲੈ ਕੇ ਅੱਜ ਕੱਲ੍ਹ ਸਿੱਖਾਂ ਦੇ ਮਸਲਿਆਂ ਦੇ ਵਿੱਚ ਇਹ ਚੀਜ਼ ਆਪਾਂ ਨੂੰ ਬਹੁਤ ਮਿਲਦੀ ਹੈ। ਕਿਉਂਕਿ ਜੇ ਆਪਾਂ ਸਿੱਖਾਂ ਦਾ ਪੁਰਾਣਾ ਪ੍ਰਬੰਧ ਦੇਖ ਲਈਏ, ਪੁਰਾਣਾ ਕਿ ਜਿਹੜੇ ਟਾਈਮ ਦੇ ਉੱਤੇ ਵੀ ਆਪਾਂ ਪ੍ਰਬੰਧ ਦੇਖੇ, ਜਿਹੜੇ ਟਾਈਮ ਦੇ ਉੱਤੇ ਸਿੱਖਾਂ ਨੇ ਤਰੱਕੀ ਕੀਤੀ ਆ ਜਾਂ ਕਿਸੇ ਪੋਜ਼ਿਟਿਵ ਪਾਸੇ ਨੂੰ ਤੁਰੇ ਆ, ਤੇ ਜਾਂ ਆਪਣੇ ਉਤੋਂ ਵੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਦੇ ਉੱਤੇ ਵੀ ਆਪਾਂ ਚੱਲ ਜਾਈਏ ਤੇ ਇੱਕ ਸੰਵਾਦ ਦੀ ਗੱਲ ਕਰਦੇ ਸੀ, ਹੈਨਾ। ਹੁਣ ਇਹਦੇ ਵਿੱਚ ਭਾਵੇਂ ਜੋਗੀਆਂ ਦਾ ਜਿਹੜਾ ਜੋਗ ਮਤ ਆ ਉਹਨਾਂ ਨੂੰ ਵੀ ਵਨ ਆਫ ਤਿੰਨ ਗਿਆ ਨਾ ਕਿ ਬ੍ਰਾਹਮਣ, ਕਾਜ਼ੀ ਤੇ ਜਿਹੜੇ ਜੋਗੀ ਆ, ਹਨਾ, ਤਿੰਨੇ ਉਜਾੜੇ ਦਾ ਬੰਧ ਦੀ ਗੱਲ ਕੀਤੀ ਹੈ। ਪਰ ਫਿਰ ਵੀ ਉਹਨਾਂ ਸਿੱਧਾਂ ਦੇ ਨਾਲ, ਜੋਗੀਆਂ ਦੇ ਨਾਲ, ਨਾਥਾਂ ਦੇ ਨਾਲ ਇੱਕ ਸੰਵਾਦ ਰਚਾਉਂਦੇ ਸੀ। ਤੇ ਉਹਦੀਆਂ ਮੈਂ ਪੜ੍ਹਦਾ ਸੀ, ਹਨਾ, ਉਹਦੇ ਬਾਰੇ ਵੀ, ਤੇ ਇੰਨੀ ਜ਼ਿਆਦਾ ਵੇਰੀਏਸ਼ਨ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ। ਸਿਆਣੇ ਸੀ ਉਹ ਵੀ, ਹਨਾ, ਉਹਨਾਂ ਵੀ ਅੱਗੋਂ ਕੁਛ ਸਵਾਲ ਜਵਾਬ ਕੀਤੇ ਵੀ ਜਿਹੜੇ ਕਿ ਬੜੇ ਉੱਚੇ ਲੈਵਲ ਦੇ ਉੱਤੇ, ਤੇ ਇੱਕ ਰਿਸਪੈਕਟਫੁਲ ਜਿਹਾ ਰਿਲੇਸ਼ਨਸ਼ਿਪ ਸਮਾਜ ਦੇ ਵਿੱਚ ਉਹਨਾਂ ਦੇ ਹੈਗਾ ਸੀ। ਸੋ ਗੱਲ ਇਹ ਆ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੇ ਖਾਸ ਤੌਰ ਤੇ ਆਪਾਂ ਸਿੱਖਾਂ ਦੇ ਸੰਦਰਭ ਦੇ ਵਿੱਚ ਜਾਂ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਗੱਲ ਕਰ ਲਈਏ, ਉਹਨਾਂ ਇਹ ਆ ਵੀ ਲੋਕਾਂ ਨੂੰ ਇਕੱਠੇ ਨਹੀਂ ਬਹਿਣ ਦੇਣਾ। ਠੀਕ ਆ। ਸੋ ਉਹਦੇ ਵਾਸਤੇ ਇਹ ਆ ਕਿ ਸਿੱਖਾਂ ਦੇ ਮਾਮਲੇ ਦੇ ਵਿੱਚ ਇੱਕ ਸਿੱਧੇ ਤੌਰ ਦੇ ਉੱਤੇ ਸਰਕਾਰੀ ਵੀ ਆ, ਸਾਨੂੰ ਪਤਾ ਹੀ ਆ, ਹਨਾ, ਉਹਦੇ ਵਿੱਚ ਕਾਫੀ ਕੁਛ ਇਹਦਾ ਆਪਾਂ ਐਗਜ਼ਾਮਪਲ ਮਿਸ਼ਨਰੀ ਤੇ ਟਕਸਾਲੀਆਂ ਦੀ ਲੜਾਈ ਦੇ ਵਿੱਚ ਦੇਖਿਆ ਹੀ ਆ। 2015, 16, 17 ਦੇ ਗੇਟ ਦੇ ਵਿੱਚ ਕਿੰਨੀ ਇੱਕ ਦੂਜੇ ਦੇ ਬਾਅਦ ਤਹਮਤਬਾਜ਼ੀ ਸਭ ਸੋਸ਼ਲ ਮੀਡੀਆ, ਫੇਸਬੁੱਕ ਦੇ ਰਾਹੀਂ ਹੋਈ ਆ, ਜਦ ਕਿ ਉਵੇਂ ਭਾਵੇਂ ਇਕੱਠੇ ਬਹਿ ਜਾਂਦੇ ਹੁਣ ਆਮ ਲੋਕਾਂ ਨੂੰ ਕੋਈ ਡਰ ਹੁੰਦਾ ਨਹੀਂ, ਹਨਾ। ਸੋਸ਼ਲ ਮੀਡੀਆ ਤੇ ਲੱਗਦਾ ਵੀ ਇੱਕ ਦੂਜੇ ਤੇ ਕਿਰਪਾਨਾਂ ਹੀ ਚੱਕੀ ਰੱਖਦੇ ਆ। ਸੋ ਇੱਥੇ ਇਹ ਆ ਕਿ ਇੱਕ ਇੱਦਾਂ ਦਾ ਇਨਫਰਾਸਟਰਕਚਰ ਜਿਹੜਾ ਉਹ ਸਿੱਖਾਂ ਦੇ ਵਿੱਚ ਰਾਜ ਕਰਨ, ਅਗੇਨ ਮੈਂ ਡੇਟਾ ਬੇਸ ਦੀ ਗੱਲ ਕਰਦਾ, ਕੋਈ ਇੱਦਾਂ ਦਾ ਹੈਗਾ ਕਿ ਜਿਹੜਾ ਉਹਨਾਂ ਨੂੰ ਆਪਸੀ ਵਿਵਾਦ ਨੂੰ, ਜਿਹੜੀ ਕੋਈ ਇਸ਼ੂ ਵੀ ਨਹੀਂ ਹੁੰਦਾ, ਉਹਨੂੰ ਭੜਕਾਉਣ ਦੇ ਵਾਸਤੇ, ਇੱਕ ਦੂਜੇ ਵਿੱਚ ਨਫ਼ਰਤ ਫੈਲਾਉਣ ਦੇ ਵਾਸਤੇ, ਤੇ ਸਿੱਖਾਂ ਦਾ ਸਮਾਂ ਖਰਾਬ ਕਰਨ ਵਾਸਤੇ, ਬੇਸਿਕਲੀ ਜਿਹੜੀਆਂ ਗੱਲਾਂ ਮੈਟਰ ਵੀ ਨਹੀਂ ਕਰਦੀਆਂ ਉਹਦੇ ਉੱਤੇ ਇੱਕ ਦੂਜੇ ਨੂੰ ਉਲਝਾਈ ਜਾਣਾ। ਠੀਕ ਆ। ਤੇ ਉਹਦੇ ਵੱਲੋਂ ਕੁਛ ਨਾ ਉਹਦੀ ਕਰਨ ਵਾਲੀਆਂ ਕੁਛ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਹੈਗੀਆਂ ਵੀ ਕਈ ਜਿਹੜੇ ਸਿੱਖਾਂ ਦੇ ਇਨਫਰਾਸਟਰਕਚਰ ਆ ਜਾਂ ਮਹਾਰਾਜ ਵੱਲੋਂ ਸਿੱਖਾਂ ਨੂੰ ਕਈ ਦਾਤਾਂ ਬਖਸ਼ੀਆਂ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਲੰਗਰ ਦੀ ਇੱਕ ਦਾਤ ਆ ਗੁਰੂ ਸਾਹਿਬ ਨੇ ਸਾਨੂੰ ਦਿੱਤੀ, ਉਹਦੇ ਉੱਤੇ ਉਹਦੇ ਖਿਲਾਫ ਬਹੁਤ ਜ਼ਿਆਦਾ ਆਨਲਾਈਨ ਬੇਨਾਮੀ ਸਫਿਆਂ ਦੇ ਉੱਤੋਂ ਬੜਾ ਭੰਡੀ ਪ੍ਰਚਾਰ ਹੁੰਦਾ, ਉਹਦੇ ਵਿੱਚ ਆਪਾਂ ਵੱਡੀ ਐਗਜ਼ਾਮਪਲ ਦੇਖਦੇ ਨੇ ਖਾਲਸਾ ਏਡ ਦੇ ਨਾਲ, ਹਨਾ, ਕਈ ਹੋਰ ਸਿੱਖ ਸੰਸਥਾਵਾਂ ਦੇ ਖਿਲਾਫ ਜਿਹੜੀ ਗੱਲਬਾਤ ਵੀ ਸਿੱਖ ਦਾ ਹੈ ਜੀ ਲਾਂਗਰੀ ਵੀ ਹੜਾਂ 'ਚ ਮਦਦ ਕਰਨ ਕਿਉਂ ਚਲੇ ਗਏ, ਉੱਥੇ ਕਿਉਂ ਚਲੇ ਗਏ, ਜਦ ਕਿ ਕੋਈ ਐਡੀ ਕੋਈ ਸਵਾਲ ਕਰਨ ਲੱਗ ਜਾਂਦੇ ਆ ਨਾ। ਜਦ ਕਿ ਜੇ ਆਪਾਂ ਵੇਖਿਆ ਜਾਏ ਤੇ ਪਿਛਲੇ ਤਕਰੀਬਨ ਜਿੰਨੀ ਕਿ ਸਾਡੀ ਉਮਰ ਰਾਜ ਕਰਨ, ਹੈ ਨਾ, 35 ਦੇ ਸਾਲਾਂ ਤੋਂ, ਚਲੋ ਆਪਾਂ 20 ਸਾਲਾਂ ਤੋਂ ਜਦੋਂ ਹੋਸ਼ ਚੰਗੀ ਤਰ੍ਹਾਂ ਸੰਭਾਲੀ ਆ, ਤੇ ਉਹਦੇ ਵਿੱਚ ਇਹ ਦੇਖ ਰਹੇ ਕਿ ਜਦੋਂ ਸਿੱਖਾਂ ਦੀ ਸਾਖ ਕਿਸੇ ਚੰਗੀ ਤਰ੍ਹਾਂ ਬਹਾਲੀ ਹੋਈ ਹੈ ਤੇ ਉਹ ਗੁਰੂ ਸਾਹਿਬ ਦੇ ਬਖਸ਼ੇ ਇੰਸਟੀਟਿਊਸ਼ਨਸ ਵੱਲੋਂ ਹੀ ਹੋਈ ਆ। ਉਹਦੇ ਵਿੱਚ ਲੰਗਰ ਆ ਜਿਹਨੂੰ ਪੰਗਤ ਕਹਿੰਦੇ ਆ, ਹਨਾ, ਤੇ ਉਹਦੇ ਵਿੱਚ ਆਪਣੀ ਅਕਾਲ ਤਖਤ ਐਗਜ਼ਾਮਪਲ ਕਈ ਕੇਸਿਸ ਵਿੱਚ ਆਪਾਂ ਦੇਖ ਲਿਆ, ਹਨਾ, ਤੇ ਜਾਂ ਜਿਹੜੇ ਸਿੱਖਾਂ ਦੇ ਵੱਲੋਂ ਕੁਛ ਇਕੱਠੇ ਹੋ ਕੇ ਜਿਹੜੇ ਐਫਰਟ ਕੀਤੇ ਜਾਂਦੇ ਆ, ਜਿੱਦਾਂ ਦਿੱਲੀ ਦੇ ਵਿੱਚ ਦੰਗੇ ਹੁੰਦੇ ਆ, ਮੈਂ ਮੁਸਲਿਮ ਐਂਟੀ ਮੁਸਲਿਮ ਦੰਗਿਆਂ ਦੀ ਗੱਲ ਕਰਦਾ 2020 ਵਾਲੇ, ਹਾਂਜੀ ਹਾਂਜੀ, ਤੇ ਉਹਦੇ ਵਿੱਚ ਵੀ ਸਿੱਖਾਂ ਦੀ ਜਿਹੜੀ ਸਾਖ ਆ ਉਹ ਇਸੇ ਚੀਜ਼ ਨੇ ਬੁਲੰਦ ਕੀਤੀ ਆ। ਪਿੱਛੇ ਜਿਹੜਾ ਤੁਸੀਂ
ਜੰਤਰ ਮੰਤਰ ਵਿੱਚ ਧਰਨਾ ਚੱਲਿਆ, ਉਹਦੇ ਵਿੱਚ ਵੀ ਬੰਗਲਾ ਸਾਹਿਬ ਦੀ ਲੰਗਰ ਦੀ ਈਵਨ ਜਿਹੜੀ ਕੋਵਿਡ ਦੇ ਵਿੱਚ ਆਕਸੀਜਨ ਦੇ ਲੰਗਰ ਕੋਵਿਡ ਦੇ ਲਾਉਣ ਵਿੱਚ ਵੇਲੇ। ਲੰਗਰ ਲਾਉਣੇ, ਤਾਂ ਉਸ ਚੀਜ਼ ਨੇ ਤਾਂ ਸਿੱਖਾਂ ਨੂੰ ਚੜ੍ਹਾਈ ਬਖਸ਼ੀ ਆ। ਪਰ ਜੇ ਤੁਸੀਂ ਆਨਲਾਈਨ ਦੇਖੋ ਤੇ ਉਹਦੇ ਵਿੱਚ ਕਿੰਨਾ ਭੰਡੀ ਪ੍ਰਚਾਰ ਹੁੰਦਾ ਲੰਗਰ ਦੇ ਖਿਲਾਫ। ਉਹ ਬੰਦਾ ਜਿਹੜਾ ਕਰ ਰਿਹਾ ਹੁੰਦਾ ਉਹਨੂੰ ਵੀ ਲੱਗਦਾ ਯਾਰ ਮੈਂ ਕਿਤੇ ਕੁਝ ਗਲਤ ਤਾਂ ਨਹੀਂ ਕਰੀ ਜਾਂਦਾ। ਹਾਂਜੀ। ਸੋ ਬੇਸਿਕਲੀ ਜਿਹੜੇ ਕਾਰਜ ਦੇ ਨਾਲ ਜਾਂ ਸਿੱਖਾਂ ਦਾ ਪ੍ਰਚਾਰ ਹੁੰਦਾ, ਉਹਨਾਂ ਦੀ ਸਾਖ ਤੇ ਸਮਰੱਥਾ ਜਿਹੜੀ ਹੈ ਬੁਲੰਦ ਹੁੰਦੀ ਆ, ਹੈਨਾ, ਸੇਵਾ ਦੇ ਨਾਲ, ਲੰਗਰ ਦੇ ਨਾਲ, ਤੇ ਉਹਦਾ ਮਖੌਲ ਉਡਾਉਂਦੇ ਆ, ਉਹਦੀ ਹੇਠੀ ਕਰਦੇ ਆ। ਹੈਨਾ, ਇਹ ਚੀਜ਼ ਆਪਾਂ ਨੂੰ ਆਮ ਜਿਹੜੇ ਬੰਦੇ ਜਦੋਂ ਆਪਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਨੋਟ ਕਰਦੇ ਤੇ ਉਹਦੇ ਵਿੱਚ ਬੰਦਾ ਆਪ ਸਹਿਜੇ ਵੀ ਇਸ ਪ੍ਰਚਾਰ ਦੇ ਥੱਲੇ ਆ ਜਾਂਦਾ, ਹੈਨਾ। ਦੂਸਰਾ ਇਹ ਆ ਕਿ ਸਿੱਖਾਂ ਦੇ ਬਹੁਤ ਜਿਹੜੇ ਲੋਕ ਆ, ਹੋਰ ਭਾਈਚਾਰੇ ਹੈਗੇ ਆ, ਜਿੱਦਾਂ ਘੱਟ ਗਿਣਤੀ ਕੌਮਾਂ ਹੋ ਗਈਆਂ, ਕਸ਼ਮੀਰੀ ਹੋ ਗਈਆਂ, ਆਪਣੇ ਦਲਿਤ ਭਾਈਚਾਰਾ ਹੋ ਗਿਆ, ਐਸਸੀ ਭਾਈਚਾਰਾ ਹੋ ਗਿਆ, ਤੇ ਜਿਹੜੇ ਲਗਾਤਾਰ ਸਿੱਖਾਂ ਦੇ ਵਾਂਗੂ ਹੀ ਪਿੜ ਰਹੇ ਆ, ਹੈਨਾ, ਇਸ ਚੱਕੀ ਦੇ ਵਿੱਚ। ਤੇ ਉਹ ਮੁਸਲਮਾਨ ਹੋ ਗਏ, ਲੈਫਟਿਸਟ ਵੀ ਈਵਨ ਕੁਛ ਹੱਦ ਤੱਕ ਹੋ ਗਏ, ਖੱਬੇ ਪੱਖੀ ਹੋ ਗਏ, ਤੇ ਉਹਨਾਂ ਦੇ ਵਿਚਕਾਰ ਸੁਹਿਰਦ ਹਿੱਸੇ ਵੀ ਬਹੁਤ ਹੈਗੇ ਆ, ਜਿਹੜੇ ਕਈ ਕਨਵਰਸੇਸ਼ਨ ਦੇ ਵਿੱਚ ਸਿੱਖਾਂ ਦੇ ਨਾਲ ਲਗਾਤਾਰ ਜਿਹੜੀ ਗੱਲਬਾਤ ਆ ਉਹ ਕਰਦੇ ਰਹਿੰਦੇ ਆ। ਪਰ ਉਹਨਾਂ ਦੇ ਨਾਲ ਵੀ ਲਗਾਤਾਰ ਜੇ ਸੋਸ਼ਲ ਮੀਡੀਆ ਦੇ ਵਿੱਚ ਦੇਖੋ ਤੇ ਲਗਾਤਾਰ ਉਹਨਾਂ ਦੇ ਟਕਰਾਅ ਦੇ ਨਾਲ ਮਾਹੌਲ ਉਹਨਾਂ ਦੇ ਖਿਲਾਫ ਸਿਰਜਦੇ ਰਹਿੰਦੇ ਆ, ਹੈਨਾ, ਬੇਨਾਮੀ ਸਿਰਜਦੇ ਰਹਿੰਦੇ ਆ। ਸੋ ਇਹ ਬੇਸਿਕ ਫਿਰ ਉਹ ਤੋਂ ਇਲਾਵਾ ਸੰਘਰਸ਼ੀ ਸਫ਼ਿਆਂ ਦੇ ਵਿੱਚ ਵੀ ਜਿਹੜੇ ਲੋਕ ਦੇਖਦੇ, ਉਹਨਾਂ ਦੀ ਕਿਰਦਾਰਕੁਸ਼ੀ ਤੇ ਲਗਾਤਾਰ ਚੱਲਦੀ ਰਹਿੰਦੀ ਹੈ। ਤੁਸੀਂ ਕਿਸੇ ਦਾ ਨਾਂ ਲੈ ਲਓ, ਭਾਵੇਂ ਪੈਸ ਦੇ ਵਿੱਚੋਂ ਦੇਖ ਲਓ, ਭਾਵੇਂ ਪ੍ਰੈਜ਼ੈਂਟ ਦੇ ਵਿੱਚੋਂ ਦੇਖ ਲਓ, ਯੂ ਨੇਮ ਇਟ, ਕਿਸੇ ਬੰਦੇ ਦਾ ਤੁਸੀਂ ਨਾਂ ਲੈ ਲਓ ਜਿਹਦਾ ਭੰਡੀ ਪ੍ਰਚਾਰ ਜਿਹੜਾ ਉਹਦੇ ਉੱਤੇ, ਹੈਨਾ, ਤੇ ਉਹਨਾਂ ਨੂੰ ਲਗਾਤਾਰ ਕਰਦੇ ਰਹਿੰਦੇ ਆ, ਉਹਨਾਂ ਨੂੰ ਲਗਾਤਾਰ ਉਹਨਾਂ ਦੇ ਖਿਲਾਫ ਟਕਰਾਅ ਵਾਲਾ ਜਿਹੜਾ ਮਾਹੌਲ ਆ ਜਾਰੀ ਰਹਿੰਦਾ। ਸੋ ਇਹ ਜਿਹੜੀ ਚੀਜ਼ ਆ, ਇਹਦੇ ਬਾਰੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਨਾਲ ਨੁਕਸਾਨ ਰਾਜ ਕਰਨ ਕੀ ਹੁੰਦਾ, ਆਪਾਂ ਨਾ ਬਾਰ-ਬਾਰ ਗੱਲ ਕਰਦੇ ਕਿ ਜੀਓਪੋਲੀਟੀਕਲੀ ਅਸੀਂ ਦੇਖੀਏ, ਆਪਾਂ ਹੁਣੇ ਕੈਪੀਟਲਿਸਟ ਸੁਸਾਇਟੀ ਦੀ ਗੱਲ ਕਰਕੇ ਹਟੇ ਹਾਂ ਕਿ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਵੀ ਆਪਾਂ ਤਰੇੜਾਂ ਆਉਂਦੀਆਂ ਦੇਖ ਰਹੇ ਹਾਂ ਬਹੁਤ ਜ਼ਿਆਦਾ, ਤੇ ਉਹਦਾ ਜਿਹੜਾ ਇੰਪੈਕਟ ਆ ਇੰਨਾ ਭਾਵੇਂ ਅਮਰੀਕਾ ਦੇ ਉੱਤੇ ਨਾ ਪਏ, ਡਿਵੈਲਪਿੰਗ ਕੰਟਰੀਜ਼ ਉੱਤੇ ਬਹੁਤ ਪੈਣਾ, ਕਿਉਂਕਿ ਡਿਵੈਲਪਿੰਗ ਕੰਟਰੀਜ਼ ਕੋ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਹੀ ਨਹੀਂ ਆ। ਉਹਨਾਂ ਡਿਵੈਲਪ ਵੇਖਿਆ ਹੁੰਦਾ ਵੀ ਜਿਹੜੇ ਪਾਸੇ ਨੂੰ ਸਰਮਾਏਦਾਰੀ ਤੁਰ ਰਹੀ ਆ ਆਪਾਂ ਉੱਧਰ ਨੂੰ ਜਾਣਾ। ਆਪਾਂ ਇੰਡੀਆ ਦੀ ਮਿਸਾਲ ਜਾਂ ਸਾਊਥ ਏਸ਼ੀਆ ਦੀ ਮਿਸਾਲ ਲੈ ਲੈਂਦੇ ਹਾਂ। ਜਦੋਂ ਸੋਵੀਅਤ ਯੂਨੀਅਨ ਦੀ ਚੜ੍ਹਾਈ ਸੀ ਤੇ ਇੰਡੀਆ ਸੋਸ਼ਲਿਸਟ ਕੰਟਰੀ ਸੀ। ਉਸ ਤੋਂ ਬਾਅਦ ਜਦੋਂ ਅਮਰੀਕਾ ਦੀ ਚੜ੍ਹਾਈ ਹੋ ਗਈ 1992 ਤੋਂ ਬਾਅਦ, ਇਹਦਾ ਰੁਖ ਕੈਪੀਟਲਿਜ਼ਮ ਦੇ ਵੱਲ ਹੋ ਗਿਆ। ਤੇ ਹੁਣ ਜਦੋਂ ਕੈਪੀਟਲਿਜ਼ਮ ਖਤਮ ਹੋ ਰਿਹਾ ਤੇ ਅਮਰੀਕਾ ਦੇ ਵਿੱਚ ਭਾਵੇਂ ਉਨੀ ਚੱਕ ਥਲ ਨਾ ਹੋਏ, ਕਿਉਂਕਿ ਇਹਨਾਂ ਦੇ ਕੋਲ ਫੁੱਲ ਫਲੈਜ ਇਨਫਰਾਸਟ੍ਰਕਚਰ ਹੈਗਾ, ਜਾਂ ਇਨ ਜਨਰਲ ਵੈਸਟ ਕੋਲ ਭਾਵੇਂ ਉਨੀ ਨਾ ਹੋਏ, ਜਿੰਨੀ ਇਹਦਾ ਇੰਪੈਕਟ ਸਾਊਥ ਏਸ਼ੀਆ ਦੇ ਉੱਤੇ ਪੈਣਾ। ਉਹ ਸਾਊਥ ਏਸ਼ੀਆ ਦੇ ਉੱਤੇ ਜੋ ਇੰਪੈਕਟ ਸਾਨੂੰ ਸਾਰਿਆਂ ਨੂੰ ਦੇਖ ਹੀ ਰਿਹਾ ਵਾ, ਜਦੋਂ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਇੱਦਾਂ ਲਗਾਤਾਰ ਹੀ ਭੰਡੀ ਪ੍ਰਚਾਰ ਚੱਲ ਰਿਹਾ ਹੁੰਦਾ ਵਾ, ਤੇ ਲੋਕਾਂ ਦਾ ਸਮਾਂ ਬਰਬਾਦ ਹੁੰਦਾ, ਜਿਹੜੀ ਉਹਨਾਂ ਲੋਕਾਂ ਨੇ ਕ੍ਰੀਏਟਿਵ ਥਿੰਕਿੰਗ ਕਰਕੇ ਕੋਈ ਆਪਣੇ ਆਪ ਨੂੰ ਉਸ ਇਨਫਰਾਸਟ੍ਰਕਚਰ ਦੇ ਤੋਂ ਜੋ ਚੇਂਜਸ ਆ ਰਹੀਆਂ ਉਹਦੇ ਤੋਂ ਕੁਝ ਖੱਟਣਾ ਹੁੰਦਾ, ਜਾਂ ਉਹਦੇ ਤੋਂ ਈਵਨ ਬਚਣਾ ਵੀ ਹੁੰਦਾ, ਜੋ ਨੈਗੇਟਿਵ ਚੀਜ਼ਾਂ ਸਾਹਮਣੇ ਆ ਰਹੀਆਂ ਨਾ। ਜੰਗਾਂ ਤੇ ਖਿੱਤਾ ਤੋਂ ਸਾਨੂੰ ਦੇਖ ਹੀ ਰਿਹਾ ਵੀ ਉਹ ਖਿੱਤਾ ਜੰਗਾਂ ਵਾਲਾ ਬਣਨਾ ਹੀ ਆਉਣ ਦੇ ਟਾਈਮ ਦੇ ਉੱਤੇ, ਉਹਦੇ ਤੋਂ ਆਪਣਾ ਬਚਾਅ ਕਿੱਦਾਂ ਕਰਨਾ, ਉਹਦੇ ਲਈ ਤੁਹਾਨੂੰ ਕ੍ਰੀਏਟਿਵ ਥਿੰਕਿੰਗ ਚਾਹੀਦੀ ਆ। ਉਹ ਜਿਹੜੀ ਥਿੰਕਿੰਗ ਆ ਉਹ ਕਿੱਦਾਂ ਤੁਸੀਂ ਕਰ ਸਕੋਗੇ ਜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਮਾਂ ਸਪੈਂਡ ਕਰਕੇ ਤੇ ਇਹਦੇ ਸ਼ਿਕਾਰ ਹੀ ਹੋਵਾਂਗੇ। ਤੇ ਇਹਦੇ ਬਾਰੇ ਡੈਡੀਕੇਟਡ ਓਵਰ ਦ ਪੀਰੀਅਡ ਆਫ ਟਾਈਮ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਵਾ, ਪਰ ਆਪਾਂ ਨੂੰ ਆਉਣ ਵਾਲਾ ਸਮਾਂ ਜਿਹੜਾ ਵਾ ਚੁਣੌਤੀਆਂ ਤੇ ਸੰਭਾਵਨਾਵਾਂ ਦੋਵੇਂ ਵਾਲਾ ਵਾ। ਤੇ ਇਹਦੇ ਲਈ ਜਿਹੜੀ ਆਪਣੀ ਵਿਚਾਰ ਵਾਲੀ ਆ, ਜਦੋਂ ਫਿਰ ਆਪਾਂ ਗੱਲ ਉੱਥੇ ਆਉਂਦੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਗੱਲ ਦੱਸੀ ਆ ਸੰਵਾਦ ਵਾਲੀ, ਉਸ ਪਾਸੇ ਨੂੰ ਤੁਰਨਾ ਪਊਗਾ ਤੇ ਸੋਸ਼ਲ ਮੀਡੀਆ ਤੋਂ ਸਮਾਂ ਘਟਾਉਣਾ ਪਊਗਾ। ਜੀ ਹਰਵਿੰਦਰ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।